ओके जसकरण दोस्तों ਤੁਹਾਨੂੰ ਸਾਰਿਆਂ ਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜੀ ਆਇਆਂ। ਤੁਸੀਂ ਰੋਜ਼ ਸਾਰੇ ਸਾਡੇ ਸਫ਼ਰ ਦਾ ਹਿੱਸਾ ਬਣ ਰਹੇ ਹੋ। ਅਮਰ ਕੋਲੀਆਂ ਜੀ ਵੀ ਸਾਡੇ ਨਾਲ ਜੁੜ ਗਏ ਨੇ। ਕੋਲੀਆਂ ਜੀ ਜੀ ਆਇਆਂ ਤੁਹਾਨੂੰ ਵੀ ਸਾਰੇ ਦੋਸਤਾਂ ਨੂੰ। ਸਾਡੇ ਇਸ ਹਰ ਰੋਜ਼ ਦੇ ਸਫ਼ਰ ਦੇ ਵਿੱਚ ਅਸੀਂ ਰੰਗਮੰਚ ਸੰਗੀਤ ਨ੍ਰਿਤ ਦੀਆਂ ਗੱਲਾਂ ਕਰਦੇ ਹਾਂ, ਆਪਣੇ ਕ੍ਰੀਏਟਿਵ ਐਕਸਪੀਰੀਅੰਸ ਸਾਂਝੇ ਕਰਦੇ ਹਾਂ। ਸੋ ਉਹ ਤਜਰਬੇ ਜਿਹੜੇ ਕਿ ਸਾਡੇ ਤਜਰਬੇ ਨੇ, ਜਿਹੜੇ ਸਾਨੂੰ ਖੁਸ਼ੀ ਦਿੰਦੇ ਨੇ, ਜਿਹੜੇ ਤਜਰਬੇ ਅਸੀਂ ਸਮਾਜ ਨਾਲ ਸਾਂਝਿਆਂ ਕਰਦੇ ਆਪਣੇ ਰੰਗਾਂ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ। ਸੋ ਉਹ ਤਜਰਬੇ ਜਿਹੜੇ ਆ ਉਹਨਾਂ ਬਾਰੇ ਅੱਜ ਸਾਡੇ ਨਾਲ ਵੈਨਕੂਵਰ ਸਰੀ ਤੋਂ ਡਾਕਟਰ ਜਸਕਰਨ ਸਾਡੇ ਨਾਲ ਨੇ। ਜਸਕਰਨ ਕਿਉਂਕਿ ਪਹਿਲੇ ਇੱਥੇ ਪੰਜਾਬ ਦੇ ਵਿੱਚ ਥੀਏਟਰ ਕਰਦੇ ਰਹੇ ਤੇ ਨਵਾਂ ਸ਼ਹਿਰ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ, ਤੇ ਫਿਰ ਇੱਥੇ ਹੀ ਪੜਾਉਂਦੇ ਵੀ ਰਹੇ ਕਾਲਜ ਦੇ ਵਿੱਚ ਜਿੱਥੇ ਡਾਕਟਰ ਆਤਮਜੀਤ ਹੋਰੀ ਪ੍ਰਿੰਸੀਪਲ ਸੀਗੇ ਤੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਕੰਮ ਕੀਤਾ। ਇਹਨਾਂ ਨੇ ਮੇਰੇ ਬਹੁਤ ਸਾਰੇ ਨਾਟਕਾਂ ਵਿੱਚ ਵੀ ਕੰਮ ਕੀਤਾ ਤੇ ਹੁਣ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਇਹ ਕੈਨੇਡਾ ਦੇ ਵਿੱਚ ਸ਼ਿਫਟ ਹੋ ਗਏ ਤੇ ਉੱਥੇ ਇਹਨਾਂ ਨੇ ਆਪਣਾ ਟੀਵੀ ਲਈ, ਰੇਡੀਓ ਲਈ ਕੁਝ ਚੈਨਲ ਔਰ ਨਾਟਕ ਵੀ ਇਹਨਾਂ ਨੇ, ਡਾਕਟਰ ਸਵਰਾਜ ਵੀਰ ਦਾ ਮੱਸਿਆ ਦੀ ਰਾਤ ਵੀ ਉੱਥੇ ਇਹਨਾਂ ਨੇ ਨਾਟਕ ਖੇਡਿਆ, ਮੈਨੂੰ ਯਾਦ ਹੈ। ਹੋਰ ਵੀ ਨਾਟਕ ਇਹਨਾਂ ਨੇ, ਤ੍ਰੈ ਝੂਰਾਂ ਦੇ ਨਾਟਕ ਵੀ ਇਹਨਾਂ ਨੇ ਖੇਡੇ, ਉਸ ਟੀਮ ਦੇ ਨਾਲ ਵੀ ਇਹਨਾਂ ਨੇ ਨਾਟਕ ਕੀਤੇ। ਸੋ ਜਸਕਰਨ ਮੈਂ ਬਸ ਇੱਕ ਤਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਤੁਹਾਡੀ ਜਰਨੀ ਬਾਰੇ ਜਾਣਨਾ ਚਾਹੁੰਦਾ ਕਿ ਤੁਸੀਂ ਕਿਵੇਂ ਇਸ ਥੀਏਟਰ ਵਾਲੇ ਪਾਸੇ ਆਏ ਹੋ। ਮੈਂ ਸ਼ਾਇਦ ਇਹ ਬਹੁਤੀਆਂ ਗੱਲਾਂ ਕਦੀ ਪੁੱਛੀਆਂ ਹੀ ਨਹੀਂ ਸੀ ਜਦੋਂ ਤੁਸੀਂ ਇੱਥੇ ਵੀ ਥੀਏਟਰ ਕਰਦੇ ਸੀ। ਸੋ ਅੱਜ ਮੈਂ ਕਿਹਾ ਸਾਰੇ ਦੋਸਤਾਂ ਨਾਲ ਗੱਲਾਂ ਸਾਂਝੀਆਂ ਕਰ ਲਈਏ ਕਿ ਤੁਸੀਂ ਕਦੋਂ ਤੇ ਤੁਸੀਂ ਬੜੀ ਦੂਰ ਦੂਰ ਮੈਂ ਵੇਖਿਆ ਨਾਟਕ ਵੇਖਣ ਵੀ ਪਹੁੰਚ ਜਾਂਦੇ ਸੀਗੇ ਤੁਸੀਂ। ਮੈਂ ਆਪਣੇ ਨਾਟਕਾਂ ਦੀ ਗੱਲ ਤਾਂ ਦੱਸ ਹੀ ਸਕਦਾ ਕਿ ਮੈਂ ਜਿੱਥੇ ਵੀ ਪੰਜਾਬ 'ਚ ਨਾਟਕ ਕਰਦਾ ਸੀ ਤੁਸੀਂ ਹਮੇਸ਼ਾ ਉੱਥੇ ਪਹੁੰਚੇ ਹੁੰਦੇ ਸੀਗੇ ਨਾਟਕ ਦੇਖਣ ਲਈ। ਸੋ ਤੁਹਾਡੀ ਇਹ ਜਿਹੜੀ ਜਗਿਆਸਾ ਸੀ ਨਾਟਕ ਦੇ ਨਾਲ ਜੁੜਨ ਦੀ, ਤੁਹਾਡੇ ਅੰਦਰਲੀ ਜਿਹੜੀ ਲਲਕ ਸੀ, ਅੰਦਰਲੀ ਜਿਹੜੀ ਤੁਹਾਡੇ ਚਿੰਗ ਸੀਗੀ, ਕੁਝ ਧੁਖਦਾ ਸੀ ਅੰਦਰ ਜਿਹੜਾ ਨਾਟਕ ਦੇਖਣ ਲਈ, ਕਰਨ ਲਈ, ਉਹ ਕੀ ਸੀ ਜਿਹੜੀ ਚੀਜ਼ ਨੇ ਤੁਹਾਨੂੰ ਇਹਦੇ ਨਾਲ ਜੋੜਿਆ? ਮੈਂ ਭਾਜੀ, ਮੇਰੇ ਡੈਡੀ ਟੀਚਰ ਨੇ, ਹੁਣ ਰਿਟਾਇਰਡ ਨੇ। ਉਹ ਜਿਹੜੀ ਅਧਿਆਪਕ ਜਥੇਬੰਦੀਆਂ ਉਹਨਾਂ ਦੇ ਵਿੱਚ ਕੰਮ ਕਰਦੇ ਸੀ, ਖੱਬੇ ਪੱਖੀ ਸੋਚ ਸੀ। ਸੋ ਨਾਟਕਾਂ ਦੇ ਨਾਲ ਭਾਜੀ ਗੁਰਸ਼ਰਨ ਸਿੰਘ ਦੇ ਉਹ ਕਰਾਉਣੇ, ਦੇਖਣੇ, ਉਹ ਉਹਨਾਂ ਦਾ ਇੱਕ ਪਾਰਟ ਸੀਗਾ। ਪਹਿਲੀ ਵਾਰੀ 1988 ਦੇ ਵਿੱਚ ਮੈਂ 8ਵੀਂ 'ਚ ਪੜ੍ਹਦਾ ਸੀ ਤੇ ਤੁਹਾਡਾ ਨਾਟਕ ਹੋਇਆ ਸੀ ਜਜ਼ਬਿਆਂ ਦੇ ਆਰ ਪਾਰ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ। ਹਾਂ ਬਿਲਕੁਲ। ਮੇਰੇ ਡੈਡੀ ਮੈਨੂੰ ਨਾਲ ਲੈ ਕੇ ਗਏ ਉੱਥੇ ਵੀ, ਚਲੋ ਤੁਹਾਨੂੰ ਨਾਟਕ ਦਿਖਾਉਣੇ। ਉਹ ਮੈਂ ਪਹਿਲਾ ਨਾਟਕ ਦੇਖਿਆ ਸੀ। ਫਿਰ ਉਹ 88 ਤੋਂ ਉਹ ਪਤਾ ਨਹੀਂ ਕੀ ਸੀਗਾ, ਚੰਗਾ ਲੱਗਿਆ, ਕੋਈ ਨਹੀਂ ਸੀ ਪਤਾ ਨਾਟਕ ਕੀ ਹੁੰਦੇ ਆ। ਉੱਥੋਂ ਫਿਰ ਮੈਨੂੰ ਲੱਗਿਆ, ਫਿਰ ਹਰ ਵਾਰੀ ਜਾਣ ਲੱਗ ਪਿਆ ਦੇਖਣ। ਫਿਰ ਉਹ ਮੈਂ ਜੋ ਦੇਖਦਾ ਸੀ, ਫਿਰ ਗੁਰਸ਼ਰਨ ਸਿੰਘ ਭਾਜੀ ਦੇ ਜਿੱਥੇ ਨਾਟਕ ਹੁੰਦੇ ਸੀ ਪਿੰਡਾਂ ਦੇ ਵਿੱਚ ਨੇੜੇ ਤੇੜੇ, ਮੈਂ ਜਿੱਦ ਕਰਦਾ ਸੀ, ਡੈਡੀ ਉੱਥੇ ਲੈ ਕੇ ਜਾਂਦੇ ਸੀ। ਫਿਰ ਪਹਿਲਾ ਨਾਟਕ ਟੋਆ ਅਸੀਂ ਸਕੂਲ ਦੇ ਵਿੱਚ ਖੇਡਿਆ। ਉਹ ਖੇਡਦੇ ਖੇਡਦੇ ਫਿਰ ਹੌਲੀ ਹੌਲੀ ਹੋਰ ਜਿਹੜਾ ਸ਼ੁਰੂ ਹੁੰਦਾ ਗਿਆ। ਫਿਰ ਕਾਲਜ ਪੜ੍ਹਨ ਚਲੇ ਗਏ, DAV ਕਾਲਜ ਜਲੰਧਰ, ਫਿਰ ਫਗਵਾੜਾ ਰਾਮਗੜ੍ਹੀ। DAV ਕਾਲਜ ਜਲੰਧਰ ਬਹੁਤ ਟਰਾਇਲ ਦਿੱਤੇ ਮੈਂ। ਉਹ ਟੀਮ ਬੜੀ ਜ਼ਬਰਦਸਤ ਹੁੰਦੀ ਸੀ 91 ਦੇ ਵਿੱਚ। ਡਾਕਟਰ ਜਗਦੀਸ਼ ਗਰਗ ਹੁੰਦੇ ਸੀ। ਉੱਥੇ ਸਿਲੈਕਸ਼ਨ ਨਹੀਂ ਹੋਈ, ਮੈਂ ਨਾਟਕ ਦੀ ਖਾਤਰ ਉਹਨੂੰ ਛੱਡ ਕੇ ਫਗਵਾੜੇ ਚਲਿਆ ਗਿਆ ਰਾਮਗੜ੍ਹੀ ਕਾਲਜ BSc ਕਰਨ। ਵੀ ਉੱਥੇ ਘੱਟੋ ਘੱਟ ਟੀਮ ਇੰਨੀ ਚੰਗੀ ਨਹੀਂ ਹੈ ਵੀ ਉੱਥੇ ਵਾਰੀ ਆ ਜਾਊਗੀ। ਉੱਥੇ ਉਹਨਾਂ ਨੇ ਟੀਮ ਬਣਾਉਣੀ ਬੰਦ ਕਰ ਦਿੱਤੀ। ਫਿਰ ਅਸੀਂ ਭਾਜੀ ਗੁਰਸ਼ਰਨ ਸਿੰਘ ਉਹਨਾਂ ਦੇ ਨਾਟਕ ਪਿੰਡ ਦੇ ਵਿੱਚ ਕਰਵਾਏ, ਨਾਲ ਨਾਲ ਕਿਤੇ ਕਿਤੇ ਕਰਦੇ ਰਹੇ ਨਾਟਕ। ਹੌਲੀ ਹੌਲੀ ਜਿਹੜੇ ਯੂਥ ਫੈਸਟੀਵਲ 'ਚ ਪਾਰਟੀਸਪੇਸ਼ਨ ਵਰਗੇ। ਫਿਰ ਇਹ ਉਹਦੇ ਨਾਲ ਨਾਲ ਮੈਂ ਤੁਹਾਡੇ ਨਾਟਕ ਦੇਖਦਾ ਰਿਹਾ ਲਗਾਤਾਰ। 1988 ਤੋਂ ਲੈ ਕੇ ਮੈਨੂੰ ਲੱਗਦਾ ਵੀ 2013 ਤੋਂ ਬਾਅਦ ਮੈਂ ਜਿੰਨੀ ਵਾਰੀ ਵੀ ਪੰਜਾਬ ਆਉਣਾ, ਉਹ ਵੀ 13 'ਚ ਮੈਂ ਇੱਥੇ ਕੈਨੇਡਾ ਆਇਆ ਸੀ, ਮੈਂ ਤੁਹਾਡੇ ਲਗਭਗ ਸਾਰੇ ਨਾਟਕ ਦੇਖੇ ਆ ਜਿੰਨੇ ਤੁਸੀਂ ਖੇਡੇ ਆ ਹੁਣ ਤੱਕ। ਹੋਰ ਵੀ ਨਾਟਕ ਦੇਖਦੇ ਰਹੇ। ਉੱਥੋਂ ਫਿਰ ਉਹ ਜਿਹੜੀ ਗੱਲ ਜੁੜੀ ਸੀ, ਫਿਰ ਉਹਦੇ ਨਾਲ ਕਰਨੇ, ਫਿਰ ਕਰਵਾਏ। ਫਿਰ ਕਾਲਜ ਦੇ ਵਿੱਚ ਯੂਥ ਫੈਸਟੀਵਲਾਂ ਦੇ ਵਿੱਚ ਕਰਵਾਏ ਨਾਟਕ। ਫਿਰ ਪਿੰਡ ਦੇ ਵਿੱਚ ਥੋੜੇ ਬਹੁਤੇ ਰਣਜੀਤ ਗਮਨੂ ਤੇ ਮੈਂ ਇੱਕ ਹੀ ਪਿੰਡ ਦੇ ਆ। ਫਿਰ ਤੁਹਾਡੇ ਕੋਲ ਵਰਕਸ਼ਾਪ ਲਾਈ। ਫਿਰ ਉਹਦੇ ਤੋਂ ਬਾਅਦ ਉੱਥੇ ਕਾਫੀ ਮੈਂ ਤੁਹਾਡੇ ਕੋਲ ਵੀ ਐਕਟਿੰਗ ਕੀਤੀ ਨਾਟਕਾਂ ਦੇ ਵਿੱਚ। ਫਿਰ ਇੱਥੇ 2013 ਦੇ ਵਿੱਚ ਆ ਕੇ ਮੱਸਿਆ ਦੀ ਰਾਤ, ਫਿਰ ਬਾਕੀ ਜਿਹੜੇ ਨਾਟਕ ਸੀਗੇ, ਹੁਣੇ ਅਸੀਂ ਤੁਹਾਨੂੰ ਕਿਹੜਾ ਰੰਗ ਪਸੰਦ ਦਾ ਲੇਟੈਸਟ ਕਰਕੇ ਹਟੇ ਆ। ਰੌਂਗ ਨੰਬਰ ਅਗਲੇ ਮਹੀਨੇ ਸਾਡੀ ਪੇਸ਼ਕਾਰੀ ਹੈ।
ਮੈਂ ਫਿਰ ਡਾਇਰੈਕਟ ਕਰਨ ਲੱਗ ਪਿਆ ਸੀ। ਉਹਦੇ ਵਿੱਚ ਮੇਰੀ ਜ਼ਿਆਦਾ ਦਿਲਚਸਪੀ ਸੀ। ਫਿਰ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਪਹਿਲੀ ਵਾਰੀ 2015 ਦੇ ਵਿੱਚ ਸ਼ਾਇਦ ਨਾ 2011 ਦੇ ਵਿੱਚ ਥੀਏਟਰ ਐਪਰੀਸੀਏਸ਼ਨ ਕੋਰਸ ਸ਼ੁਰੂ ਕੀਤਾ ਸੀ ਉਹਨਾਂ ਨੇ, ਛੋਟਾ ਜਿਹਾ 2 ਕਿ 3 ਹਫ਼ਤੇ ਦਾ ਸ਼ਾਇਦ ਹੁੰਦਾ ਸੀ। ਉਹਦੇ 'ਚ ਮੇਰੀ ਸਿਲੈਕਸ਼ਨ ਹੋ ਗਈ, ਫਿਰ ਮੈਂ ਉਹ ਅਟੈਂਡ ਕੀਤਾ। ਫਿਰ ਇਹ ਸਿਲਸਿਲਾ ਨਾਲ ਨਾਲ ਕਰਨ ਕਰਾਉਣ ਦਾ, ਪੜ੍ਹਨ ਦਾ। ਫਿਰ ਕਿਉਂਕਿ MA ਪੰਜਾਬੀ ਕੀਤੀ ਸੀ, ਕਾਲਜ ਪੜ੍ਹਾਉਣ ਲੱਗ ਪਏ। ਉਹਦੇ ਦੌਰਾਨ ਫਿਰ PhD ਮੈਂ ਸ਼ੁਰੂ ਕਰ ਲਈ ਡਾਕਟਰ ਜਸਵਿੰਦਰ ਸੈਣੀ, ਪੰਜਾਬੀ ਯੂਨੀਵਰਸਿਟੀ ਪਟਿਆਲਾ। ਉਹਨਾਂ ਦੇ ਨਾਲ ਤੁਹਾਡੇ ਨਾਟਕਾਂ ਦੇ ਉੱਤੇ ਜਿਹੜਾ ਪ੍ਰੋਸੈਸ ਸੀਗਾ, ਜਿਹੜੀ ਇੱਕ ਟੈਕਸਟ ਆ ਉਹ ਕਿੱਦਾਂ ਉਹ ਕਨਵਰਟ ਕਿੱਦਾਂ ਹੁੰਦੀ ਆ, ਉਹਦੇ ਦੇ ਉੱਤੇ ਫਿਰ ਮੈਂ ਉਹ 2 ਸਾਲ ਪਹਿਲਾਂ ਜਦੋਂ ਤੁਹਾਡੇ ਆਇਆ ਸੀ ਇੱਥੇ, ਉਦੋਂ ਫਿਰ ਮੈਂ ਉਹ ਕੰਪਲੀਟ ਕੀਤੀ ਆ ਹੁਣ ਆਪਣੀ PhD। ਇੱਥੇ ਵੀ ਸਿਲਸਿਲਾ ਉਸੇ ਤਰ੍ਹਾਂ ਚੱਲ ਰਿਹਾ। ਇੱਥੇ ਉਹ ਪਤਾ ਨਹੀਂ ਕਰਨ ਕਰਾਉਣ ਨਾਲੋਂ ਫਿਰ ਦੇਖਣ ਦਾ ਸਿਲਸਿਲਾ ਜ਼ਿਆਦਾ ਸੀ। ਸਾਲ ਦੇ ਵਿੱਚ 2-3 ਨਾਟਕ ਕਰਦਾ ਮੈਂ ਇੱਥੇ ਵੈਨਕੂਵਰ ਦੇ ਵਿੱਚ, ਡਾਇਰੈਕਟ ਕਰਦਾ, ਚੰਗੇ ਨਾਟਕ ਹੁੰਦੇ ਆ। ਪਰ ਉਹਦੇ ਨਾਲ ਨਾਲ ਜਿਹੜਾ ਦੇਖਣ ਦਾ ਸਿਲਸਿਲਾ ਆ ਉਹ ਇੱਥੇ ਵੀ ਉਸੇ ਤਰ੍ਹਾਂ ਹੀ ਚੱਲੀ ਜਾਂਦਾ, ਪੜ੍ਹਨ ਦਾ ਨਾਲ ਨਾਲ। ਤੇ ਜਿਸ ਕਾਰਨ ਤੁਸੀਂ ਇੰਨਾ ਪੜ੍ਹ ਕੇ MA PhD ਸਾਰਾ ਕੁਝ ਕਰ ਲਿਆ ਹੈ ਨਾ। PhD ਫਿਰ ਤੁਸੀਂ ਕੀਤੀ ਵੀ ਮੇਰੇ ਨਾਟਕਾਂ ਤੇ ਪੇਸ਼ਕਾਰੀ ਦੇ ਉੱਤੇ, ਤੇ ਔਰ PhD ਕੀਤੀ, ਉਹ ਜੋ ਕੁਝ ਲਿਖਿਆ ਯਾਰ ਮੈਨੂੰ ਵਿਖਾਈ ਕਿਤੇ, ਮੈਂ ਵੀ ਪੜ੍ਹਾ ਕੀ ਲਿਖਿਆ ਤੂੰ ਭੁੱਲ ਜਾਣਾ, ਭਾਜੀ ਭੇਜੂਗਾ ਹੈ ਨਾ, ਉਹ ਮੈਨੂੰ ਸੈਂਡ ਕਰੀ, ਮੈਂ ਵੀ ਪੜ੍ਹਾ ਹੈ। ਤੇ ਜਿਸ ਕਾਰਨ ਤੁਸੀਂ ਕਿਉਂਕਿ ਇੱਥੇ ਜੌਬ ਵੀ ਕਰਦੇ ਸੀਗੇ, ਕਾਲਜ ਦੇ ਵਿੱਚ ਸੀ ਉਦੋਂ, ਸਕੂਲ 'ਚ ਮੇਰੇ ਖਿਆਲ ਜਾਂ ਤੁਹਾਡਾ ਪਿੰਡ ਕਿਹੜਾ ਦੱਸੋ ਜ਼ਰਾ ਸਾਰੇ ਦੋਸਤਾਂ ਨੂੰ। ਮੇਰਾ ਪਿੰਡ ਹੈ ਜੀ ਚੱਕ ਦੇਸਰਾਜ, ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਆ। ਦੁਸਾਂਝ ਕਲਾਂ ਬੜਾ ਪਿੰਡ ਦੇ ਨੇੜੇ ਪੈਂਦਾ, ਗੁਰਾਇਆਂ ਦੇ ਨੇੜੇ ਪੈਂਦਾ ਚੱਕ ਦੇਸਰਾਜ। ਕਾਲਜ ਮੇਰਾ ਸੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ। ਉਹਦੇ ਵਿੱਚ ਪੜ੍ਹਾਇਆ। ਡਾਕਟਰ ਸੁਰਜੀਤ ਸਿੰਘ ਭੱਟੀ ਪ੍ਰਿੰਸੀਪਲ ਹੁੰਦੇ ਸੀ, ਉਹਨਾਂ ਨੇ ਸਿਲੈਕਸ਼ਨ ਕੀਤੀ ਸੀ। ਫਿਰ ਉਹਦੇ ਵਿੱਚ ਹੀ ਇੱਕ 11ਵੀਂ 12ਵੀਂ ਵਾਲਾ ਸਕੂਲ ਹੁੰਦਾ, ਅਮਰਦੀਪ ਸੈਕੰਡਰੀ ਸਕੂਲ, ਉਹਦੇ ਵਿੱਚ ਫਿਰ ਮੈਂ ਉੱਥੇ ਪਰਮਾਨੈਂਟ ਹੋਇਆ। ਪ੍ਰਾਈਵੇਟ ਕਾਲਜ ਸੀ, ਫਿਰ ਉਹ ਕਾਲਜ ਯੂਨੀਵਰਸਿਟੀ ਨੂੰ ਡੋਨੇਟ ਕਰ ਦਿੱਤਾ। ਉਸਦਾ ਗੁਰਚਰਨ ਸਿੰਘ ਸ਼ੇਰਗਿੱਲ ਜਿਹੜੇ ਚੇਅਰਮੈਨ ਸੀ, ਤੇ ਉਹ ਨਾਲ ਹੀ ਅਸੀਂ ਵੀ ਡੋਨੇਟ ਹੋ ਗਏ। ਅਸੀਂ ਫਿਰ ਸਰਕਾਰੀ ਮੁਲਾਜ਼ਮ ਬਣ ਗਏ ਉੱਥੇ ਯੂਨੀਵਰਸਿਟੀ ਦੇ। ਡਾਕਟਰ ਆਤਮਜੀਤ 5 ਸਾਲ ਪ੍ਰਿੰਸੀਪਲ ਰਹੇ ਉੱਥੇ। ਉਹਨਾਂ ਨਾਲ ਬਹੁਤ ਸਾਰਾ ਨਾਟਕ ਸਿੱਖਣ ਦਾ, ਉਹਨਾਂ ਦੇ ਚੰਡੀਗੜ੍ਹ ਜਾ ਕੇ ਨਾਟਕਾਂ ਦੇ ਵਿੱਚ ਉਹਨਾਂ ਦੇ ਪਿੱਛੇ ਲਾਈਟਸ ਹੋਰ ਸਿੱਖਣਾ, ਬਹੁਤ ਕੁਛ ਉਹਨਾਂ ਦੇ ਨਾਲ। ਉਹਨਾਂ ਨੇ ਨਾਟਕ ਲਿਖੇ ਉੱਥੇ ਬਹੁਤ ਸਾਰੇ ਮੁਕੰਦਪੁਰ ਉਹਨਾਂ 50 ਸਾਲਾਂ ਦੌਰਾਨ। ਉਹ ਸਾਰੇ ਤੱਤੀ ਤਵੀ ਦਾ ਸੱਚ, ਮੰਗੂ ਕਾਮਰੇਡ, ਉਹ ਪ੍ਰੋਸੈਸ ਦੇ ਵਿੱਚ ਵੀ ਅਸੀਂ ਉਸੇ ਤਰ੍ਹਾਂ ਰਹੇ। ਉਹ ਕਾਲਜ ਦਾ ਵੀ ਬੜਾ ਵੱਡਾ ਰੋਲ। ਫਿਰ ਯੂਥ ਫੈਸਟੀਵਲਸ ਦੇ ਵਿੱਚ ਜਿਹੜੇ ਨਾਟਕ ਹੁੰਦੇ ਸੀ, ਉਹਨਾਂ ਦੇ ਵਿੱਚ ਲਗਭਗ ਪਾਲੀ ਭੁਪਿੰਦਰ ਹੋਰਾਂ ਦੇ ਸਾਰੇ ਨਾਟਕ ਜਿਹੜੇ ਸੀਗੇ, ਉਹ ਮਿੱਟੀ ਦਾ ਬਾਵਾ, ਮੈਂ ਫੇਰ ਆਵਾਂਗਾ, ਚੰਦਨ ਦੇ ਓਲੇ, ਉਹ ਜਿੰਨੇ ਨਾਟਕ ਸੀ 8-10 ਸਾਲ ਹਰ ਸਾਲ ਇੱਕ ਦੋ ਨਾਟਕ ਜਿਹੜੇ ਕਰਵਾਏ। ਫਿਰ ਇਹਨਾਂ ਸਾਰਿਆਂ ਦੇ ਵਿੱਚ ਪਾਰਟੀਸਪੇਟ ਕਰਦੇ ਰਹੇ। ਉਸ ਕਾਲਜ ਦਾ, ਉਹ ਪਿੰਡ ਕਿਉਂਕਿ ਰਣਜੀਤ ਗਮੂ ਦਾ ਬਹੁਤ ਵੱਡਾ ਗਰੁੱਪ ਆ, ਉਹ ਬੜਾ ਮਤਲਬ ਬਹੁਤ ਸਰਗਰਮ ਔਰ ਐਕਟਿਵ ਆ। ਉਹਦੇ ਨਾਲ ਵੀ ਕਿਤੇ ਨਾ ਕਿਤੇ ਫਿਰ ਦੇਸ਼ ਭਗਤੀ, ਯਾਦਗਾਰ ਹਾਲ ਕਦੇ ਜਾਣਾ ਨਾਟਕ ਕਰਨ, ਕਦੇ ਹੋਰ ਜਿਹੜੇ ਬਾਕੀ ਪਲਸ ਮੰਚ ਦੇ ਹੁੰਦੇ ਸੀ ਉੱਥੇ, ਉਹ ਸਾਰਾ ਪ੍ਰੋਸੈਸ ਉੱਦਾਂ ਹੀ ਚੱਲਦਾ ਰਿਹਾ ਜੀ। ਇਹ ਬਹੁਤ ਵਧੀਆ ਇੱਕ ਜਰਨੀ, ਕਿਉਂਕਿ ਮੈਂ ਥੋੜੇ ਦਿਨ ਪਹਿਲੇ ਰਣਜੀਤ ਗਮਨੂ ਹੋਰਾਂ ਦੇ ਨਾਲ ਵੀ ਗੱਲ ਕੀਤੀ ਸੀਗੀ, ਔਰ ਉਹਦੇ ਬਾਰੇ ਤੁਸੀਂ ਸੁਣੀ ਹੋਏਗੀ ਸ਼ਾਇਦ। ਔਰ ਉਹਦੀ ਬੜੀ ਮਿਹਨਤ ਹੈ ਰਣਜੀਤ ਗਮਨੂ ਦੀ ਵੀ। ਮੈਂ ਪਿੰਡ ਉਹਦਾ ਓਪਨ ਏਅਰ ਥੀਏਟਰ ਵੀ ਤੁਹਾਡੇ ਪਿੰਡ ਜਾ ਕੇ ਆਇਆ, ਮੈਂ ਦੇਖਿਆ ਜਿਸ ਤਰ੍ਹਾਂ ਉਹਨਾਂ ਨੇ ਬਣਾਇਆ, ਜਿਸ ਤਰ੍ਹਾਂ ਫਗਵਾੜੇ 'ਚ ਹੁਣ ਉਹਨੇ ਇੱਕ ਹੋਰ ਆਡੀਟੋਰੀਅਮ ਬਣਾਇਆ, ਔਰ ਜਿਸ ਤਰ੍ਹਾਂ ਪਰਿਵਾਰ ਸਮੇਤ ਮਿਹਨਤ ਕਰਦਾ ਹੈ। ਔਰ ਮੈਨੂੰ ਉਹਦੀ ਚੰਗੀ ਗੱਲ ਲੱਗਦੀ ਹੈ ਕਿ ਉਹ ਇੰਨਾ ਮਿਹਨਤੀ ਹੈ ਮੁੰਡਾ, ਔਰ ਥੀਏਟਰ ਕਰਦਾ ਵਾ ਸਿਰਫ, ਪਰ ਉਹ ਮੁੰਡਾ ਮਰੂ ਕਦੀ ਨਹੀਂ ਕਰਦਾ। ਉਹ ਕਦੀ ਰੋਂਦਾ ਨਹੀਂ ਹੈ, ਉਹ ਕਦੀ ਰੋਂਦਾ ਨਹੀਂ ਹੈ ਕਿ ਹਾਏ ਅਸੀਂ ਮਰ ਗਏ, ਲੁੱਟੇ ਗਏ, ਸਾਨੂੰ ਇਹ ਹੋ ਗਿਆ, ਥੀਏਟਰ ਨੇ ਕੁਝ ਨਹੀਂ ਦਿੱਤਾ। ਉਹ ਥੀਏਟਰ ਕਰਦਾ ਵਾ, ਔਰ ਉਹ ਗਰੀਬੀ ਦਾਅਵੇ ਤੋਂ ਵੀ ਬਿਹਤਰੀਨ ਕਹਿ ਲੋ ਕਿ ਹਰ ਹਾਲ ਵਿੱਚ ਉਹ ਥੀਏਟਰ ਕਰਦਾ ਵਾ ਮੁੰਡਾ। ਔਰ ਕਮਾਲ, ਮੈਂ ਉਦੋਂ ਮਹਿਸੂਸ ਕੀਤਾ ਕਿ ਸ਼ਾਇਦ ਬਹੁਤ ਘੱਟ ਲੋਕ ਨੇ ਜਿਹੜੇ, ਕਿ ਮੈਂ ਪਿਛਲੇ 7 ਸਾਲ ਤੋਂ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਪ੍ਰਧਾਨ ਆ, ਕਿ ਰਣਜੀਤ ਗਮਨੂ ਮੇਰੇ ਕੋ ਕਦੀ ਮੰਗਣ ਹੀ ਨਹੀਂ ਆਇਆ ਕਿ ਸਰ ਮੈਨੂੰ ਕਦੀ ਇਹ ਸ਼ੋਅ ਦੇ ਦਿਓ ਮੇਰੇ ਕੋ, ਹਾਲੇ ਕਿ ਉਹ ਨੀਡੀ ਹੈ, ਉਹ ਸਾਰਾ ਕੁਝ ਦੇਖਿਆ, ਪਰ ਉਹਨੂੰ ਕਦੀ ਲੋੜ ਵੀ ਨਹੀਂ ਮਹਿਸੂਸ ਹੋਈ। ਉਹ ਕਹਿੰਦਾ ਮੈਨੂੰ ਸਪਾਂਸਰਸ਼ਿਪ, ਮੈਂ ਸ਼ੋਜ਼ ਜਾਨਾ ਪਿੰਡਾਂ ਵਿੱਚ, ਸ਼ਹਿਰਾਂ 'ਚ, ਤੇ ਕਹਿੰਦਾ ਮੈਂ ਵਿਆਹਾਂ 'ਚ ਵੀ ਨਾਟਕ ਕਰ ਆਉਣਾ ਵਾ। ਯਾਨੀ ਕਿਆ ਬਾਤ ਹੈ। ਵੇਖੋ ਅਲੱਗ ਤਰ੍ਹਾਂ ਉਹਨੇ ਇੱਕ ਇਹ ਵੀ ਇੱਕ ਟ੍ਰੈਂਡ ਸ਼ੁਰੂ ਕੀਤਾ
ਜਿਵੇਂ ਅਸੀਂ ਹੁਣ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਕਿ ਜਦੋਂ ਗੁਰਦੁਆਰਿਆਂ ਦੇ ਵਿੱਚ ਨਾਟਕ ਹੁੰਦੇ ਨੇ, ਬਹੁਤ ਵਾਰੀ ਹਰ ਮੇਲੇ ਜਿਹੜੇ ਆ ਵੀ ਮੇਲਿਆਂ 'ਚ ਨਾਟਕ ਹੁੰਦੇ, ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੋਈ ਗੁਰੂ ਸਾਹਿਬਾਨ ਦੀ ਸ਼ਤਾਬਦੀ ਮਨਾਈ ਜਾਂਦੀ, ਗੁਰਪੁਰਬ ਮਨਾਏ ਜਾਂਦੇ ਆ, ਔਰ ਉਸ ਹਰ ਕਿਸੇ ਨਾ ਕਿਸੇ ਗੁਰਦੁਆਰੇ ਵਿੱਚ ਸਾਲ ਦਾ ਇੱਕ ਮੇਲਾ ਜ਼ਰੂਰ ਮਨਾਇਆ ਜਾਂਦਾ, ਉੱਥੇ ਧਾਰਮਿਕ ਨਾਟਕ ਹੁੰਦੇ। ਕਿਉਂਕਿ ਮੇਰਾ ਬੜਾ ਪਰਸਨਲ ਐਕਸਪੀਰੀਅੰਸ ਹੈ, ਮੈਂ ਕਈ ਅਜਿਹੇ ਗੁਰਦੁਆਰੇ ਨੇ ਜਿੱਥੇ ਲਗਭਗ ਪਿਛਲੇ 20-25 ਸਾਲ ਤੋਂ ਹਰ ਸਾਲ ਜਾਂਦਾ, ਔਰ ਹੁਣ ਉਹ ਕਦੀ ਕੋਈ ਇਹ ਨਹੀਂ ਕਹਿੰਦੇ ਵੀ ਤੁਸੀਂ ਗੁਰੂ ਸਾਹਿਬਾਨ ਬਾਰੇ ਹੀ ਨਾਟਕ ਕਰੋ, ਉਹ ਕਹਿੰਦੇ ਕੋਈ ਸੋਸ਼ਲ ਇਸ਼ੂ ਤੇ ਨਾਟਕ ਕਰ ਦਿਓ, ਨਸ਼ਿਆਂ ਬਾਰੇ ਕਰ ਦਿਓ, ਭਰੂਣ ਹੱਤਿਆ ਬਾਰੇ ਕਰ ਦਿਓ। ਸੋ ਇਹ ਇੱਕ ਥੀਏਟਰ ਦੀ ਜਿਹੜੀ ਕੰਟਰੀਬਿਊਸ਼ਨ ਹੈ ਕਿ ਤੁਸੀਂ ਇਹ ਉਹ ਹੁਣ ਗਮਨੂ ਦੇ, ਇਹ ਗੱਲ ਮੈਨੂੰ ਤਾਂ ਯਾਦ ਆਈ ਕਿ ਗਮਨੂ ਵਿਆਹਾਂ ਸ਼ਾਦੀਆਂ ਉੱਤੇ ਵੀ ਇਸ ਤਰ੍ਹਾਂ ਨਾਟਕ ਕਰਦਾ ਹੈ ਨਾ, ਕਿ ਉਹਦੇ ਵਿੱਚ ਉਹ ਸੰਦੇਸ਼ ਵੀ ਦੇ ਆਉਂਦਾ ਵਾ ਕਿ ਦਾਜ ਲੈਣਾ, ਦਾਜ ਦੇਣਾ ਇਹ ਬੁਰੀ ਗੱਲ ਹੈ। ਉਹ ਇਸ ਤਰ੍ਹਾਂ ਦੇ ਨਾਟਕ ਵੀ ਵਿਆਹਾਂ ਦੇ ਵਿੱਚ ਕਰਦਾ ਹੈ ਔਰ ਲੋਕ ਲਾਈਕ ਕਰਦੇ, ਉਹਨੂੰ ਪੈਸੇ ਵੀ ਦਿੰਦੇ ਨੇ। ਇਹ ਇੱਕ ਅਲੱਗ ਤਰ੍ਹਾਂ ਦਾ ਟ੍ਰੈਂਡ ਹੈ ਪੰਜਾਬ ਦੇ ਵਿੱਚ ਜਿਹੜਾ, ਔਰ ਮੈਂ ਸਮਝਦਾ ਜਦੋਂ ਇਹ ਸੋਸ਼ਲ ਚੇਂਜ ਦੀ ਗੱਲ ਕਰਦੇ ਆ, ਸਮਾਜਿਕ ਵਰਤਾਰੇ ਦੇ ਵਿੱਚ ਕਿੱਦਾਂ ਚੇਂਜ ਆਉਂਦੀ ਹੈ, ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀ ਮੈਂ ਐਗਜ਼ਾਮਪਲ ਦੇ ਰਿਹਾ, ਇਹ ਉਸ ਚੇਂਜ ਦਾ ਹਿੱਸਾ ਬਣਦੀਆਂ ਤਾਂ ਹੈ ਨਹੀਂ, ਕਿਤੇ ਨਾ ਕਿਤੇ ਥੋੜੇ ਬਹੁਤੇ ਲੋਕ ਜਾਗਰੂਕਤਾ ਹੁੰਦੇ ਹੀ ਹੈ ਕਿ ਹਾਂ ਸਾਨੂੰ ਇਹਨਾਂ ਨਾਟਕਾਂ ਦੀ ਲੋੜ ਹੈ ਇਦਾਂ ਦੀ। ਮੈਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੀ ਕੁਝ ਜਾਣਨਾ ਚਾਹੁੰਦਾ ਕਿ ਤੁਸੀਂ ਜਿੱਥੇ ਥੀਏਟਰ ਕਰਦੇ ਹੋ ਸਰੀ ਵੈਨਕੂਵਰ ਦੇ ਵਿੱਚ ਆਲਰੇਡੀ, ਕਿਉਂਕਿ ਅਜਮੇਰ ਰੋਡੇ ਹੋਰਾਂ ਨੇ ਉੱਥੇ ਬਹੁਤ ਕੰਮ ਕੀਤਾ, ਸੁਰਜੀਤ ਕਲਸੀ ਹੋਰਾਂ ਨੇ ਬਹੁਤ ਕੰਮ ਕੀਤਾ, ਸਾਧੂ ਬਿਨਿੰਗ ਹੋਰਾਂ ਨੇ ਕੰਮ ਕੀਤਾ, ਸੁਖਵੰਤ ਧੁੰਦਲ ਹੋਰਾਂ ਨੇ ਉੱਥੇ ਬਹੁਤ, ਅਮਰਪਾਲ ਸਾਰਾ ਹੋਰਾਂ ਨੇ ਉੱਥੇ ਕੰਮ ਕੀਤਾ। ਉਹਨਾਂ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸੀਗੇ, ਬਹੁਤ ਸਾਰੀਆਂ ਕੁੜੀਆਂ ਸੀ ਜਿਨ੍ਹਾਂ ਨੇ ਉੱਥੇ ਕੰਮ ਕੀਤਾ, ਉਹਨਾਂ ਨਾਟਕ ਲਿਖੇ, ਦੋ ਜਾਣਿਆਂ ਨੇ ਮਿਲ ਕੇ ਨਾਟਕ ਲਿਖੇ, ਔਰ ਉਹਨਾਂ ਦੀ ਬੜੇ ਸਾਲ ਲਗਾਤਾਰ ਉਹ ਜਾਂਦੇ ਰਹੇ, ਨਾਟਕ ਯਾਨੀ ਕਿ ਕਰਦੇ ਰਹੇ, ਉਹਨਾਂ ਦੀ ਕਿਤਾਬਾਂ ਛਪੀਆਂ, ਉਹਨਾਂ ਦੇ ਨਾਟਕ ਆਏ। ਅਜਮੇਰ ਅਜਮੇਰ ਸਿੱਧੂ ਹੋਰਾਂ ਦੇ ਨਾਟਕ ਤਾਂ ਬਹੁਤ, ਅਜਮੇਰ ਰੋਡੇ ਹੋਰਾਂ ਦੇ ਨਾਟਕ ਤਾਂ ਬਹੁਤ, ਜਿਹੜੇ ਕਿ ਕਹਿਣ ਵੱਡੇ ਨਾਟਕ, ਸੁਰਜੀਤ ਕਲਸੀ ਹੋਰਾਂ ਦੇ ਨਾਟਕ ਇਧਰਲੇ ਪਾਸੇ ਸਿਲੇਬਸ ਵਿੱਚ ਵੀ ਲੱਗਦੇ ਰਹੇ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਹੁਣ ਇਹ ਤੁਹਾਡੇ ਉਸ ਸ਼ਹਿਰ ਦੀ ਜਿਹੜੀ ਇਹ ਵੱਡੀ ਇੱਕ ਪਰੰਪਰਾ ਸੀ ਥੀਏਟਰ ਦੀ, ਉਹਦਾ ਕੀ ਹਾਲ ਚਾਲ ਹੈ, ਜਰਾ ਉਹਦਾ ਹਾਲ ਚਾਲ ਸੁਣਾਓ ਸਾਨੂੰ। ਇੱਥੇ ਬਹੁਤਾ ਵਧੀਆ ਨਹੀਂ ਹਾਲ ਚਾਲ। ਜਿਹੜੀ ਪਹਿਲਾਂ ਇੱਕ ਕਹਿ ਲਓ, ਜਿਹੜੀ ਜਦੋਂ ਤੁਸੀਂ ਇੱਥੇ ਆਏ, ਭਾਜੀ ਗੁਰਸ਼ਰਨ ਸਿੰਘ ਹੁਣੀ ਆਏ ਪਹਿਲੇ ਸਮੇਂ, ਅਸੀਂ 1983 ਚ ਆਏ ਸੀਗੇ। ਹਾਂਜੀ, 1983 ਚ। ਹਾਂ, ਉਹਦੇ ਤੋਂ ਬਾਅਦ ਉਸ ਵੇਲੇ ਵੀ ਇਹ ਤੁਸੀਂ ਨਾਂ ਲਏ, ਸਾਧੂ ਬਨਿੰਗ, ਸੁਖਵੰਤ ਧੁੰਦਲ, ਅਜਮੇਰ ਰੋਡੇ, ਇਹ ਸਾਰੇ ਜਿਹੜੇ ਲੋਕ ਸੀਗੇ ਨਾਟਕ ਕਰ ਰਹੇ ਸੀ। ਇਹਨਾਂ ਦਾ ਇਹ ਸੱਚ ਉਹ ਪੀੜ੍ਹੀ ਸੀਗੀ ਜਦੋਂ ਇੱਥੇ ਕੁਝ ਵੀ ਨਹੀਂ ਸੀ, ਮਤਲਬ ਕੋਈ ਪੰਜਾਬੀ ਰੇਸਿਜ਼ਮ ਸੀਗਾ, ਇਹਨਾਂ ਨੂੰ ਕੋਈ ਵੀ ਜਾਂਦਾ ਗਾਲ ਵੀ ਕੱਢ ਜਾਂਦਾ ਸੀ। ਇਹਨਾਂ ਨੇ ਉਸ ਜ਼ਮਾਨੇ ਦੇ ਵਿੱਚ ਉਹ ਨਾਟਕ ਸ਼ੁਰੂ ਕੀਤੇ, ਬਿਲਕੁਲ ਮੁੱਢਲੇ ਪੜਾਅ ਦੇ ਉੱਤੇ ਸੀ। ਇਹਨਾਂ ਦਾ ਆਪਣਾ ਨਾਟਕ ਦਾ ਕੋਈ ਤਜਰਬਾ ਵੀ ਨਹੀਂ ਸੀ। ਇਹ ਸਿਰਫ ਤੇ ਸਿਰਫ ਵੀ ਇਕੱਠੇ ਹੋ ਕੇ ਇੱਕ ਪ੍ਰੋਗਰੈਸਿਵ ਗੱਲ ਕਰਨੀ ਆ, ਉਸ ਮਕਸਦ ਦੇ ਨਾਲ ਇਹਨਾਂ ਨੇ ਜਿਹੜੇ ਨਾਟਕ ਸ਼ੁਰੂ ਕੀਤੇ। ਬਾਅਦ ਦੇ ਵਿੱਚ ਇੱਥੇ ਜਿਹੜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਸਭ ਤੋਂ ਇੱਕ ਚੰਗੀ ਯੂਨੀਵਰਸਿਟੀ ਮੰਨੀ ਜਾਂਦੀ ਆ, ਉਹਦੇ ਵਿੱਚ ਸਾਧੂ ਬਨਿੰਗ ਹੁਣੀ ਪ੍ਰੋਫੈਸਰ ਰਹੇ, ਸੁਖਵੰਤ ਧੁੰਦਲ ਹੁਣੀ ਹੁਣ ਰਿਟਾਇਰ ਹੋਏ ਨੇ। ਇਹਨਾਂ ਨੇ ਉਹ ਸਾਰਾ ਕੁਝ ਸਥਾਪਿਤ ਕੀਤਾ। ਪਰ ਉਹਦੇ ਤੋਂ ਬਾਅਦ ਜਦੋਂ ਕਹਿ ਲਓ 84, 85 ਜਾਂ ਇੱਥੇ ਜਾ ਕੇ ਫਿਰ ਜਦੋਂ ਇੱਕ ਜਿਹੜਾ ਦੁਖਾਂਤ ਪੰਜਾਬ ਦੇ ਵਿੱਚ ਵਾਪਰਦਾ ਸ਼ੁਰੂ ਹੁੰਦਾ, ਉਹਦੇ ਤੋਂ ਬਾਅਦ ਇਹ ਸਾਰਾ ਕੁਝ ਲਗਭਗ ਬੰਦ ਹੋ ਜਾਂਦਾ। ਮਤਲਬ ਅਜਮੇਰ ਰੋਡੇ, ਸੁਖਵੰਤ ਧੁੰਦਲ, ਸਾਧੂ ਬਨਿੰਗ ਹੋਣਾ ਤੋਂ ਬਾਅਦ ਇੱਕ ਬਹੁਤ ਲੰਬਾ ਗੈਪ ਆ 15-20 ਸਾਲ ਦਾ, ਜਿਹਦੇ ਵਿੱਚ ਕੋਈ ਬਹੁਤੀਆਂ ਐਕਟੀਵਿਟੀਜ਼ ਨਹੀਂ ਹੁੰਦੀਆਂ। ਉਹਦੇ ਤੋਂ ਬਾਅਦ ਫਿਰ ਜਾ ਕੇ ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਉਹ ਹੋਂਦ ਦੇ ਵਿੱਚ ਆਉਂਦੀ ਆ, ਜਿਸ ਸਟੇਜ ਦੇ ਉੱਤੇ ਜਾ ਕੇ ਫਿਰ ਥੋੜੇ ਜਿਹੇ ਨਾਟਕ ਦੁਬਾਰਾ ਸ਼ੁਰੂ ਹੁੰਦੇ ਆ, ਜਿਹਦੇ ਵਿੱਚ ਪਰਮਿੰਦਰ ਸਵੈਚ, ਇੱਥੇ ਗੁਰਦੀਪ ਭੁੱਲਰ, ਇਹ ਇੱਕ ਗਰੁੱਪ ਜਿਹੜੇ ਆ ਬਾਅਦ ਦੇ ਵਿੱਚ ਜਾ ਕੇ ਸ਼ੁਰੂ ਹੁੰਦੇ। ਇੱਕ ਬਹੁਤ ਵੱਡਾ ਗੈਪ ਆ ਇਹਦੇ ਵਿੱਚ ਕਿ ਉਹ ਪੀੜ੍ਹੀ ਪਤਾ ਨਹੀਂ ਕਿਉਂ ਅੱਗੇ ਨਹੀਂ, ਹੁਣ ਮਤਲਬ ਲਗਭਗ ਫਿਰ ਉਸੇ ਸਟੇਜ ਤੋਂ ਨਾਟਕ ਸ਼ੁਰੂ ਹੋਏ ਨੇ। ਹੁਣ ਨਾਟਕ ਹੋ ਰਹੇ ਨੇ, ਚੰਗੇ ਨਾਟਕ ਹੋ ਰਹੇ ਆ ਇੱਥੇ, ਪਰ ਇਹਦੇ ਵਿੱਚ ਵਿਚਾਲੇ ਫਿਰ ਜਿਹੜੇ ਕਮਰਸ਼ੀਅਲ ਕਹਿ ਲਓ, ਜਿਹੜੇ ਉਹ ਹਸਾਉਣ ਵਾਲੇ ਨਾਟਕ ਸੀ, ਉਹ ਜ਼ਿਆਦਾ ਹੋਣ ਲੱਗ ਪੈਂਦੇ ਆ। ਇੱਕ ਗਰੁੱਪ ਪੰਜਾਬ ਤੋਂ ਆਉਂਦਾ, ਉਹ ਕਿਸੇ ਲੀਡਰਾਂ ਦੇ ਤਵਾ ਲਾਉਂਦਾ, ਮੋਟੇ ਮੋਟੇ ਹਾਲ ਚੋਂ ਪੈਸੇ ਲੈਂਦਾ ਤੇ ਉਹ ਚਲਿਆ ਜਾਂਦਾ। ਜਿਹੜਾ ਸੀਰੀਅਸ ਥੀਏਟਰ ਸੀਗਾ ਉਹ ਡਿਵੈਲਪ ਨਹੀਂ ਹੋਇਆ ਇੱਥੇ ਉਹਨਾਂ।
ਹੁਣ ਵੀ ਅੱਜ ਦੇ ਸਮੇਂ ਵਿੱਚ ਵੀ ਸਾਲ ਦੇ ਵਿੱਚ ਇੱਥੇ ਬਹੁਤ ਵੱਡਾ ਸ਼ਹਿਰ ਆ, 2 ਵੱਡੇ ਨਾਟਕ ਹੁੰਦੇ ਜਾਂ ਇੱਕ ਨਾਟਕ, 1 ਜਾਂ 2 ਨਾਟਕ ਜਿਹੜਾ ਵੱਡੇ ਹਾਲ ਦੇ ਵਿੱਚ। ਉਹ ਫਿਰ ਉਹਦਾ ਹਾਲ ਦਾ ਖਰਚਾ, ਸਭ ਤੋਂ ਵੱਡੀ ਗੱਲ ਜਿਹੜੀ ਬਾਹਰ ਦੀ ਸਮੱਸਿਆ ਹੈਗੀ ਆ ਕਿ ਰਿਹਰਸਲ ਲਈ ਸਮਾਂ ਹੈ ਨਹੀਂ, ਸਾਰੇ ਹਰ ਇੱਕ ਬੰਦਾ ਇੱਕ ਦੌੜ ਦੇ ਵਿੱਚ ਆ, ਉਹ ਦੌੜਨੀ ਪੈ ਰਹੀ ਆ, ਉਹਦੇ ਤੋਂ ਬਿਨਾਂ ਉਹਦਾ ਸਰਨਾ ਨਹੀਂ। ਉਹ ਜਿਹੜਾ ਸਮਾਂ ਨਹੀਂ ਨਾ, ਉਹ ਜਿਹੜਾ ਫਿਰ ਪ੍ਰੋਬਲਮ, ਅਸੀਂ ਜਿਹੜੇ ਮੈਂ ਨਾਟਕ ਕਰਦਾ ਜਾਂ ਮੈਂ ਪਰਮਿੰਦਰ ਸਵੈਚ ਉਹਨਾਂ ਦੇ ਨਾਲ, ਜਿਹਨਾਂ ਦਾ ਪ੍ਰੋਗਰੈਸਿਵ ਆਰਟਸ ਗਰੁੱਪ, ਆਰਟਸ ਕਲੱਬ ਆ ਇੱਥੇ, ਉਹਨਾਂ ਨੇ ਇੰਨਾ ਇਕੱਠਾ ਕੀਤਾ, ਇੱਕ ਬਹੁਤ ਵੱਡਾ ਹਾਲ ਉਹਨਾਂ ਨੇ ਆਪਣਾ ਖਰੀਦਿਆ ਜਿਹਦੇ ਵਿੱਚ ਰਿਹਰਸਲ ਕਰਦੇ ਆ। ਜਿਹੜੇ ਪੁਰਾਣੇ ਆਏ ਆ, 70s ਦੇ ਲੋਕ ਆਏ ਆ ਇੱਥੇ, ਉਹਦੇ ਵਿੱਚ ਬਕਾਇਦਾ ਜਿੱਦਾਂ ਦੇ ਵੀ ਨਾਟਕ ਹੁੰਦੇ ਆ, ਫਿਰ ਉਹ ਸਾਲ ਦੇ ਵਿੱਚ ਇੱਕ ਫੰਕਸ਼ਨ ਕਰਦੇ ਆ, ਉਹਦੇ ਵਿੱਚ ਨਾਟਕ ਕਰਦੇ ਆ। ਮੈਂ ਜਿਹੜਾ ਇੱਥੇ ਫਿਰ ਆ ਕੇ ਮੈਨੂੰ ਲੱਗਿਆ ਕਿ ਮੈਂ ਕੀ ਕਰ ਸਕਦਾ, ਉਹ ਮਤਲਬ ਉਹ ਜਿਹੜਾ ਨਾਟਕ ਆ ਬਹੁਤ ਮੁੱਢਲੀ ਸਟੇਜ ਤੇ ਆ। ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਥੀਏਟਰ ਹੁੰਦਾ, ਲੁਧਿਆਣੇ ਦੇ ਵਿੱਚ ਹੁੰਦਾ, ਚੰਡੀਗੜ੍ਹ ਦੇ ਵਿੱਚ ਹੁੰਦਾ, ਉਸ ਪੱਧਰ ਦਾ ਥੀਏਟਰ ਨਹੀਂ ਆ ਉਹ ਬਹੁਤ ਪਹਿਲਾਂ ਵਾਲਾ, ਮਤਲਬ ਸਧਾਰਨ ਜੇ ਕਰਕੇ ਉਹ ਜਿੰਨਾ ਕਰ ਸਕਦੇ ਆ। ਮੈਂ ਕੀ ਕਰਦਾ ਹੁਣ, ਸਿਰਫ ਇੱਕ ਅਸੀਂ ਹਾਲ ਰੈਂਟ ਕਰਦੇ ਹਾਂ ਜਿਹਦੇ ਵਿੱਚ 100 ਦੀ ਕਪੈਸਿਟੀ ਹੁੰਦੀ ਹੈ, ਸਿਰਫ 100 ਬੰਦਾ ਬੈਠ ਸਕਦਾ। ਓਕੇ, ਉਹਦੇ ਵਿੱਚ ਮਤਲਬ ਉਹਨੂੰ ਬਲੈਕ ਬਾਕਸ ਕਨਸੈਪਟ ਕਹਿ ਲਓ, ਥੋੜਾ ਜੇ ਲੋਕ, ਉਹਦੇ 2-3 ਸ਼ੋਅ ਅਸੀਂ ਕਰ ਲੈਂਦੇ ਹਾਂ। 2-3 ਨਾਟਕ ਏਦਾਂ ਕੀਤੇ ਇੱਥੇ ਉਸ ਸ਼ੈਲੀ ਦੇ ਵਿੱਚ। ਮਤਲਬ 2-3 ਤਰ੍ਹਾਂ ਦਾ ਥੀਏਟਰ ਜਿਹੜਾ ਇੱਥੇ ਉਹ ਵੱਖ-ਵੱਖ ਤਰ੍ਹਾਂ ਦਾ ਹੋ ਰਿਹਾ। ਇੱਕ ਤਾਂ ਸਾਲ ਦੇ ਵਿੱਚ 1 ਜਾਂ 2 ਵੱਡੇ ਨਾਟਕ, ਜਿਵੇਂ ਅਜਮੇਰ ਰੋਡੇ ਉਹਨਾਂ ਦਾ ਮੈਲੇ ਹੱਥ ਨਾਟਕ ਆ, ਉਹ ਗੁਰਦੀਪ ਭੁੱਲਰ ਨੇ ਡਾਇਰੈਕਟ ਕੀਤਾ, ਉਹਨਾਂ ਨੇ ਖੇਡਿਆ, ਚੰਗਾ ਪਲੇ ਸੀ। ਫਿਰ ਪੀਟਰ ਕੈਨੇਡੀਅਨ ਆਪ ਹੀ ਲਿਖ ਕੇ ਉਹਨਾਂ ਨੇ ਖੇਡਿਆ, ਉਹ ਵੀ ਚੰਗਾ ਨਾਟਕ ਸੀ। ਅਸੀਂ ਇੱਥੇ ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਫਿਰ ਪਿਆਸਾ ਕਾਂ, ਇਹ ਨਾਟਕ ਖੇਡੇ। ਇਹ ਇੱਕ ਵੱਖਰੀ ਤਰ੍ਹਾਂ ਦੇ ਨਾਟਕ ਸੀ, ਥੋੜੀ ਆਡੀਅנס ਵਾਲੇ ਨਾਟਕ ਆ ਜਿੱਥੇ ਥੋੜੇ ਹੈਗੇ ਆ। ਇੱਥੇ ਸਮੱਸਿਆ ਇੱਕ ਹੀ ਆ ਵੀ ਮੈਂ ਜਿਹੜਾ ਘੰਟਾ ਵੀ ਜਾਂ ਤਾਂ ਸੌਂ ਰਿਹਾ ਬੰਦਾ ਇੱਥੇ, ਜਾਂ ਫਿਰ ਉਹਨੂੰ ਲੱਗਦਾ ਵੀ ਮੈਂ ਇਹਦੇ ਵਿੱਚ $20 $30 1 ਘੰਟੇ ਦੇ ਮੈਨੂੰ ਮਿਲ ਰਹੇ ਆ, ਮੈਂ ਉਹ ਕਮਾ ਲਵਾਂ। ਜੇ ਸ਼ਾਇਦ ਇੰਡੀਆ ਦੇ ਵਿੱਚ ਵੀ, ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਏਦਾਂ ਦੀ ਫੈਕਟਰੀ ਲੱਗੀ ਹੋਵੇ ਜਿੱਥੇ $2000 1 ਘੰਟੇ ਦਾ ਮਿਲਦਾ ਹੋਵੇ, ਤਾਂ ਸ਼ਾਇਦ ਨਾਟਕ ਕਰਨ ਵਾਲੇ ਬਹੁਤ ਥੋੜੇ ਰਹਿ ਜਾਣ, ਜਾਂ ਇਹਦੀਆਂ ਗੱਲਾਂ ਕਰਨ ਵਾਲੇ ਵੀ, ਜਿੰਨੇ ਲੋਕ ਇਸ ਵੇਲੇ ਵੀ ਅਸੀਂ ਗੱਲ ਕਰ ਰਹੇ ਹਾਂ, ਉਹਦੀ ਕੋਸ਼ਿਸ਼ ਇਹੀ ਹੁੰਦੀ ਵੀ ਜੇ ਘਰ 'ਚ ਬੇਬੇ ਬਾਪੂ ਕੋਈ ਵੀ ਬੈਠਾ, ਇਹਨੂੰ ਫੈਕਟਰੀ ਭੇਜੋ, 2 ਜਣੇ ਜਾਣਗੇ, $4000 ਲੈ ਕੇ ਆਉਣਗੇ ਫੈਕਟਰੀ ਚੋਂ, 10 ਘੰਟੇ ਲਾਉਣਗੇ, $40000 ਬਣ ਜਾਂਦਾ, 4 ਦਿਨਾਂ ਦੇ ਵਿੱਚ ਗੱਡੀ ਆ ਜਾਂਦੀ ਹੈ। ਉਹ ਜਿਹੜਾ ਨਾ ਪੈਸਾ ਕਮਾਉਣ ਦਾ ਇੱਕ ਚੱਕਰ ਆ, ਉਹ ਕਿਤੇ ਖਤਮ ਨਹੀਂ ਹੋ ਰਿਹਾ, ਰਾਤ ਦਿਨ ਉਹਦੇ ਵਿੱਚੋਂ ਫਿਰ ਨਾਟਕ ਕਰਨ ਵਾਲਾ ਕੋਈ ਬਹੁਤ, ਜਾਂ ਤਾਂ ਰਿਟਾਇਰ ਹੋ ਚੁੱਕਾ ਆ, ਜਾਂ ਉਹਦੇ 'ਚ ਸੱਚਮੁੱਚ ਹੀ ਕੋਈ ਬਹੁਤ ਵੱਡੇ ਬਹੁਤ ਅੱਛੇ ਆਰਟਿਸਟ ਨੇ ਇੱਥੇ। ਪੰਜਾਬ ਤੋਂ ਬਹੁਤ ਜਿਹੜੇ ਵਧੀਆ ਬੰਦੇ ਸੀ ਉਹ ਇੱਥੇ ਆਏ, ਪਰ ਇਸ ਹਾਲਾਤ ਦੇ ਵਿੱਚ ਉਹ ਥੀਏਟਰ ਉਸ ਤਰ੍ਹਾਂ ਡਿਵੈਲਪ ਨਹੀਂ ਹੁੰਦਾ। ਇੱਥੇ ਜਿਹੜਾ ਦੂਜਾ ਮੇਨ ਸਟ੍ਰੀਮ ਥੀਏਟਰ, ਇਹ ਨਹੀਂ ਕਿ ਇੱਥੇ ਥੀਏਟਰ ਨਹੀਂ ਹੁੰਦਾ, ਪ੍ਰੋਫੈਸ਼ਨਲ ਥੀਏਟਰ ਹੁੰਦਾ। ਇੱਕ ਡਾਕਟਰ ਜਿੰਨੇ ਪੈਸੇ ਇੱਥੇ, ਜਿਹੜਾ ਇੱਕ ਐਕਟਰ ਆ ਥੀਏਟਰ ਦਾ, ਉਹ ਕਮਾ ਰਿਹਾ ਹੈ, ਪਰ ਉਹਦੇ ਲਈ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਲੋੜ ਆ। ਜੇ ਤੁਸੀਂ ਟ੍ਰੇਨਡ ਆ, ਇੱਥੇ ਦੀ ਪੜ੍ਹਾਈ ਚਾਹੀਦੀ ਹੈ ਕੈਨੇਡਾ ਦੀ, ਫਿਰ ਇੱਥੇ ਦੀ ਲੈਂਗੁਏਜ ਦੇ ਵਿੱਚ ਤੁਸੀਂ ਉਹਦਾ ਥੀਏਟਰ ਕਰਦੇ ਆ, ਫਿਰ ਬਹੁਤ ਪੈਸੇ, ਉਹ ਅਸੀਂ ਅਫੋਰਡ ਨਹੀਂ ਕਰਦੇ, ਨਾ ਸਾਡੀ ਉਨੀ ਸਮਝ ਆ, ਨਾ ਅਸੀਂ ਉੱਥੇ ਜਾ ਸਕਦੇ ਹਾਂ। ਉਹਦੇ ਪੈਰਲਲ ਇੱਕ ਹੋਰ ਕੰਮ ਕਰਕੇ ਨਾਲ ਥੀਏਟਰ ਖੜਾ ਕਰਨਾ, ਉਹ ਕਾਫੀ ਮੁਸ਼ਕਲ ਆ। ਟੋਰਾਂਟੋ ਵਾਲੇ ਪਾਸੇ ਉਹ ਹੀਰਾ ਰੰਧਾਵਾ, ਜਿਹੜੇ ਸਰਬਜੀਤ ਅਰੋੜਾ, ਉਹ ਚੰਗਾ ਫਿਰ ਵੀ ਕਿਸੇ ਤਰ੍ਹਾਂ ਮੈਨੇਜ ਕਰ ਰਹੇ ਆ। ਉਧਰ ਸਰੀ ਵਾਲੇ ਪਾਸੇ ਸਾਲ ਦੇ ਵਿੱਚ 1-2 ਵੱਡੇ ਪਲੇ, ਇੰਨਾ ਕੀ ਹੁੰਦਾ। ਜਸਕਰਨ, ਜਿਸ ਤਰ੍ਹਾਂ ਤੁਸੀਂ ਬੜਾ ਇਮਾਨਦਾਰੀ ਨਾਲ ਬੜੀਆਂ ਖੂਬਸੂਰਤ ਗੱਲਾਂ ਦੱਸ ਰਹੇ ਹੋ, ਔਰ ਉੱਥੋਂ ਦੀ ਸਿਚੁਏਸ਼ਨ ਫਾਈਨੈਂਸ਼ੀਅਲੀ ਔਰ ਪ੍ਰੈਕਟੀਕੈਲਿਟੀ ਜਿਹੜੀ ਹੈ ਥੀਏਟਰ ਦੀ, ਜਿਹੜੀ ਉਹਦੇ ਬਾਰੇ ਗੱਲ ਕਰ ਰਹੇ ਹੋ, ਇਹ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਜਿਹੜਾ ਕਮਰਸ਼ੀਅਲ ਥੀਏਟਰ ਜਾਂ ਟ੍ਰੇਨਿੰਗ ਵਾਲਾ ਜਿਹੜਾ ਥੀਏਟਰ ਹੈ, ਜਦੋਂ ਲੋਕ ਟ੍ਰੇਨਿੰਗ ਲੈ ਕੇ ਥੀਏਟਰ ਕਰਦੇ ਆ, ਜਿਹੜਾ ਕੈਨੇਡੀਅਨ ਕਹਿ ਲਓ ਕਿ ਕੈਨੇਡਾ ਦੀ ਜਿਹੜੇ ਉਧਰਲੇ ਗੋਰੇ ਜਿਹੜੇ ਟ੍ਰੇਨਿੰਗ ਲੈਂਦੇ ਆ, ਉਹ ਲੋਕ ਵੀ ਤਾਂ ਥੀਏਟਰ ਕਰਦੇ ਆ। ਕੋਈ ਉਹ ਕਮਰਸ਼ੀਅਲ ਥੀਏਟਰ, ਉਹ ਮੇਰੇ ਖਿਆਲ ਉਹ ਤਾਂ ਹੁੰਦਾ ਵਾ ਲਗਾਤਾਰ, ਉਹਦੇ ਵਿੱਚ ਇਹੋ ਜਿਹੀਆਂ ਕਹਿ ਲਓ ਕਿ ਰਿਪੈਟਰੀਜ਼ ਜਾਂ ਏਜੰਸੀਆਂ ਹੁੰਦੀਆਂ ਨੇ, ਉਹ ਕੰਪਨੀਆਂ ਹੁੰਦੀਆਂ ਨੇ ਜਿਹੜੇ ਕਿ ਐਕਟਰਸ ਨੂੰ, ਟੈਕਨੀਸ਼ੀਅਨਸ ਨੂੰ ਫੁੱਲ ਪੇਮੈਂਟ, ਕਾਫੀ ਵੱਡੀ ਪੇਮੈਂਟ ਦਿੰਦੇ ਨੇ, ਤੇ ਉਹ ਥੀਏਟਰ ਉਹਨਾਂ ਦਾ ਲਗਾਤਾਰ ਚੱਲਦਾ। ਉਹ ਇੱਕ ਹੈ ਨਾ ਉਹ ਪੱਖ ਤਾਂ। ਜੀ ਬਿਲਕੁਲ, ਉਹ ਤਾਂ ਬਹੁਤ ਇੱਥੇ ਮਤਲਬ ਉਹ ਉਸ ਕਿਸਮ ਦਾ ਥੀਏਟਰ ਤਾਂ ਕਈ ਵਾਰੀ ਅਸੀਂ ਦੇਖਦੇ ਵੀ ਨਹੀਂ। $40-50 ਦੀ ਟਿਕਟ ਹੁੰਦੀ ਹੈ, $20 ਦੀ ਪਾਰਕਿੰਗ ਲੱਗ ਜਾਂਦੀ ਆ, ਬੰਦਾ ਨਹੀਂ ਦੇਖਦਾ ਉਹਨੂੰ, ਪਰ ਉਹ ਹੋ ਰਿਹਾ ਥੀਏਟਰ ਲਗਾਤਾਰ ਹੋ ਰਿਹਾ। ਉਹਦੇ ਤਾਂ ਜਿਹੜੇ ਟੈਕਨੀਸ਼ੀਅਨ ਨੇ,
ਭਾਜੀ ਥੀਏਟਰ ਇਹਨਾਂ ਦਾ ਕਲਚਰ ਆ ਇੱਥੇ, ਮਤਲਬ ਉਹ ਇੰਟਰਵਲ ਹੋਇਆ ਉਹਦੇ ਚ ਪੈਗ ਲਾ ਰਿਹਾ ਛੋਟਾ ਜਿਹਾ, ਫਿਰ ਜਾ ਕੇ ਉਹ ਬੈਠ ਰਹੇ ਆ। ਔਰ ਏਡਾ ਵੱਡਾ ਹਾਲ ਜਿੱਦਾਂ ਸਾਡਾ ਦੇਸ਼ ਭਗਤ ਹਾਲ ਜਾਂ ਇਦੋਂ ਵੱਡਾ ਹਾਲ, ਔਰ ਉਹਦੇ ਵਿੱਚ ਕੋਈ ਵੀ ਜਿਹੜੀ ਸਾਊਂਡ ਨਹੀਂ ਆ, ਇੱਕ ਵੀ ਮਾਈਕ ਨਹੀਂ ਆ ਉਹਦੇ ਵਿੱਚ। ਤੁਸੀਂ ਹੈਰਾਨ ਹੋ ਜਾਂਦੇ ਆ ਦੇਖ ਕੇ ਵੀ ਇਹ ਕਰ ਕਿੱਦਾਂ ਰਿਹਾ। ਔਰ ਉਹਨਾਂ ਦੀ ਜਿਹੜੀ ਉਹ ਵਿਸਪਰਿੰਗ ਆ ਉਹ ਵੀ ਤੁਹਾਨੂੰ ਸੁਣਦੀ ਆ ਬਿਨਾਂ ਮਾਈਕ ਤੋਂ। ਉਹ ਐਕਟਰ ਇੰਨੇ ਜ਼ਬਰਦਸਤ ਆ, ਪਰ ਉਹਨਾਂ ਦੀ 5-6 ਸਾਲ ਦੀ ਪੜ੍ਹਾਈ ਆ, ਟ੍ਰੇਨਿੰਗ ਆ, ਲਗਾਤਾਰ ਥੀਏਟਰ ਹੁੰਦਾ। ਇੱਕ ਨਹੀਂ, ਪੂਰੀ ਇੱਕ ਸਟਰੀਟ ਆ, ਉਹਦੇ ਉੱਤੇ 10 ਜਾਂ 15 ਥੀਏਟਰ ਹੋਣੇ, ਸਾਰੇ ਫੁੱਲ ਹੁੰਦੇ ਆ। ਫਿਰ ਇੱਥੇ ਗਰਮੀਆਂ ਨੂੰ ਬਾਰ ਟਾਊਨ ਦਾ ਬੀਚ ਥੀਏਟਰ ਹੁੰਦਾ, ਇੱਕ ਬੀਚ ਦੇ ਉੱਤੇ ਵੱਡੇ ਵੱਡੇ ਟੈਂਟ ਲੱਗਦੇ ਆ, ਪਰ 5-7 ਟੈਂਟ, ਉਹਦੇ ਵਿੱਚ ਸਾਰਾ ਸ਼ੇਕਸਪੀਅਰ ਖੇਡਿਆ ਜਾਂਦਾ ਹਰ ਸਾਲ ਲਗਾਤਾਰ। ਉਹਦੀਆਂ ਬੜੀਆਂ ਮਹਿੰਗੀਆਂ ਟਿਕਟਾਂ ਹੁੰਦੀਆਂ, ਲੋਕ ਦੇਖਦੇ ਆ, ਪਰ ਉਹਦੇ ਲਈ ਫਿਰ ਉਹ ਇੱਕ ਪ੍ਰੋਫੈਸ਼ਨਲ ਇੱਥੇ ਦੀ ਟ੍ਰੇਨਿੰਗ ਆ। ਜਿਵੇਂ ਆਪਣਾ ਨੈਸ਼ਨਲ ਸਕੂਲ ਆਫ ਡਰਾਮਾ ਆ, ਜਿਹੜਾ ਕੈਨੇਡਾ ਦਾ ਨੈਸ਼ਨਲ ਸਕੂਲ ਆ ਮੌਂਟਰੀਅਲ ਦੇ ਵਿੱਚ, ਉਹਦੀਆਂ 8 ਸੀਟਾਂ, ਸਿਰਫ ਐਡਮਿਸ਼ਨ ਹੀ ਨਹੀਂ ਮਿਲਦੀ ਉੱਥੇ ਕਿਸੇ ਨੂੰ, ਬਿਲਕੁਲ ਜਿੱਦਾਂ ਆਪਣੇ ਇੱਥੇ NSD ਦੀ ਹਾਲਤ ਆ। ਉਹ ਸਾਰਾ ਕੁਝ ਉਸੇ ਤਰ੍ਹਾਂ ਦਾ ਹੀ ਆ, ਪਰ ਉਹਦੇ ਵਿੱਚ ਜਾਣ ਦੇ ਲਈ ਉਹਨਾਂ ਦੀ ਪੜ੍ਹਾਈ, ਉਹਨਾਂ ਦੀ ਟ੍ਰੇਨਿੰਗ ਉਹ ਬਹੁਤ ਜ਼ਰੂਰੀ ਹੈ। ਜਸਕਰਨ, ਹੁਣ ਅਗਲੀ ਗੱਲ ਕਿ ਜਦੋਂ ਇਸ ਥੀਏਟਰ ਦੇ ਵਿੱਚ ਪੈਸਾ ਹੈਗਾ, ਜਿਹੜਾ ਟ੍ਰੇਨਿੰਗ ਵਾਲਾ ਥੀਏਟਰ ਹੈ ਜਿਸ 'ਚ ਪੜ੍ਹਾਈ ਹੁੰਦੀ ਹੈ, ਪੜ੍ਹ ਕੇ ਲੋਕੀ ਥੀਏਟਰ ਕਰਦੇ ਆ, ਫਿਰ ਕੀ ਕਾਰਨ ਹੈ ਕਿ ਜਿਹੜੇ ਸਾਡੇ ਪੰਜਾਬੀ ਇੱਧਰੋਂ ਜਾਂਦੇ ਆ ਜਾਂ ਇੰਡੀਅਨਸ ਜਾਂਦੇ ਆ, ਤੇ ਉਹਨਾਂ ਆਪਣੇ ਬੱਚਿਆਂ ਨੂੰ ਜਦੋਂ ਥੀਏਟਰ ਕਰਾਉਂਦੇ ਆ ਤੇ ਛੋਟੇ ਛੋਟੇ ਬੱਚਿਆਂ ਨੂੰ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਬੱਚਿਆਂ ਦੇ ਰੋਲ ਕਰਵਾ ਲੈਂਦੇ ਆ, ਪਰ ਵੱਡੇ ਹੋਇਆਂ ਨੂੰ ਇਸ ਪਾਸੇ ਕਿਉਂ ਨਹੀਂ, ਉਹਨਾਂ ਦੀ ਪੜ੍ਹਾਈ ਇਸ ਪਾਸੇ ਕਿਉਂ ਨਹੀਂ ਹੁੰਦੀ? ਕੋਈ ਐਗਜ਼ਾਮਪਲ ਹੈ ਕੋਈ ਸਾਡੇ ਕੋਲ ਵੀ, ਕੋਈ ਸਾਡਾ ਇੰਡੀਅਨ, ਕੋਈ ਪੰਜਾਬੀ ਜਾਂ ਥੀਏਟਰ ਕਰਨ ਵਾਲੇ ਜਿਹੜੇ ਉਧਰ ਬੈਠੇ ਹੋਏ ਨੇ, ਉਹਨਾਂ ਦੇ ਕਿਸੇ ਬੱਚੇ ਨੇ ਪੜ੍ਹਾਈ ਕਰਕੇ ਇਸ ਕਮਰਸ਼ੀਅਲ ਥੀਏਟਰ 'ਚ ਗਿਆ ਹੋਵੇ? ਪੰਜਾਬੀ ਘੱਟ ਨੇ, ਬਾਕੀ ਜਿਹੜੇ ਇੰਡੀਅਨ ਕਿੰਨੇ ਘੱਟ ਨੇ? ਮੈਂ ਕੋਈ ਐਗਜ਼ਾਮਪਲ ਹੈ ਸਾਡੇ ਕੋਲ ਵੀ ਉੱਥੇ ਕੋਈ ਥੀਏਟਰ ਕਰਦੇ ਨੇ ਇਸ ਲੈਵਲ ਦਾ, ਜਦੋਂ ਕਿ ਅਸੀਂ ਇਹ ਕਹਿੰਦੇ ਵੀ ਉਹਦੇ ਵਿੱਚ ਪੈਸਾ ਵੀ ਹੈ, ਉਹ ਅੱਛੀ ਉੱਚੀ ਇੱਜ਼ਤ ਵੀ ਹੈ ਨਾ, ਲਗਾਤਾਰ ਹੁੰਦਾ ਹੈ ਥੀਏਟਰ, ਤੇ ਫਿਰ ਉਹ ਕੀ ਕਾਰਨ ਹੈ ਕਿ ਸਾਡੇ ਥੀਏਟਰ ਕਰਨ ਵਾਲੇ ਆਪਣੇ ਬੱਚਿਆਂ ਨੂੰ ਉਹਦੇ ਵਿੱਚ ਨਹੀਂ ਭੇਜਦੇ? ਹਾਲਾਂਕਿ ਬੱਚਿਆਂ ਦੀ ਆਪਣੀ ਚੁਆਇਸ ਹੁੰਦੀ ਹੈ ਵੀ ਉਹਨਾਂ ਨੇ ਕੀ ਕਰਨਾ ਹੈ, ਪਰ ਉਸ ਦੇ ਬਾਵਜੂਦ ਵੀ ਕੋਈ ਵੱਡੀ ਐਗਜ਼ਾਮਪਲ ਨਜ਼ਰ ਨਹੀਂ ਆਉਂਦੀ। ਹੈ ਕੋਈ ਆਪਣੇ ਕੋਲ ਇਦਾਂ ਦਾ ਕੁਝ ਜਾਂ ਕੋਈ ਕਾਰਨ? ਇੱਕ ਤਾਂ ਭਾਜੀ ਦੇਖੋ, ਜਦੋਂ ਅਸੀਂ ਇੱਥੇ ਆਉਂਦੇ ਹਾਂ, ਸਾਡਾ ਕਲਚਰ, ਸਾਡਾ ਸੁਭਾਅ, ਸਾਰਾ ਕੁਝ ਉਹੀ ਆ ਜੋ ਅਸੀਂ ਇੱਥੇ ਪੰਜਾਬ ਦੇ ਵਿੱਚ ਸੀਗੇ। ਇੱਥੇ ਵੀ ਸਿੱਧਾ ਸਿੱਧਾ ਜਿਹਾ ਕੰਮ, ਵੱਡੇ ਬਿਜ਼ਨਸ ਆ ਪੰਜਾਬੀਆਂ ਦੇ, ਸਾਰਾ ਕੁਝ ਹੈਗਾ, ਜਾਂਦੇ ਨੇ ਉਸ ਪਾਸੇ ਨੂੰ ਬਹੁਤ ਘੱਟ। ਜਿਹੜੇ ਉਹਦਾ ਮਤਲਬ ਸਾਡਾ ਕਲਚਰ ਆ, ਸਾਨੂੰ ਇੱਥੇ ਵੀ ਅਜੇ ਇਦਾਂ ਹੀ ਲੱਗਦਾ ਵੀ ਥੀਏਟਰ ਜਿਹੜਾ ਆ ਉਹ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ, ਜਾਂ ਡਾਕਟਰ ਬਣੋ ਜਾਂ ਇੰਜੀਨੀਅਰ ਬਣੋ, ਨਹੀਂ ਬਣ ਸਕਦੇ ਤੇ ਬਿਜ਼ਨਸ ਕਰੋ। ਬਿਜ਼ਨਸ ਨਹੀਂ ਕਰ, ਕਿਉਂਕਿ ਪੈਸਾ ਬਿਜ਼ਨਸ ਦੇ ਵਿੱਚ ਹੀ ਆ। ਜਾਂ ਇੱਥੇ ਵੀ ਕਹਿ ਦਿੰਦੇ ਵੀ ਤੂੰ ਹੁਣ, ਆਮ ਹੀ ਕਹਾਵਤ ਵੀ ਆ ਕਿ ਤੁਸੀਂ ਜਿਹੜਾ ਵੀ ਬਹੁਤ ਪੜ੍ਹਾਈ ਕਰ ਲਈ, ਹੁਣ ਟਰੱਕ ਦਾ ਲਾਇਸੈਂਸ ਦੱਸੋ ਕਦੋਂ ਲੈਣਾ, ਚੁੱਪ ਕਰਕੇ 4 ਪੈਸੇ ਕਮਾਓ ਉੱਥੇ ਜਾ ਕੇ। ਕੁਛ ਥੀਏਟਰ ਹੈਗਾ, ਇੱਕ ਮੈਂ ਉਹਦਾ ਨਾਂ ਭੁੱਲ ਰਿਹਾ, ਮੁੰਡੇ ਦਾ, ਵੈਨਕੂਵਰ ਦਾ ਦੋਸਤ ਆ, ਉਹਦੇ ਦਿਮਾਗ 'ਚ ਨਾਂ ਨਹੀਂ ਆ ਰਿਹਾ ਉਹਦਾ, ਉਹਨੇ ਇੱਥੋਂ ਟ੍ਰੇਨਿੰਗ ਲੈ ਕੇ ਇੱਥੇ ਥੀਏਟਰ ਕਰਨਾ ਸ਼ੁਰੂ ਕੀਤਾ। ਉਹਦਾ ਸਰਦਾਰ ਮੁੰਡਾ ਉਹਨੂੰ ਸੀ, ਉਹਨੇ ਜਿਹੜਾ ਨਾਟਕ ਕੀਤਾ ਸੀ ਅਨਡਾਕੂਮੈਂਟਡ ਟ੍ਰਾਇਲ ਆਫ ਵਿਲੀਅਮ ਸੀ ਹੌਪਕਿੰਸਨ। ਅੱਛਾ। ਭਾਈ ਮੇਵਾ ਸਿੰਘ ਉਹਦਾ, ਮੈਨੂੰ ਹੁਣੇ ਨਾਂ ਯਾਦ ਆ ਜਾਣਾ। ਇੱਥੇ ਆਰਟ ਗੈਲਰੀ ਆ ਵੈਨਕੂਵਰ ਦੇ ਵਿੱਚ। ਉਹ ਆਰਟ ਗੈਲਰੀ ਕਿਸੇ ਵੇਲੇ ਜਿਹੜੀ ਆ ਪ੍ਰੋਵਿੰਸ਼ੀਅਲ ਕੋਰਟ ਹੁੰਦੀ ਸੀ, ਉਸੇ ਕੋਰਟ ਦੇ ਵਿੱਚ ਭਾਈ ਮੇਵਾ ਸਿੰਘ ਨੇ ਹੌਪਕਿੰਸਨ ਨੂੰ ਮਾਰਿਆ ਸੀ ਤੇ ਉੱਥੇ ਉਹਨੂੰ ਸਜ਼ਾ ਹੋਈ ਸੀ। ਉਹ ਕੋਰਟ ਦੀ ਹੁਣ ਆਰਟ ਗੈਲਰੀ ਬਣ ਗਈ ਆ। ਉਸ ਮੁੰਡੇ ਨੇ ਉਸੇ, ਔਰ ਅੰਗਰੇਜ਼ੀ 'ਚ ਥੀਏਟਰ ਕਰਦਾ ਪਰ ਪੰਜਾਬੀ 'ਚ ਨਹੀਂ ਕਰਦਾ। ਮਸਲੇ ਪੰਜਾਬ ਦੇ ਨੇ ਪਰ ਥੀਏਟਰ ਅੰਗਰੇਜ਼ੀ 'ਚ ਹੈ। ਉਹਨੇ ਹੁਣ ਉਸੇ ਆਰਟ ਗੈਲਰੀ ਨੂੰ ਦੁਬਾਰਾ ਕੋਰਟ ਬਣਾਇਆ। ਉਹ ਕੋਰਟ ਦੇ ਵਿੱਚ ਦੁਬਾਰਾ ਉਹ ਸਾਰਾ ਟ੍ਰਾਇਲ ਚੱਲਿਆ, ਭਾਈ ਮੇਵਾ ਸਿੰਘ ਹੌਪਕਿੰਸਨ, ਸਾਰਾ ਜੋ ਕੁਝ ਵੀ ਸੀਗਾ ਉਹਨੇ ਸਾਰਾ ਕੁਝ ਦੁਬਾਰਾ ਐਕਟ ਕੀਤਾ ਉਹਨੇ। ਫਿਰ ਉਹਨੇ ਆਪਣੇ ਪ੍ਰੀਤਨਗਰ ਵੀ ਭਾਜੀ ਟੀਮ ਆਈ ਸੀ ਇੱਥੋਂ, ਤੁਹਾਨੂੰ ਯਾਦ ਹੋਊਗਾ, ਉਹਨਾਂ ਨੂੰ ਮੈਂ ਮਿਲਿਆ ਹੋਇਆ। ਹਾਂ, ਉਹਨਾਂ ਨੂੰ ਮੈਂ ਮਿਲਿਆ। ਉਹ ਜਿਹੜਾ ਗਰੁੱਪ ਆ, ਔਰ ਉਹਨਾਂ ਨੇ ਇੱਥੋਂ ਦੇ ਮਸਲੇ ਦੇ ਉੱਤੇ ਪ੍ਰੋਫੈਸ਼ਨਲ, ਉਹ ਮੁੰਡਾ ਥੀਏਟਰ ਟੀਚਰ ਆ, ਬੇਸਿਕਲੀ ਟ੍ਰੇਨਿੰਗ ਦਿੰਦਾ ਉਹ ਬੱਚਿਆਂ ਨੂੰ, ਇੱਥੇ ਦੇ ਬੱਚਿਆਂ ਨੂੰ। ਪੰਜਾਬੀ ਉਹਦੀ ਬਹੁਤ ਅੱਛੀ ਬੋਲਦਾ ਆ, ਤੇ ਉਹ ਜਿਹੜਾ ਉਸ ਕਿਸਮ ਦੇ ਬਹੁਤ ਸਾਰੇ ਬੱਚੇ ਹੈਗੇ ਆ ਜਿਹੜੇ ਮਤਲਬ ਥੀਏਟਰ 'ਚ ਜਾਂਦੇ ਆ, ਪਰ ਫਿਰ ਉਹ ਪੰਜਾਬੀ ਥੀਏਟਰ ਨਹੀਂ ਨਾ ਕਰਦੇ। ਜਿਹੜੇ ਇੱਥੋਂ ਦੇ ਬੱਚੇ ਚਲੇ ਗਏ ਉਹ ਅੰਗਰੇਜ਼ੀ ਥੀਏਟਰ 'ਚ ਹੋ ਜਾਂਦੇ ਆ।
ਇਹ ਜਸਕਰਨ ਨੂੰ ਮੁੰਡਾ ਉਧਰ ਦਾ ਹੀ ਜੰਮਿਆ ਪੜਿਆ ਕੈਨੇਡਾ ਤੋਂ ਹੀ? ਹਾਂਜੀ ਹਾਂਜੀ ਬਿਲਕੁਲ ਬਿਲकुल ਜੀ, ਉਹਦਾ ਇੱਥੇ ਬਰਥ ਦਾ ਐਗਜ਼ਾਮਪਲ ਆ। ਹਾਂ ਜੀ, ਤੇ ਉਹ ਫਿਰ ਇੱਥੇ ਦਾ ਜਿਹੜਾ ਥੀਏਟਰ ਆ ਉਹ ਕਰਦੇ ਆ ਜਿਹੜਾ ਅੰਗਰੇਜ਼ੀ ਥੀਏਟਰ, ਫਿਰ ਉਹ ਪੰਜਾਬੀ ਨਾਲ ਟੁੱਟ ਜਾਂਦੇ ਆ, ਜਿਹੜਾ ਇੱਥੇ ਦੀ ਪੜ੍ਹਾਈ ਕਰ ਲੈਂਦੇ ਆ। ਕੁਛ ਕੁ ਹੈਗੇ ਆ ਇਸ ਮੁੰਡੇ ਵਰਗੇ ਉਹ ਜਿਹੜੇ ਇਦਾਂ ਦਾ ਥੀਏਟਰ ਜਿਹੜਾ ਕਰਦੇ ਆ ਜਿਹਦੇ ਵਿੱਚ ਪੰਜਾਬੀ ਮਸਲੇ ਹੁੰਦੇ ਆ। ਹਾਂ ਜਸਕਰਨ ਜਦੋਂ ਇਸ ਤਰ੍ਹਾਂ ਦਾ ਇਹ ਮੈਂ ਦੂਜੇ ਪਾਸੇ ਆਪਣੇ ਪੰਜਾਬ ਦੇ ਵਿੱਚ ਦੇਖਦਾ, ਜਿਵੇਂ ਤੁਹਾਡੇ ਇਧਰਲੇ ਪਾਸੇ ਤੁਸੀਂ ਆਡੀਟੋਰੀਅਮ ਬੁੱਕ ਕਰਨਾ ਹੋਵੇ, ਤੁਹਾਨੂੰ ਆਵਾਜ਼ ਆ ਰਹੀ ਹੈ ਜਸਕਰਨ? ਹਾਂਜੀ ਭਾਜੀ ਜੀ। ਅੱਛਾ, ਤੇ ਜਦੋਂ ਅਸੀਂ ਮੈਂ ਭੁੱਲ ਗਿਆ ਸੀ, ਪਨੀਤ ਸਿੰਘ ਉਸ ਮੁੰਡੇ ਦਾ ਨਾਮ ਹੈ ਜੋ ਮੇਰੇ ਦਿਮਾਗ 'ਚ ਨਹੀਂ ਸੀ। ਹਾਂ ਹਾਂ ਬਿਲਕੁਲ ਠੀਕ ਹੈ। ਉਹਦਾ ਅਸੀਂ ਅੰਮ੍ਰਿਤਸਰ ਵੀ ਪਲੇ ਕਰਵਾਇਆ ਸੀ, ਉਹ ਬੜਾ ਜਿਹੜਾ ਪ੍ਰੀਤਨਗਰ ਅੰਮ੍ਰਿਤਸਰ ਵੀ ਕਰਾਇਆ ਸੀ। ਉਹ ਦਿੱਲੀ ਦੰਗਿਆਂ ਦੇ ਬਾਰੇ ਉਹਨੇ ਇੱਕ ਪਲੇ ਕੀਤਾ ਸੀ 84 ਦੇ ਉੱਤੇ ਪਲੇ ਸੀ। ਹਾਂ 84 ਦੇ ਬਿਲਕੁਲ ਐਗਜ਼ੈਕਟਲੀ ਉਹ ਵਾਲਾ। ਹਾਂ ਬਹੁਤ ਅੱਛਾ ਸੀ, ਕਮਾਲ ਕੀਤੀ ਸੀ ਉਸ ਮੁੰਡੇ ਨੇ, ਬਹੁਤ ਬਿਹਤਰੀਨ ਪ੍ਰੋਡਕਸ਼ਨ ਸੀ। ਔਰ ਅੱਛਾ, ਮੈਂ ਇਸ ਗੱਲ ਵੱਲ ਆ ਰਿਹਾ ਕਿ ਤੁਸੀਂ ਉਧਰਲੇ ਪਾਸੇ ਜਦੋਂ ਸਾਡੇ ਇਧਰੋਂ ਪੰਜਾਬੀ ਜਾਂਦੇ ਆ, ਵੈਲ ਸੈੱਟ ਹੋ ਜਾਂਦੇ ਆ, ਆਪਣੇ 10-12 ਸਾਲ ਬਾਅਦ 15 ਸਾਲ ਬਾਅਦ ਮਕਾਨ ਦੀਆਂ ਕਿਸ਼ਤਾਂ ਲਾ ਲੈਂਦੇ ਆ, ਉਧਰਲੇ ਪੱਕੇ ਹੋ ਜਾਂਦੇ, ਉਧਰ ਬੱਚੇ ਵੀ ਪੜਨ ਲੱਗ ਪੈਂਦੇ ਆ ਤੇ ਥੋੜਾ ਬਹੁਤਾ ਪੈਸਾ ਵੀ ਬਚ ਜਾਂਦਾ ਹੈ। ਇਹ ਸਾਡੇ ਇਧਰਲੇ ਪੰਜਾਬ 'ਚ ਬਹੁਤ ਸਾਰੀਆਂ ਇੰਡੀਵਿਜੂਅਲ ਕੋਸ਼ਿਸ਼ਾਂ ਹੋਈਆਂ ਕਿ ਉਹਨਾਂ ਨੇ ਆਪਣੇ ਆਡੀਟੋਰੀਅਮ ਬਣਾ ਲਏ, ਜਿਵੇਂ ਮੁੱਲਾਪੁਰ ਵਾਲਿਆਂ ਨੇ ਬਣਾ ਲਿਆ, ਬਿਆਸ ਵਾਲਿਆਂ ਨੇ ਕੁਝ ਕੰਮ ਕਰ ਲਿਆ, ਪ੍ਰੀਤਨਗਰ ਕੁਝ ਬਣ ਗਿਆ, ਨਾਟਸ਼ਾਲਾ ਬਣ ਗਈ, ਅਸੀਂ ਆਪਣਾ ਇੱਥੇ ਕੋਈ ਬਣਾ ਲਿਆ। ਕੀ ਕੋਈ ਇਦਾਂ ਦੀ ਐਗਜ਼ਾਮਪਲ ਪੂਰੇ ਕੈਨੇਡਾ ਵਿੱਚ ਸਾਡੇ ਲੋਕਾਂ ਵੱਲੋਂ ਕੀਤੀ ਹੋਈ ਨਜ਼ਰ ਆਉਂਦੀ ਹੈ ਕਿ ਜਿਨ੍ਹਾਂ ਨੇ ਆਪਣੇ ਪੈਸੇ ਨਾਲ ਆਪਣੀ ਸਪੇਸ ਕ੍ਰੀਏਟ ਕੀਤੀ ਹੋਵੇ ਕਿ ਅਸੀਂ ਨਾਟਕ ਵਾਸਤੇ ਇਹ ਕੰਮ ਕਰਨਾ, ਜਿਹਦੇ ਵੀ ਉਹਨਾਂ ਦੇ ਮੁੜ ਕੇ ਫਿਰ ਉਹ ਖਰਚੇ ਨਾ ਹੋਣ? ਹਾਂਜੀ ਇਦਾਂ ਦੀ ਹੈਗੀ ਭਾਜੀ। ਇੱਥੇ ਵੈਨਕੂਵਰ ਦੇ ਵਿੱਚ ਜਿਹੜੇ ਪਹਿਲਾਂ ਲੋਕ ਆਏ ਸੀਗੇ, ਉਹਨਾਂ ਨੇ ਇੱਥੇ ਕਮੇਟੀ ਬਣਾਈ ਸੀ, ਈਸਟ ਇੰਡੀਆ ਡਿਫੈਂਸ ਕਮੇਟੀ, ਜਿਹੜੀ ਰੇਸਿਜ਼ਮ ਦੇ ਖਿਲਾਫ ਸੀ ਕਿ ਗੋਰੇ ਉਹਨਾਂ ਨੂੰ ਤੰਗ ਕਰਦੇ ਸੀ, ਉਹਦੇ ਖਿਲਾਫ ਇੱਕ ਕਮੇਟੀ ਬਣਾਈ ਸੀ। ਲੈਫਟਿਸਟ ਲੋਕ ਸੀਗੇ ਸਾਰੇ, ਉਹਨਾਂ ਨੇ ਆਪਣਾ ਹਾਲ ਲਿਆ ਸਰੀ ਦੇ ਵਿੱਚ ਇੱਥੇ। ਉਹ ਪੂਰੇ ਦਾ ਪੂਰਾ ਹਾਲ ਹੈ, ਮਤਲਬ ਪ੍ਰੋਫੈਸ਼ਨਲ ਤਾਂ ਨਹੀਂ ਪਰ ਮਲਟੀਪਰਪਜ਼ ਹਾਲ ਹੈਗਾ ਹੈ ਕਿ ਉਹਦੇ ਵਿੱਚ 200-150 ਬੰਦਾ ਬੈਠ ਕੇ ਥੀਏਟਰ ਹੋ ਸਕਦਾ। ਉਹ ਉਹਨਾਂ ਦਾ ਆਪਣਾ ਆ, ਅਵੇਲੇਬਲ ਆ ਕਿਸੇ ਲਈ। ਅਸੀਂ ਵੀ ਜਿੰਨੀਆਂ ਰਿਹਰਸਲ ਕਰਨੀਆਂ ਹੁੰਦੀਆਂ ਉੱਥੇ ਕਰਦੇ ਹਾਂ। ਉਹਨਾਂ ਲੋਕਾਂ ਨੇ ਥੋੜੇ ਪੈਸੇ ਪਾ ਕੇ ਮੌਰਗੇਜ ਲੈ ਕੇ ਉਹਨਾਂ ਨੂੰ ਫ੍ਰੀ ਕਰਕੇ ਆਪਣੇ ਕੋਲ ਕਰ ਲਿਆ। ਉੱਥੇ ਲਗਾਤਾਰ ਕਿ ਪਿੱਛੇ ਜਿਹੜੀ ਥੀਏਟਰ ਸ਼ੁਰੂ ਹੋਇਆ ਕਿ ਮਹੀਨੇ ਦੇ ਹਰ ਆਖਰੀ ਐਤਵਾਰ ਜਾਂ ਸ਼ਨੀਵਾਰ ਉੱਥੇ ਨਾਟਕ ਹੁੰਦਾ ਸੀ। ਹੁਣ ਡਾਕਟਰ ਆਤਮਜੀਤ ਆਏ, ਉਹਨਾਂ ਨੇ ਨਾਟਕ ਦਾ ਪਾਠ ਕਰਨਾ ਸੀ, ਉਸੇ ਹਾਲ ਦੇ ਵਿੱਚ ਉਹਨਾਂ ਦਾ ਪਾਠ ਕੀਤਾ। ਅਨੀਤਾ ਸ਼ਬਦੀਸ਼ ਆਈ, ਉਸੇ ਹਾਲ ਦੇ ਵਿੱਚ ਉਹਨੇ ਆਪਣਾ ਸੋਲੋ ਨਾਟਕ ਕੀਤਾ। ਸੋ ਸਰੀ ਦੇ ਵਿੱਚ ਇੱਕ ਹਾਲ ਇਹੋ ਜਿਹਾ ਹੈਗਾ ਹੈ ਜਿਹੜਾ ਸਿਰਫ ਇਦਾਂ ਦੇ ਕੰਮਾਂ ਲਈ ਜਾਂ ਨਾਟਕਾਂ ਲਈ ਹੈ। ਐਡਮਿੰਟਨ ਦੇ ਵਿੱਚ ਵੀ ਇੱਕ ਹਾਲ ਹੈਗਾ ਹੈ, ਕਿਸੇ ਨੇ ਆਪਣਾ ਪਰਸਨਲ ਬਣਾਇਆ ਉੱਥੇ ਪੰਜਾਬੀ ਨੇ, ਜਿਹਦੇ ਵਿੱਚ ਉਹ ਥੀਏਟਰ ਕਰਦੇ ਆ। ਇੱਥੇ ਇੱਕ ਹੋਰ ਹੁਣ ਪੰਜਾਬ ਭਵਨ ਬਣਿਆ ਸਰੀ ਦੇ ਵਿੱਚ, ਸੁਖੀ ਬਾੜ ਨੇ ਇੱਥੇ, ਉਹ ਬਿਜ਼ਨਸਮੈਨ ਨੇ ਬੜੇ ਵੱਡੇ, ਉਹਨਾਂ ਨੇ ਬਣਾਇਆ ਜਿਹਦੇ ਵਿੱਚ ਮਲਟੀਪਰਪਜ਼ ਥੀਏਟਰ ਤਾਂ ਨਹੀਂ ਉੱਥੇ ਹੁੰਦਾ ਪਰ ਤੁਸੀਂ ਯੂਜ਼ ਕਰ ਸਕਦੇ। ਅਸੀਂ ਪਲਾਨ ਕਰ ਰਹੇ ਹਾਂ ਉੱਥੇ ਕਿਸੇ ਨਾ ਕਿਸੇ ਪਲੇ ਕਰਨ ਦੀ। ਇਦਾਂ ਦੀਆਂ ਕੁਝ ਸਪੇਸਿਸ ਆਪਣੀਆਂ ਜਿਹੜੀਆਂ ਉਹ ਹੈਗੀਆਂ, ਪਰ ਮੋਸਟਲੀ ਰੈਂਟ ਕਰ ਲੈਂਦੇ ਆ। ਇੱਥੇ ਬਹੁਤ ਭਾਜੀ ਪ੍ਰੋਫੈਸ਼ਨਲ ਜਿਹੜੇ ਆਡੀਟੋਰੀਅਮ ਨੇ ਬੜੇ ਕਮਾਲ ਦੇ ਨੇ ਕਿ ਉਹ ਲਾਈਟਸ ਉਹਨਾਂ ਦੀਆਂ ਜੋ ਦਿੱਲੀ ਸ਼੍ਰੀ ਰਾਮ ਸੈਂਟਰ ਜਾਂ NST ਦੇ ਥੀਏਟਰਸ ਦੇ ਵਿੱਚ ਹੈਗੀਆਂ, ਸਾਰਾ ਕੁਛ ਇੱਥੇ ਮਤਲਬ ਪ੍ਰੋਫੈਸ਼ਨਲ ਹੈਗਾ। ਪਰ ਸਾਨੂੰ ਕਿਉਂਕਿ ਸਾਡੀ ਟ੍ਰੇਨਿੰਗ ਨਹੀਂ ਹੁੰਦੀ, ਸਾਨੂੰ ਉਹ ਚੀਜ਼ਾਂ ਵੀ ਯੂਜ਼ ਨਹੀਂ ਕਰਨੀਆਂ ਆਉਂਦੀਆਂ, ਇਸ ਕਰਕੇ ਅਸੀਂ ਉਹਨਾਂ ਹਾਲਾਂ ਦੇ ਵਿੱਚ ਵੀ ਸਿੱਧੀ ਲਾਈਟ ਦੇ ਵਿੱਚ ਹੀ ਨਾਟਕ, ਬਹੁਤੇ ਪੰਜਾਬੀ ਨਾਟਕ ਜਿਹੜੇ ਹੁੰਦੇ ਆ ਉਹ, ਦੂਜੀ ਗੱਲ ਉਹ ਲਾਈਟਸ ਤੁਹਾਨੂੰ ਯੂਜ਼ ਕਰ ਨਹੀਂ ਦਿੰਦੇ, ਤੁਸੀਂ ਟੱਚ ਨਹੀਂ ਕਰ ਸਕਦੇ ਉਹਨਾਂ ਦੇ ਸਮਾਨ ਨੂੰ, ਉਹਨਾਂ ਦਾ ਟੈਕਨੀਸ਼ੀਅਨ ਹੀ ਯੂਜ਼ ਕਰਦਾ। ਤੁਹਾਡੇ ਕੋਲ ਪਹਿਲਾਂ ਲਾਈਟਿੰਗ ਦੀ ਪਲਾਨ ਹੋਣੀ ਚਾਹੀਦੀ ਹੈ, ਉਹ ਪਲਾਨ ਸਾਨੂੰ ਬਣਾਉਣੀ ਨਹੀਂ ਆਉਂਦੀ। ਫਿਰ ਉਹਦੀ ਭਾਸ਼ਾ ਦੀ ਪ੍ਰੋਬਲਮ ਆ। ਉਹ ਬੜੇ ਮਤਲਬ ਉਹ ਜਦੋਂ ਉਹਨਾਂ ਨੂੰ ਜਾ ਕੇ ਅਸੀਂ ਦੱਸਦੇ ਆ ਨਾ ਕਿ ਉਹਨਾਂ ਨੂੰ ਬੜਾ ਹਾਸਾ ਆਉਂਦਾ ਸਾਡੇ ਤੇ ਵੀ ਇਹ ਕਰੀ ਕੀ ਜਾਂਦੇ ਆ। ਉਹ ਜਦੋਂ ਅਸੀਂ ਚਲੇ ਜਾਂਦੇ ਉਹ ਕਦੇ ਪਲਾਨ ਦਿਓ, ਪਲਾਨ ਤਾਂ ਹੈ ਨਹੀਂ ਜੀ। ਅੱਛਾ, ਉਹ ਕਦੇ ਚਲੋ ਸਾਨੂੰ ਦੱਸ ਦਿਓ ਤੁਸੀਂ ਇੱਕ ਵਾਰੀ ਕਰਨਾ ਕੀ ਆ ਇਹਦਾ। ਅਸੀਂ ਉਹਨਾਂ ਨੂੰ ਦੱਸ ਦਿੰਦੇ ਜੀ ਆਹ ਸਾਨੂੰ ਖੱਬੇ ਪਾਸੇ ਇੱਕ ਨੀਲੀ ਲਾਈਟ ਚਾਹੀਦੀ ਹੈ। ਉਹ ਕਹਿੰਦੇ ਓਕੇ। ਉਹ ਕਹਿੰਦੇ ਹੁਣ ਸਾਨੂੰ ਦੱਸੋ ਕਦੋਂ ਚਾਹੀਦੀ ਹੈ ਤੁਹਾਨੂੰ ਨਾਟਕ। ਅਸੀਂ ਕਹਿੰਦੇ ਜਦੋਂ ਅਸੀਂ ਕਹਾਂਗੇ ਤੂੰ ਉਦੋਂ ਜਗਾ ਦੀ। ਉਹ ਕਹਿੰਦੇ ਨਹੀਂ ਏਦਾਂ ਨਹੀਂ, ਸਾਨੂੰ ਦੱਸੋ ਕਦੋਂ ਚਾਹੀਦੀ ਹੈ, ਉਹਦੇ ਤੋਂ ਪਹਿਲਾਂ ਕੀ ਹੋਣਾ। ਉਹ ਚਲੋ ਇੱਕ ਵਾਰੀ ਮੈਂ ਉਹਨਾਂ ਨਾਲ ਬਹੁਤ ਪ੍ਰੋਫੈਸ਼ਨਲੀ ਬਣਾ ਲਿਆ ਵੀ ਠੀਕ ਹੈ, ਮੈਂ ਬਹੁਤ ਆਪਣੇ ਵੱਲੋਂ ਸਿੱਖ ਸੁੱਖ ਕੇ ਤਾਂ ਉਹਨਾਂ ਨੂੰ ਦੱਸਿਆ ਜਾ ਕੇ।
ਤੇ ਮੈਂ ਜਾਂਦੇ ਨੇ ਉਹਨਾਂ ਨੂੰ ਕਿਹਾ ਵੀ ਹੁਣ ਟੋਟਲ ਇਹਨੂੰ ਫਿਰ ਬਲੈਕ ਆਊਟ ਕਰ ਦਿਓ। ਕਦੇ ਤਾਂ ਤੁਸੀਂ ਕਿਹਾ ਹੀ ਨਹੀਂ ਪਹਿਲਾਂ ਸਾਨੂੰ ਬਲੈਕ ਆਊਟ ਵੀ ਕਰਨਾ। ਸਾਨੂੰ ਲੱਗਦਾ ਕਿ ਇੱਕ ਸਿਰਫ ਬਟਨ ਹੀ ਦੱਬਣਾ ਜਾਂ ਲਾਈਟਾਂ ਆਫ ਕਰ ਦੇ, ਉਹ ਕਹਿੰਦੇ ਨੋ, ਜੇ ਤੁਸੀਂ ਸਾਨੂੰ ਦੱਸੋ, ਤੁਸੀਂ ਸਾਨੂੰ ਕਿਹਾ ਹੀ ਨਹੀਂ ਪਹਿਲਾਂ ਬਲੈਕ ਆਊਟ ਕਰਨਾ, ਫਿਰ ਦੱਸੋ। ਮਤਲਬ ਸਾਰਾ ਉਹ ਪ੍ਰੋਸੈਸ ਅਸੀਂ ਫਿਰ ਸਿੱਧੀ ਸਿੱਧੀ ਲਾਈਟ ਲੋਕ ਉੱਥੇ ਜਿਹੜਾ ਕਰ ਲੈਂਦੇ ਵੀ, ਪਰ ਉਹ ਰੈਂਟ ਹੋ ਜਾਂਦੇ ਆ। ਉਹ ਮਤਲਬ ਹਾਲ ਦੀ ਇੱਥੇ ਸਮੱਸਿਆ ਨਹੀਂ ਆ, ਅਵੇਲੇਬਿਲਿਟੀ ਹੈਗੀ ਆ, ਰੈਂਟ ਹੋ ਜਾਂਦੇ ਆ, ਪਰ ਥੀਏਟਰ ਗਰੁੱਪ ਦਾ ਇਕੱਠੇ ਹੋ ਕੇ ਰਿਹਰਸਲ ਕਰਨਾ ਵੱਡੀ ਸਮੱਸਿਆ ਹੈ। ਮੈਂ ਕਿਉਂਕਿ ਬਾਅਦ ਵਿੱਚ ਵੀ 83 ਤੋਂ ਬਾਅਦ 96 ਵਿੱਚ ਮੈਂ ਗਿਆ ਸੀ ਤੇ ਉਦੋਂ ਮੈਂ ਉਧਰ ਪਲੇ ਤਿਆਰ ਕਰਵਾਏ ਸੀ ਕਦੇਸਣ ਤੇ ਤਰਕਾਲਾ। ਮੈਂ ਉੱਥੇ ਸਰੀ ਵੀ ਕੀਤਾ ਸੀ ਤੇ ਇੱਧਰ ਸਾਰੇ 8-10 ਸ਼ਹਿਰਾਂ ਵਿੱਚ ਅਸੀਂ ਕੀਤੇ ਸੀ, ਫਿਰ ਅਮਰੀਕਾ ਵੀ ਗਏ। ਇਹ ਵਾਲਾ ਐਕਸਪੀਰੀਅੰਸ ਜਿਹੜਾ ਤੁਸੀਂ ਦੱਸ ਰਹੇ ਹੋ ਨਾ, ਇਹ ਮੈਨੂੰ ਵੀ ਐਕਸਪੀਰੀਅੰਸ ਹੈ ਕਿ ਉਹ ਟੈਕਨੀਕਲੀ ਉਹ ਤੁਹਾਨੂੰ ਹੱਥ ਨਹੀਂ ਲਾਉਣ ਦਿੰਦੇ, ਕਿ ਉਹ ਆਪ ਬੜੇ ਟ੍ਰੇਨਡ ਹੁੰਦੇ ਆ। ਤੇ ਉਹ ਮੈਂ ਵੀ ਉਹਨਾਂ ਨੂੰ ਦੱਸਿਆ, ਮੈਂ ਕਿਹਾ ਮੈਂ ਵੀ ਟ੍ਰੇਨਡ ਆ। ਉਹ ਕਹਿੰਦੇ ਅਸੀਂ ਤੁਹਾਡੇ ਤੋਂ ਵੀ ਵੱਡੇ ਟ੍ਰੇਨਡ ਆ, ਤੁਸੀਂ ਸਾਨੂੰ ਦੱਸੋ। ਸੋ ਉਹ ਮੈਂ ਫਿਰ ਉਹਨਾਂ ਨੂੰ ਸਾਰੀ ਉਹ ਕਿਊ ਸ਼ੀਟ ਵਗੈਰਾ ਬਣਾ ਕੇ ਦਿੱਤੀ ਤੇ ਮੈਂ ਕਿਹਾ ਇਸ ਟਾਈਮ ਤੇ ਆ। ਪਰ ਫਿਰ ਵੀ ਸਾਨੂੰ ਆਪਣਾ ਇੱਕ ਬੰਦਾ ਉਹਨਾਂ ਕੋਲ ਬਿਠਾਉਣਾ ਪਿਆ ਵੀ ਉਹਨਾਂ ਨੂੰ ਦੱਸਣ ਲਈ ਸਾਰਾ ਕੁਝ A to Z ਲਾਈਟਸ ਵਗੈਰਾ ਦਾ। ਅਸੀਂ ਪਰ ਸਾਰੀਆਂ ਲਾਈਟਸ ਯੂਜ਼ ਕਰ ਲਈਆਂ ਸੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀਗੇ। ਤੇ ਉਹਨਾਂ ਨੇ ਖੈਰ ਬਹੁਤ ਕਮਾਲ ਦੇ ਆਡੀਟੋਰੀਅਮ ਸੀ। ਮੈਂ ਦੇਖਿਓ ਇਹੋ ਜਿਹਾ ਆਡੀਟੋਰੀਅਮ ਸੀ ਐਡਮਿੰਟਨ ਵਿੱਚ ਵੀ ਕਿ ਉਹ ਸਾਰੀ ਸਟੇਜ ਥੱਲੇ ਵੀ ਚਲੇ ਜਾਂਦੀ ਸੀ, ਉੱਥੋਂ ਤੋਂ ਹੀ ਦੂਜਾ ਸੈੱਟ ਤਿਆਰ ਹੋ ਕੇ ਉੱਪਰ ਆ ਜਾਂਦਾ ਸੀ। ਸੋ ਇਦਾਂ ਦਾ ਕਾਫੀ ਕੁਝ ਇਹਦੇ ਵਿੱਚ ਤੁਹਾਡੇ ਉਧਰ ਤਾਂ ਹੈ ਆ। ਔਰ ਇੱਕ ਭਾਜੀ ਇੱਥੇ ਨਾ ਇਹ ਸਾਰਾ ਕੁਝ ਅਫੋਰਡੇਬਲ ਆ। ਮਤਲਬ ਇਹ ਜੇ ਮੈਂ ਚਾਹਾਂ ਵੀ ਮੈਨੂੰ ਅੱਜ ਉਹ ਆਡੀਟੋਰੀਅਮ ਚਾਹੀਦਾ ਆ ਤਾਂ ਮੈਂ ਇਕੱਲਾ ਹੀ ਕਰ ਸਕਦਾ ਉਹਨੂੰ ਰੈਂਟ ਤੇ। ਕੋਈ ਐਡਾ ਬਜਟ ਨਹੀਂ ਆ ਉਹਦਾ ਵੀ, ਕੋਈ ਬਹੁਤ ਵੱਡਾ ਪ੍ਰੋਜੈਕਟ ਆ। ਮਤਲਬ ਇੱਕ A ਕਲਾਸ ਫੈਸਿਲਿਟੀ ਜਿਹੜੀ ਤੁਹਾਨੂੰ ਥੀਏਟਰ ਦੀ ਚਾਹੀਦੀ ਆ ਉਹ ਤੁਹਾਡੇ ਹੱਥ ਦੇ ਵਿੱਚ ਆ। ਤੁਸੀਂ ਇੰਨੇ ਪੈਸੇ ਕਮਾ ਕੇ 2 ਦਿਹਾੜੀਆਂ ਨਾਲ ਉਹ ਰੈਂਟ ਕਰ ਸਕਦੇ ਹੋ। ਇਹ ਇੱਥੇ ਦੀ ਬਿਊਟੀ ਹੈ। ਜਿਸ ਕਾਰਨ ਇੱਕ ਹੋਰ ਮੈਨੂੰ ਦੱਸੋ, ਜੇਕਰ ਤੁਸੀਂ ਉੱਥੇ ਜਿਵੇਂ ਤੁਸੀਂ ਤਾਂ ਬਹੁਤ ਇੱਥੇ ਵੀ ਅੰਮ੍ਰਿਤਸਰ ਜਾਨੀ ਕਿ ਪੰਜਾਬ ਚ ਰਹਿੰਦੇ ਆ, ਤੁਸੀਂ ਜਿਵੇਂ ਗੱਲ ਕੀਤੀ ਵੀ ਮੈਂ ਭਾਜੀ ਤੁਹਾਡੇ ਸਾਰੇ ਨਾਟਕ ਵੇਖੇ, ਤੇ ਇਹਦਾ ਮਤਲਬ ਕਿ ਕਮ ਸੇ ਕਮ ਮੈਂ ਜਿਹੜਾ 250 ਨਾਟਕ ਕੀਤਾ ਉਹ ਤੂੰ ਸਾਰਾ ਹੀ ਦੇਖਿਆ ਹੈ ਨਾ। ਹੋਰ ਬਾਕੀ ਜਿਹੜੇ 250 ਵੇਖੇ ਹੋਣਗੇ ਉਹ ਵੱਖਰੇ ਵੇਖੇ ਹੋਣਗੇ, ਹੈ ਨਾ। ਕਿੰਨੇ ਨਾਟਕ ਤੂੰ ਦੇਖੇ ਹੋਣਗੇ। ਮੈਨੂੰ ਕਿ ਜਦੋਂ ਤੁਸੀਂ ਇੱਥੇ ਵੇਖਦੇ, ਜਿਵੇਂ ਸਾਡੇ ਇੱਥੇ ਨਾਟਸ਼ਾਲਾ ਚ ਹਰ ਸੈਚਰਡੇ ਸੰਡੇ ਨਾਟਕ ਹੁੰਦਾ, ਅਸੀਂ ਵਿਰਸਾ ਵਿਹਾਰ ਚ ਕਰਦੇ ਹਾਂ, ਆਰਟ ਗੈਲਰੀ ਚ ਕਰਦੇ ਹਾਂ, ਪ੍ਰੀਤ ਨਗਰ ਕਰਦੇ ਹਾਂ। ਅੰਮ੍ਰਿਤਸਰ ਚ ਸਾਡੇ ਕੋਲ ਕੋਈ 10-12 ਆਡੀਟੋਰੀਅਮ ਇੱਥੇ ਹੈਗੇ ਆ ਕਿ ਜਿਨ੍ਹਾਂ ਦੇ ਵਿੱਚ ਅਸੀਂ ਕਦੀ ਵੀ ਨਾਟਕ ਕਰ ਸਕਦੇ ਹਾਂ। ਕਈ ਵਾਰੀ ਇਹੋ ਜਿਹਾ ਹੁੰਦਾ ਕਿ ਇੱਕ ਦਿਨ ਚ 3-3 ਥਾਵਾਂ ਤੇ ਸਾਡੇ ਇੱਥੇ ਸਾਈਮਲਟੇਨੀਅਸਲੀ ਬਹੁਤ ਵੱਡੀਆਂ ਪ੍ਰੋਡਕਸ਼ਨਸ ਹੋ ਰਹੀਆਂ ਹੁੰਦੀਆਂ ਨੇ 3 ਆਡੀਟੋਰੀਅਮ ਚ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਤੁਸੀਂ ਕਦੀ ਸੋਚਿਆ ਕਿ ਹਾਂ ਤੁਸੀਂ ਹਰ ਮਹੀਨੇ ਇੱਕ ਸ਼ੋਅ ਕਰੋ ਤੇ ਤੁਹਾਨੂੰ 100 ਬੰਦੇ ਵਾਲਾ ਜਿਹੜਾ ਤੁਹਾਡਾ ਆਡੀਟੋਰੀਅਮ ਹੈ, ਕਿਉਂਕਿ ਮੈਂ ਮੰਨਦਾ ਨਾ ਕਿ ਜ਼ਰੂਰੀ ਨਹੀਂ ਕਿ ਨਾਟਕ ਦੀ ਆਡੀਅנס 1000 ਹੋਵੇ ਤੇ ਤਾਂ ਹੀ ਨਾਟਕ ਅੱਛਾ ਹੁੰਦਾ ਹੈ। ਉਹ 100 ਬੰਦੇ ਸਾਹਮਣੇ ਵੀ ਅੱਛਾ ਹੋ ਸਕਦਾ ਹੈ, 200 ਬੰਦੇ ਸਾਹਮਣੇ ਵੀ, 50 ਸਾਹਮਣੇ ਵੀ। ਬਸ ਨਾਟਕ ਦਾ ਇੱਕੋ ਹੈ ਕਿ ਨਾਟਕ ਦੇ ਦਰਸ਼ਕ ਨਾਟਕ ਦੇ ਹੋਣੇ ਚਾਹੀਦੇ ਆ। ਕੀ ਤੁਸੀਂ ਕਦੀ ਏਦਾਂ ਸੋਚਿਆ ਕਿ ਤੁਸੀਂ ਕਰ ਸਕਦੇ ਹੋ ਕਿ ਜੇ ਕਰਨਾ ਚਾਹੋ ਤੇ ਵੀ ਹਰ ਮਹੀਨੇ ਤੁਸੀਂ ਸ਼ੋਅ ਕਰੋ, ਤੁਹਾਨੂੰ ਆਡੀਅנס ਮਿਲ ਜਾਏਗੀ? ਬਿਲਕੁਲ 100% ਆਡੀਅנס ਇੱਥੇ ਹੈਗੀ ਆ। ਘੱਟੋ ਘੱਟ ਜਿੱਥੇ ਮੈਂ ਰਹਿ ਰਿਹਾ ਇੱਥੇ ਆਡੀਅנס ਕੋਈ ਨਹੀਂ, ਸਮੱਸਿਆ ਨਹੀਂ। 100 ਦਾ 220 ਹੋ ਸਕਦਾ ਆ। ਹਰ ਮਹੀਨੇ ਤੁਹਾਨੂੰ ਨਾਟਕ ਦੇਖਣ ਆ ਸਕਦਾ ਹੈ। ਅਸੀਂ ਤੁਹਾਨੂੰ ਕਿਹੜਾ ਰੰਗ ਪਸੰਦ ਦਾ ਨਾਟਕ ਕੀਤਾ, 100 ਸੀ, ਉਹ ਕਦੇ ਹੋਰ ਕਰੋ, ਅਗਲੇ ਮਹੀਨੇ ਅਸੀਂ ਫੇਰ ਉਹਨੂੰ ਕੀਤਾ, ਉਹ ਤੋਂ ਫੇਰ ਉਹਦੀ ਮੰਗ ਆਈ। ਮਤਲਬ ਉਹ ਦਰਸ਼ਕ ਹੈਗੇ ਆ। ਸਮੱਸਿਆ ਕਿਹਦੀ ਆ ਕਿ ਉਹ ਦਰਸ਼ਕ ਥੋੜੀ ਬਹੁਤੀ ਟਿਕਟ ਵੀ ਖਰਚਣ ਦਾ, ਸਪਾਂਸਰ ਵੀ ਹੈਗਾ ਆ। ਜਿਹੜੀ ਟੀਮ ਆ ਉਹਦੇ ਲਈ ਸਮਾਂ ਕੱਢਣਾ, ਸਮਾਂ ਕੱਢ ਕੇ ਉਹ ਹਰ ਵਾਰੀ ਉੱਥੇ ਜਾਣਾ। ਇੱਥੇ ਅਸਲ ਦੇ ਵਿੱਚ 5 ਦਿਨ ਕੰਮ ਕਰ ਰਹੇ ਹੋ ਤੁਸੀਂ ਤੇ 2 ਦਿਨ ਨੇ ਤੁਹਾਡੇ ਕੋਲ। ਉਹ 2 ਦਿਨ ਦੇ ਵਿੱਚ ਤੁਸੀਂ ਕਿਸੇ ਦੇ ਵਿਆਹ ਤੇ ਵੀ ਜਾਣਾ, ਕਿਸੇ ਦੇ ਮਰੇ ਤੇ ਵੀ ਜਾਣਾ, ਨਿਆਣਿਆਂ ਨੂੰ ਬਾਹਰ ਵੀ ਲੈ ਕੇ ਜਾਣਾ, ਆਪਣੇ ਘਰ ਦੇ ਸੌਦੇ ਵੀ ਲਿਆਉਣੇ ਆ ਤੇ ਉਹਦੇ 'ਚ ਨਾਟਕ ਵੀ ਕਰਨਾ ਹੈ। ਇਹ ਮਤਲਬ ਸਮੱਸਿਆ ਉੱਥੇ ਖੜੀ ਹੈ ਸਾਰੀ। ਔਰ ਪਤਾ ਨਹੀਂ ਇੱਕ ਹੋਰ ਜੇ ਤੁਸੀਂ ਲੋਕ ਇਸ ਸਮੱਸਿਆ ਨੂੰ ਜਦੋਂ ਸੌਦੇ ਲਿਆਉਣੇ ਆ, ਸੌਦੇ ਲਿਆਉਣ ਵਾਲੀ ਨਾਲ ਹੀ ਲਿਸਟ ਵਿੱਚ ਲਿਖ ਲਓ ਵੀ ਅਸੀਂ ਮਹੀਨੇ 'ਚ ਇੱਕ ਨਾਟਕ ਵੀ ਵੇਖਣਾ ਆ ਤੇ ਸ਼ਾਇਦ ਸਮੱਸਿਆ ਹੱਲ ਹੋ ਜਾਏ। ਜਦੋਂ ਤੁਸੀਂ ਨਾਟਕ ਕਰਦੇ ਹੋ ਟਿਕਟ ਤਾਂ ਲਗਾਉਂਦੇ ਹੀ ਹੋ, ਹੈ ਨਾ? ਹਾਂਜੀ। ਤੇ ਲੋਕੀ 100 ਬੰਦਾ ਵੀ ਟਿਕਟ ਲੈ ਕੇ ਦੇਖਣ ਆਉਂਦਾ ਹੈ ਨਾ। ਤੇ ਕੀ ਇਦਾਂ ਦਾ ਮਸਲਾ ਵੀ ਤੁਹਾਡੇ ਹੱਲ ਹੋ ਸਕਦਾ ਕਿ ਜਿਹੜੇ ਲੋਕ ਮਹੀਨੇ ਬਾਅਦ ਇੱਕ ਸ਼ੋਅ ਕਰਨ, ਜਿਹੜੇ ਵਿੱਚ ਆਰਟਿਸਟ ਹੋਣ, ਉਹਨਾਂ ਨੂੰ ਜਸਟ
ਪਾਕਟ ਮਨੀ ਉਹਨਾਂ ਨੂੰ ਲੱਗੇ ਵੀ ਚਲੋ 2 ਘੰਟੇ ਅਸੀਂ ਜਾਣਾ ਹੈ, ਸ਼ੋਅ ਕਰਨਾ ਹੈ ਤੇ ਸਾਨੂੰ $20 $30 ਮਿਲ ਜਾਣੇ, 50 ਮਿਲ ਜਾਣੇ। ਇਹ ਵੀ ਪੋਸੀਬਿਲਿਟੀ ਹੈਗੀ ਹੈ ਤੇ ਫਿਰ ਸ਼ਾਇਦ ਹੌਸਲਾ ਨਾ ਰਵੇ। ਨਹੀਂ, ਇਹ ਗੱਲ ਪਤਾ ਨਹੀਂ, ਮੈਂ ਸ਼ਾਇਦ ਜ਼ਿਆਦਾ ਨਿਰਾਸ਼ਾਵਾਦੀ ਗੱਲ ਕਰ ਰਿਹਾ, ਪਰ ਇਹ ਸਿਸਟਮ ਜਿਹੜਾ ਹੈ ਨਾ, ਮੈਂ ਵੀ ਪੰਜਾਬ ਦੇ ਵਿੱਚ ਇਦਾਂ ਹੀ ਸੋਚਦਾ ਸੀ, 2013 ਚ ਆਇਆ, ਪਰ ਇਹ ਬੜਾ ਅਜੀਬ ਕਿਸਮ ਦਾ ਇੱਕ ਸਿਸਟਮ ਆ। ਇਹਦੇ ਵਿੱਚ ਮਤਲਬ ਕਿੰਨੇ ਸਾਲ ਹੋ ਗਏ, ਇੱਥੇ ਤਾਂ 100 ਸਾਲ ਹੋ ਗਏ ਪੰਜਾਬੀਆਂ ਨੂੰ ਆਉਂਦੇ, ਇਹਦਾ ਮਾਡਲ ਕੋਈ ਬਣ ਜਾਣਾ ਚਾਹੀਦਾ ਸੀ ਮੇਰੇ ਤੋਂ ਪਹਿਲਾਂ ਹੀ। ਇੱਥੇ ਜਦੋਂ ਮੈਂ ਆਇਆ, ਮੇਰੇ ਆਉਂਦੇ ਤਾਂ ਹੋਣਾ ਚਾਹੀਦਾ ਸੀ, ਪਰ ਕੁਛ ਹੈ ਨਹੀਂ। ਇੱਕ ਨਾ ਪਤਾ ਨਹੀਂ, ਉਹ ਮਤਲਬ ਉਹ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ। ਇਹ ਇਦਾਂ ਦਾ ਬੰਦ, ਮਤਲਬ ਇੱਕ ਕਲੋਜ਼ਡ ਜਿਹਾ ਸਿਸਟਮ ਆ ਕਿ ਤੁਹਾਡਾ ਕੁਛ ਵੀ ਕ੍ਰੀਏਟਿਵ ਬਹੁਤ ਔਖਾ ਹੈ ਇੱਥੇ ਸੋਚਣਾ। ਇੱਕ ਜਿਹੜਾ ਮਾਈਂਡ ਚਾਹੀਦਾ ਹੁੰਦਾ ਨਾ ਕ੍ਰੀਏਟਿਵ। ਇੱਕ ਵਾਰੀ ਭਾਜੀ ਨੈਸ਼ਨਲ ਸਕੂਲ ਆਫ ਡਰਾਮਾ ਆਪਾਂ ਯਾਤਰਾ 1947 ਨਾਟਕ ਕਰਨ ਗਏ ਸੀ ਤੁਹਾਡੇ। ਹਾਂ ਬਿਲਕੁਲ। ਬਹਰੰਗਮ ਦੇ ਵਿੱਚ ਪਰਫਾਰਮ ਕੀਤਾ ਸੀ। ਉੱਥੇ ਤੁਹਾਨੂੰ ਯਾਦ ਹੋਊਗਾ ਇੱਕ ਆਰਟਿਸਟ ਆਪਣੇ ਆਪ ਨੂੰ ਨਾ ਇੱਕ ਸ਼ੀਸ਼ੇ ਦੇ ਕਮਰੇ 'ਚ ਬੰਦ ਕਰਕੇ ਬੈਠਾ ਸੀ। ਉਹ ਕੋਈ ਐਕਸਪੀਰੀਅੰਸ ਲੈ ਰਿਹਾ ਸੀ ਸ਼ਾਇਦ ਉਹਦੇ ਵਿੱਚ। ਹਰੀਸ਼ ਵਰਮਾ ਬਹੁਤ ਵੱਡਾ ਐਕਟਰ ਹੈ, ਉਹ ਬੈਠਾ ਸੀ। ਹਰੀਸ਼ ਵਰਮਾ, ਹਰੀਸ਼ ਵਰਮਾ ਉਹ ਉੱਥੇ ਬੈਠਾ ਸੀ ਔਰ ਉਹਨੇ ਉਹ ਮਤਲਬ ਉਹਨੂੰ ਅਖਬਾਰ ਵੀ ਮਿਲ ਰਹੀ ਸੀ ਰੋਜ਼, ਪਰ ਉਹਨੇ 10 ਕਿ 15 ਦਿਨ ਬਾਹਰ ਨਹੀਂ ਸੀ ਆਉਣਾ ਉਹ ਇੱਕ ਸ਼ੀਸ਼ੇ ਦੇ ਚੈਂਬਰ ਵਿੱਚੋਂ। ਇਹ ਜਿਹੜਾ ਮੈਂ ਇੱਥੇ ਮਹਿਸੂਸ ਕਰਦਾ ਵੀ ਇਹ ਲਗਭਗ ਇੱਥੇ ਬੰਦੇ ਦੀ ਹਾਲਤ ਉਸ ਐਕਟਰ ਵਰਗੀ ਆ। ਉਹ ਸਾਰਾ ਕੁਝ ਦੇਖ ਵੀ ਰਿਹਾ, ਉਹਦੇ ਵਿੱਚ ਇਨਵੋਲਵ ਵੀ ਆ, ਪਰ ਉਹ ਸ਼ਾਮਲ ਨਹੀਂ ਆ। ਇੱਕ ਇਦਾਂ ਦਾ ਕਲੋਜ਼ਡ ਅਸੀਂ ਹੈਗੇ ਆ, ਮਤਲਬ ਸਾਡਾ ਮਾਈਂਡ ਇੰਨਾ ਬੰਦ ਹੋ ਚੁੱਕਿਆ ਕਿ ਕੰਮ ਤਾਂ ਇੱਥੇ ਵੀ ਕਰਦੇ ਸੀ, ਅਸੀਂ ਥੀਏਟਰ ਵੀ ਕਰਦੇ ਸੀ। ਮੈਂ ਕਾਲਜ ਪੜਾਉਂਦਾ ਸੀ, 2 ਵਜੇ 2:30 ਵਜੇ ਮੈਂ ਇੱਥੋਂ ਦਾਦਰ ਫੜ ਕੇ ਤੁਹਾਡੇ ਕੋਲ ਨਾਟਕ ਕਰਨ ਆਉਂਦਾ ਸੀ। 5 ਵਜੇ ਮੈਂ ਅੰਮ੍ਰਿਤਸਰ ਪਹੁੰਚਦਾ ਸੀ, 7 ਵਜੇ ਤੱਕ ਤੁਹਾਡੇ ਕੋਲ ਰਿਹਰਸਲ ਕਰਕੇ ਵਾਪਸ ਮੈਂ 10 ਵਜੇ ਪਿੰਡ ਪਹੁੰਚ ਜਾਂਦਾ ਸੀ। ਆਪਣੇ ਕੰਮ ਤਾਂ ਇੱਥੇ ਵੀ ਮੈਂ ਕਰ ਰਿਹਾ ਸੀ ਪੰਜਾਬ ਦੇ ਵਿੱਚ। ਪਰ ਆਹ ਜਿਹੜਾ ਸਿਸਟਮ ਹੈ, ਹਾਲਾਂਕਿ ਮੈਂ ਬਹੁਤ ਵਧੀਆ ਨੌਕਰੀ ਕਰ ਰਿਹਾ, ਮੈਂ ਵੀਡੀਓ ਐਡੀਟਰ ਹਾਂ ਟੀਵੀ ਚੈਨਲ ਤੇ, ਜਿੱਥੇ ਸਾਰਾ ਦਿਨ ਕ੍ਰੀਏਟਿਵ ਗੱਲਾਂ ਹੁੰਦੀਆਂ। ਮੈਂ ਤਾਂ ਰੇਡੀਓ ਦੇ ਉੱਤੇ ਕੰਮ ਕਰਦਾ, ਅਮਰੀਕਾ ਦੇ ਵਿੱਚ ਬੜਾ ਫੇਮਸ ਰੇਡੀਓ ਆ, ਉਹਦੇ ਉੱਤੇ ਮੈਂ ਕੰਮ ਕਰਦਾ। ਮੇਰਾ ਬਹੁਤ ਸੌਖਾ ਕੰਮ ਆ, ਇੱਥੇ ਕੋਈ ਤੰਗੀ ਨਹੀਂ ਹੈ, ਪੈਸੇ ਮੈਨੂੰ ਬਹੁਤ ਸੋਹਣੇ ਮਿਲਦੇ ਆ, ਮੇਰਾ ਗੁਜ਼ਾਰਾ ਚੰਗਾ ਹੋ ਰਿਹਾ। ਮੈਂ ਉਹ ਜਿਹੜਾ ਸੈੱਟ ਸੁੱਟ ਹੋਣ ਵਾਲਾ ਹੁੰਦਾ ਬੰਦਾ, ਉਹ ਹੋ ਗਿਆ ਜਿੰਨਾ ਬੰਦਾ ਹੋ ਸਕਦਾ ਹੁੰਦਾ, ਉਹ ਨਹੀਂ ਹੈ ਸਮੱਸਿਆ। ਪਰ ਪਤਾ ਨਹੀਂ, ਮੈਨੂੰ ਸ਼ਾਇਦ ਮੇਰਾ ਨਿੱਜੀ ਐਕਸਪੀਰੀਅੰਸ ਆ, ਮੈਂ ਇਹਨੂੰ ਜਨਰਲਾਈਜ਼ ਨਹੀਂ ਕਰਦਾ ਕਿ ਸਾਰਿਆਂ ਦੇ ਨਾਲ ਹੀ ਆ, ਪਰ ਜਦੋਂ ਮੈਂ ਉਹਦੀ ਆਊਟਪੁੱਟ ਦੇਖਦਾ ਕਿ ਹੁਣ ਤੱਕ 100 ਸਾਲ ਦੇ ਵਿੱਚ ਕਿਹੜੇ 5 ਵਧੀਆ ਇੱਕ ਲੈਵਲ ਦੇ ਨਾਟਕ ਸਾਡੇ ਕੋਲ ਆਏ, ਤੁਹਾਨੂੰ ਦਿਸਦੇ ਨਹੀਂ। ਇਹਦਾ ਮਤਲਬ ਕਿਤੇ ਨਾ ਕਿਤੇ ਸਿਸਟਮ ਜਿਹੜਾ ਆ ਇਹ ਤੁਹਾਨੂੰ ਉਹਦੇ ਲਈ ਨਹੀਂ ਹੈ। ਇੱਥੇ ਕ੍ਰੀਏਟਿਵ ਤੁਸੀਂ ਕੋਈ ਵੀ ਲਾ ਲਓ, ਨਤੇਜ ਭਾਰਤੀ ਤੋਂ ਬਿਨਾਂ, 4 ਕਵੀਆਂ ਤੋਂ ਬਿਨਾਂ ਕੋਈ ਕਵੀ ਪੰਜਾਬ 'ਚ ਵੀ ਏਦਾਂ ਹੀ ਹੋ ਸਕਦਾ। ਪਰ ਕੁਛ ਨਾ ਕੁਛ ਜਿਹੜੀ ਗੜਬੜ ਹੈਗੀ ਆ ਕਿ ਇਹ ਤੁਹਾਨੂੰ ਇਹ ਸਾਰਾ ਕੁਛ ਇਸ ਪਾਸੇ ਨੂੰ ਡਿਵੈਲਪ ਨਹੀਂ ਹੋਣ ਦਿੰਦਾ। ਉਹ ਕੀ ਹੈ ਪਤਾ ਨਹੀਂ। ਮੈਂ ਆਪ ਉਸੇ ਜਾਲ ਦੇ ਵਿੱਚ ਫਸਿਆ ਜਿਹਦੇ ਵਿੱਚ ਮੈਂ ਕਹਿੰਦਾ ਸੀ ਵੀ ਇਹ ਨਹੀਂ ਫਸਣਾ ਚਾਹੀਦਾ, ਹਰ ਮਹੀਨੇ ਥੀਏਟਰ ਹੋਣਾ ਚਾਹੀਦਾ, $200 ਕੱਢਣਾ ਚਾਹੀਦਾ। ਮੈਂ ਬੜਾ ਅਜੇ ਵੀ ਮੈਂ ਮਤਲਬ ਅਸੀਂ ਇਹਦੇ ਤੋਂ ਬਾਅਦ ਅਸੀਂ ਰਿਹਰਸਲ ਤੇ ਜਾਣਾ, ਹਰ ਸੈਟਰਡੇ ਸੰਡੇ ਅਸੀਂ ਰਿਹਰਸਲ ਵੀ ਇਕੱਠੇ ਹੁੰਦੇ ਹਾਂ, ਪਰ ਉਹ ਕੁਛ ਬਣ ਨਹੀਂ ਰਿਹਾ। ਇੱਥੇ ਕਿਤੇ ਨਾ ਕਿਤੇ ਗੜਬੜ ਹੈ। ਮੈਂ ਬਸ ਇਹ ਸਿਸਟਮ ਬਾਰੇ ਜਿਹੜੀ ਤੁਸੀਂ ਜਿਹੜਾ ਫਿਕਰ ਜ਼ਾਹਿਰ ਕੀਤਾ ਹੈ ਕਿ 100 ਸਾਲ ਹੋ ਗਏ ਪੰਜਾਬੀਆਂ ਨੂੰ ਇੱਥੇ ਆਇਆ ਹੋਇਆ, ਪਰ ਇਹਨਾਂ ਨੂੰ ਕੁਝ ਨਾ ਕੁਝ ਬਣਾ ਲੈਣਾ ਚਾਹੀਦਾ ਸੀ ਆਪਣਾ। ਔਰ ਕ੍ਰੀਏਟਿਵ ਲੋਕ ਬਹੁਤ ਆਏ, ਰਾਈਟਰ ਬਹੁਤ ਆਏ, ਜਾਂ ਉੱਥੇ ਜਾ ਕੇ ਰਾਈਟਰ ਬਣ ਗਏ, ਹੈ ਨਾ। ਇਹ ਵੀ ਬਹੁਤ ਲੋਕ ਉੱਥੇ ਨੇ, ਤੁਹਾਡੇ ਸ਼ਹਿਰ ਵਿੱਚ ਤਾਂ ਬਹੁਤ ਹੀ ਨਹੀਂ ਉੱਥੇ, ਹੈ ਨਾ, ਵੈਨਕੂਵਰ ਦੇ ਵਿੱਚ। ਉੱਥੇ ਮੇਰੇ ਆਪਣੇ ਬੜੇ ਪਿਆਰੇ ਮਿੱਤਰ ਨੇ ਉੱਥੇ ਬਹੁਤ ਸਾਰੇ, ਜਿਹੜੇ ਯਾਨੀ ਇੱਥੋਂ ਮੇਰੇ ਜਿਹੜੇ ਐਕਟਰ ਨੇ ਉਹ ਤੁਹਾਡੇ ਸਮੇਤ ਬਹੁਤ ਸਾਰੇ ਨੇ ਵੈਨਕੂਵਰ ਦੇ ਵਿੱਚ। ਉਹ ਉਸ ਜਗ੍ਹਾ ਦੇ ਉੱਤੇ ਕੁੜੀਆਂ ਮੁੰਡੇ ਜਿਹੜੇ ਮੰਚ ਰੰਗਮੰਚ ਦੇ ਵਨ ਆਫ ਦ ਫਾਊਂਡਰ ਮੈਂਬਰ ਸੀ, ਉੱਥੇ ਬੈਠੇ ਹੋਏ ਨੇ। ਮੈਂ ਵੀ ਇਸੇ ਸਿਸਟਮ ਦੇ ਬਾਰੇ ਚ ਵੀ ਇਹ ਕੀ ਕਾਰਨ ਹੈ ਕਿ ਇੰਨਾ ਕੁਝ, ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ ਨਾਟਕਾਂ ਦੇ ਵਿਸ਼ੇ ਜਾਂ ਬਜ਼ੁਰਗਾਂ ਦੀਆਂ ਗੱਲਾਂ, ਮੈਂ ਜਦੋਂ ਦੇਖੀਆਂ ਜਾ ਕੇ, ਜਾਂ ਘਰਾਂ ਦੇ ਵਿੱਚ, ਮੈਂ ਤਾਂ ਘਰਾਂ ਵਿੱਚ ਹੀ ਰਹਿਣਾ ਸੀਗਾ, ਘਰਾਂ ਵਿੱਚ ਸੀ ਦੋਸਤਾਂ ਦੇ, ਤੇ ਮੈਂ ਦੇਖਿਆ ਕਿ ਮੈਨੂੰ ਕਈ ਵਾਰੀ ਮੈਂ ਕਹਿ ਦਿੰਦਾ ਸੀ ਆਪਣੇ ਸਾਰੇ ਦੋਸਤਾਂ ਨੂੰ, ਮੈਂ ਕਹਿੰਦਾ ਤੁਸੀਂ ਸਾਥੋਂ 25 ਸਾਲ ਪਿੱਛੇ, ਮੈਂ ਯਾਨੀ ਕਿ ਵਿਚਾਰਾਂ ਦੇ ਪੱਖੋਂ ਵੀ ਤੁਸੀਂ ਇਹ ਯਾਨੀ ਉਸ ਮੁਲਕ 'ਚ ਰਹਿ ਰਹੇ ਹੋ ਜਿਹੜਾ ਮੁਲਕ ਡਿਵੈਲਪਮੈਂਟ ਦੇ ਲਿਹਾਜ਼ ਨਾਲ ਸਾਡੇ ਤੋਂ 200 ਸਾਲ ਅੱਗੇ ਹੈ, ਪਰ ਜਿਹੜਾ ਵਿਚਾਰਾਂ ਦੇ ਪੱਖੋਂ ਤੁਸੀਂ ਵੇਖਦੇ ਹੋ ਤੇ ਉਹੀ ਘਰਾਂ ਦੇ ਵਿੱਚ ਜਿਹੜੀਆਂ ਲੜਾਈਆਂ ਜੋ ਇੱਥੇ ਹੁੰਦੀਆਂ ਨੇ, ਜ਼ਿਆਦਾ ਸ਼ਰੀਕੇਬਾਜ਼ੀ, ਜ਼ਿਆਦਾ ਸਾੜ, ਇਹ ਉਹ ਕਈ ਤਰ੍ਹਾਂ ਦੇ ਜਾਇਦਾਦਾਂ ਦੇ ਝਗੜੇ, ਹੋਰ ਕਈ ਕੁਝ ਹੈ ਉੱਥੇ, ਉਹ ਵੀ ਅਜੇ ਉਸੇ ਤਰ੍ਹਾਂ ਹੀ ਉਹਦੇ ਵਿੱਚ। ਮੈਂ ਬਸ ਇਹ ਜਿਹੜਾ ਕਿ ਜਦੋਂ ਤੁਸੀਂ ਇੱਕ ਨਵੀਂ ਦੁਨੀਆ 'ਚ ਇੰਨੀ ਪ੍ਰੋਗਰੈਸਿਵ ਦੁਨੀਆ ਦੇ ਵਿੱਚ ਜਾਂਦੇ ਹੋ, ਕਿ ਉਹ
ਬਾਕੀ ਸਾਰੇ ਉਹ ਮੁਲਕ ਜਿਹੜਾ ਬਹੁਤ ਪ੍ਰੋਗਰੈਸਿਵ ਹੈ, ਉਹ ਕੱਪੜੇ ਪਾਉਣ ਚ ਪ੍ਰੋਗਰੈਸਿਵ ਹੈ, ਉਹ ਤੁਹਾਡੇ ਘਰ ਬਣਾਉਣ ਚ ਬੜਾ ਪ੍ਰੋਗਰੈਸਿਵ ਹੈ, ਉਹ ਦਵਾਈਆਂ ਵਿੱਚ, ਖਾਣ ਪੀਣ, ਹਰ ਸਿਸਟਮ ਦੇ ਵਿੱਚ ਬਹੁਤ ਅੱਗੇ ਹੈ ਨਾ, ਕਿ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੈ, ਤੁਸੀਂ ਸੋਹਣੀ ਜ਼ਿੰਦਗੀ ਜੀਂਦੇ ਹੋ। ਫਿਰ ਇਹ ਕਿੱਥੇ ਗੜਬੜ ਹੈ ਇਹ ਸਿਸਟਮ ਦੇ ਵਿੱਚ, ਕਿ ਤੁਸੀਂ ਆਪਣਾ ਕ੍ਰੀਏਟਿਵ ਐਕਸਪ੍ਰੈਸ਼ਨ ਜਿਹੜਾ ਹੈ ਕਿ ਉਹ ਬਿਨਾਂ ਕਿਸੇ ਫਿਕਰ ਦੇ ਜਾਰੀ ਰੱਖਣਾ ਹੋਵੇ, ਤੇ ਉਹ ਕਿੱਦਾਂ ਰੱਖ ਸਕਦੇ ਹੋ? ਉਹਦੇ ਕਿੱਥੇ ਕੋਈ, ਜੇਕਰ ਤੁਸੀਂ ਮੰਨ ਲਓ ਤੁਹਾਡੇ ਉੱਥੇ, ਜਿਸ ਕਾਰਨ ਇਹਦੇ ਨਾਲ ਜੁੜੀ ਗੱਲ ਹੈ ਕਿ ਤੁਸੀਂ ਉੱਥੇ ਜਦੋਂ ਕੋਈ ਤੁਹਾਡੇ ਗ੍ਰਾਂਟਸ ਵਾਲੀਆਂ ਵੀ ਏਜੰਸੀਆਂ ਜਾਂ ਕੋਈ ਮਹਿਕਮੇ ਹੁੰਦੇ ਹੋਣਗੇ, ਕਲਚਰ ਡਿਪਾਰਟਮੈਂਟ, ਕਿ ਉਹ ਤੁਹਾਨੂੰ ਕਦੀ ਕੋਈ ਗ੍ਰਾਂਟਸ ਵਗੈਰਾ ਤੁਸੀਂ ਲੈਣੀਆਂ ਚਾਹੋ ਤੇ ਤੁਹਾਨੂੰ ਦੇਣਗੇ? ਜੀ ਬਹੁਤ ਗ੍ਰਾਂਟਸ ਨੇ ਭਾਜੀ, ਔਰ ਬਹੁਤ ਮਿਲਦੀਆਂ ਵੀ ਨੇ, ਬਹੁਤ ਗ੍ਰਾਂਟਸ ਨੇ, ਬੜਾ ਪੈਸਾ ਸਰਕਾਰ ਤੇ ਕਹਿੰਦੀ ਤੁਸੀਂ ਮਾੜਾ ਜਿਹਾ ਪੈਰ ਪੱਟੋ, ਅਸੀਂ ਤੁਹਾਡੇ ਨਾਲ ਖੜੇ ਆ, ਇੰਨੀਆਂ ਕਿੱਥੇ ਸਹੂਲਤਾਂ ਉਹ ਦੇ ਰਹੇ ਆ। ਪਰ ਉਹ ਮੈਂ ਇਹਨੂੰ ਸਮਝ, ਜਿਹੜੀ ਸਾਡੀ ਸੁਸਾਇਟੀ ਹੈ ਨਾ, ਜਿਹੜਾ ਬੰਦਾ ਪੰਜਾਬ ਚੋਂ ਆਇਆ ਉਹ ਕਦੇ ਵੀ ਕੈਨੇਡੀਅਨ ਨਹੀਂ ਬਣਦਾ, ਉਹ ਸਾਰਿਆਂ ਤੋਂ ਅਲੱਗ ਰਹਿ ਰਿਹਾ ਇੱਕ ਦੁਨੀਆ ਦੇ ਵਿੱਚ ਪੰਜਾਬੀ ਬਣ ਕੇ। ਉਹ ਮੇਨ ਸਟ੍ਰੀਮ ਸੁਸਾਇਟੀ ਦੇ ਵਿੱਚ ਅਬਜ਼ੌਰਬ ਹੁੰਦਾ ਹੀ ਨਹੀਂ ਸਾਰੀ ਉਮਰ, ਉਹਦੀ ਇੱਕ ਵੱਖਰੀ ਦੁਨੀਆ ਹੈ। ਉਹ ਦੁਨੀਆ ਜਦੋਂ ਮੈਂ ਆਇਆ ਸੀ, ਮੇਰੀ ਦੁਨੀਆ 2013 ਚ ਰੁਕ ਗਈ ਆ, ਮੇਰੇ ਲਈ ਉੱਥੇ ਹੀ ਸਾਰਾ ਕੁਝ ਖੜਾ। ਮੈਂ ਉਹੀ ਗੱਲਾਂ ਕਰੀ ਜਾਣੀਆਂ, ਉਹ ਨਾਟਕ ਸੀ, ਉਹ ਇਦਾਂ ਸੀ, ਜਿਹੜਾ 83 ਚ ਆਇਆ, ਜਿਹੜਾ 64 ਚ ਆਇਆ, ਉੱਥੇ ਰੁਕੇ ਆ। ਉਹ ਦੇਖ, ਤੂੰ ਰੁਕ ਗਿਆ ਤੇ ਇਸੇ ਕਰਕੇ, ਤੂੰ ਰੁਕ ਗਿਆ ਇਸੇ ਕਰਕੇ ਜੇ ਪਿਆਸਾ ਕਾਂ ਕਰੀ ਜਾ ਰਿਹਾ ਹੈ। ਇਹ ਵੀ ਹੈ, ਬਿਲਕੁਲ ਬਿਲਕੁਲ, ਇਹ ਸੱਚ ਹੈ ਭਾਜੀ, ਇਹ ਟਰੂ, ਦਿਸ ਟਰੂ। ਜਿਹੜਾ ਉਹ ਬੰਦਾ ਹੈ ਨਾ, ਉਹ ਹੁਣ ਦੋ ਸੁਸਾਇਟੀਜ਼ ਨੇ, ਇੱਕ ਕੈਨੇਡੀਅਨ ਸੁਸਾਇਟੀ ਹੈ, ਇੱਕ ਜਿਹੜੇ ਮਾਈਗ੍ਰੇਟ ਹੋਏ ਆ ਇੱਥੇ, ਇਹਨਾਂ ਦੀ ਇੱਕ ਵੱਖਰੀ ਦੁਨੀਆ ਹੈ। ਹਾਲਾਂਕਿ ਪੋਲਿਟਿਕਸ ਦੇ ਵਿੱਚ ਲੀਡਰ, ਮੰਤਰੀ ਸਾਰਾ ਕੁਝ ਬਣ ਚੁੱਕੇ ਆ, ਪਰ ਇਹ ਮੇਨ ਸਟ੍ਰੀਮ ਦੇ ਵਿੱਚ ਕਦੇ ਵੀ ਨਹੀਂ ਜਾਂਦੇ। ਮੇਰਾ 7 ਸਾਲਾਂ ਦੇ ਵਿੱਚ ਕੋਈ ਇੱਕ ਗੋਰਾ ਦੋਸਤ ਨਹੀਂ ਹੈ ਇੱਥੇ, ਮੈਂ ਕਦੇ ਵਰਤਦਾ ਨਹੀਂ ਆ, ਮੈਨੂੰ ਪਤਾ ਨਹੀਂ ਹੈ, ਮੈਂ ਕਦੇ ਅੰਗਰੇਜ਼ੀ ਨਹੀਂ ਬੋਲੀ, ਜਿੰਨੀ ਆਉਂਦੀ ਸੀ ਉਹ ਵੀ ਭੁੱਲ ਗਈ। ਇੱਥੇ ਇੰਨਾ ਇੱਕ ਵੱਖਰੀ ਦੁਨੀਆ ਬਣ ਚੁੱਕੀ ਆ ਜਿਹੜੀ, ਈਵਨ ਉਹ ਜਿਹੜਾ ਸਾਡਾ ਕਲਚਰ ਆ, ਕਲਚਰ ਸਾਡਾ ਭੰਗੜਾ ਆ, ਕਲਚਰ ਸਾਡਾ ਗਿੱਧਾ ਹੈ, ਉਹ ਗਿੱਧਾ ਭੰਗੜਾ ਇੱਥੇ ਪੈ ਰਿਹਾ ਆ, ਉਹਦੇ ਨਾਂ ਤੇ ਗ੍ਰਾਂਟਾਂ ਮਿਲ ਰਹੀਆਂ ਆ, ਉਹ ਡਿਵੈਲਪ ਹੋ ਰਿਹਾ ਹੈ। ਨਿਆਣੇ ਲੋਕ ਜਿਹੜੇ ਮਾਪੇ ਉਹ ਵੀ ਬੱਚੇ ਨੂੰ ਗਿੱਧੇ ਭੰਗੜੇ ਚ ਪਾਉਣਾ ਚਾਹੁੰਦੇ ਆ। ਔਰ ਇਸ ਗੱਲ ਦਾ ਭਾਜੀ ਮੈਂ ਤੁਹਾਨੂੰ ਇੱਕ ਬੜੀ ਹੈਰਾਨੀਜਨਕ ਗੱਲ ਦੱਸਦਾ ਆ ਕਿ ਉਹ ਸਾਡਾ ਜਿਹੜਾ ਕਲਚਰ ਆ, ਉਹ ਅਸੀਂ ਅੱਗੇ ਵੀ ਜਿਹੜਾ ਉਹ ਅੱਗੇ ਵੀ ਭੇਜ ਰਹੇ ਆ। ਜਿਹੜੀ ਇੱਕ ਰਿਸਰਚ ਕੀਤੀ ਸੀ ਕੁੜੀ ਨੇ ਇੱਥੇ ਟੋਰਾਂਟੋ ਦੇ ਵਿੱਚ, ਕਿ ਉਹਨੇ ਇਹ ਕਿਹਾ ਵੀ ਇੱਥੇ ਜਿਹੜੀ ਭਰੂਣ ਹੱਤਿਆ ਹੈ ਪੰਜਾਬੀ, ਉਹਨੇ ਸਾਊਥ ਏਸ਼ੀਅਨ ਕਿਹਾ ਸੀ ਪਰ ਪੰਜਾਬੀ ਉਹਦੇ ਵਿੱਚ ਹੀ ਕਾਫੀ ਹੈ, ਵੀ ਇਹ ਕੈਨੇਡਾ ਦੇ ਵਿੱਚ ਵੀ ਕਰ ਰਹੇ ਆ, ਵੀ ਇਹ ਸਾਰਾ ਕੁਝ ਇੱਥੇ ਹੈਗਾ। ਅੱਛਾ, ਉਹਨੇ ਇਹ ਵੀ ਕਿਹਾ ਕਿ ਜਿਹੜੇ ਇਹ ਪੰਜਾਬੀ ਇੱਥੇ ਆ ਗਏ ਸਾਊਥ ਏਸ਼ੀਅਨ, ਇਹਨਾਂ ਦੇ ਜਿਹੜੇ ਇੱਥੋਂ ਦੇ ਜੰਪਲ ਨਿਆਣੇ ਆ ਕੈਨੇਡਾ ਦੇ, ਉਹਨਾਂ ਦੀਆਂ ਵੀ ਵੈਲਿਊਜ਼ ਉਹੀ ਆ ਜਿਹੜੀਆਂ ਇਹਨਾਂ ਦੀਆਂ ਸੀਗੀਆਂ 50 ਸਾਲ ਪਿੱਛੇ, ਉਹ ਵੀ ਫੀਮੇਲ ਫੋਟੀਸਾਈਡ ਕਰ ਰਹੇ ਆ। ਔਰ ਉਹਨੇ ਇੱਕ ਰਿਸਰਚ ਕੀਤੀ ਜਿਹਦੇ ਵਿੱਚ ਉਹਨੇ ਇਹ ਦੇਖਿਆ ਕਿ ਜਿਹੜੇ ਕੈਨੇਡਾ ਦੇ ਜੰਪਲ ਬੱਚੇ ਨੇ ਸਾਊਥ ਏਸ਼ੀਅਨ ਕਮਿਊਨਿਟੀ ਦੇ, ਉਹ ਜਿਨ੍ਹਾਂ ਦੇ 2 ਕੁੜੀਆਂ ਆ, ਤੀਜਾ ਬੱਚਾ ਕੀ ਆ? ਉਹ ਤੀਜਾ ਬੱਚਾ ਬਹੁਤਿਆਂ ਦੇ ਮੁੰਡਾ ਹੀ ਆ। ਤੇ ਉਹ ਕਹਿੰਦੀ ਵੀ ਇਹ 50% ਹੋਣਾ ਚਾਹੀਦਾ ਸੀ, ਤੀਜਾ ਬੱਚਾ ਮੁੰਡਾ ਕਿਉਂ ਹੋ ਰਿਹਾ? ਉਹਨੇ ਮਤਲਬ ਅਸਲ ਚ ਅਸੀਂ ਉਹ ਸਾਰਾ ਕੁਝ ਜਿਹੜਾ ਸਾਡਾ ਸੀਗਾ ਇੱਥੋਂ ਦੀ ਜੰਪਲ ਅਗਲੀ ਪੀੜ੍ਹੀ ਵਿੱਚ ਵੀ ਪਾਤਾ, ਤੇ ਫਿਰ ਅਸੀਂ ਭੰਗੜਾ ਕਿੱਦਾਂ ਹੀ ਪਾਉਣਾ ਸੀ? ਥੀਏਟਰ ਉਹਨਾਂ ਕਿੱਥੋਂ ਪਾ ਸਕਦੇ ਹਾਂ? ਸਾਡੇ ਵਿੱਚ ਹੀ ਜਿੰਨੇ ਥੀਏਟਰ ਕਰਨ ਵਾਲੇ ਪੰਜਾਬ ਚ ਆ, ਉਹਨਾਂ ਦਾ 25 ਸਾਲ ਹੀ, ਅਸੀਂ 70-75 ਸਾਲ ਪਿੱਛੇ ਆ ਇਹਨਾਂ ਮਾਮਲਿਆਂ ਦੇ ਵਿੱਚ। ਸਾਡੇ ਕੋਲ ਕੁਝ ਨਹੀਂ ਹੈ ਇੱਥੇ ਇਹਦੇ ਨਾਲ। ਉਹ ਬਹੁਤੇ ਲੋਕ ਉਹ ਨੇ ਜਿਹੜੇ, ਜਿੱਦਾਂ ਤੁਸੀਂ ਕਿਹਾ ਨਾ ਵੀ ਬਹੁਤੇ ਲੋਕ ਇੱਥੇ ਜਾ ਕੇ ਲੇਖਕ ਬਣ ਜਾਂਦੇ ਆ। ਉਹ ਮੈਂ ਜਦੋਂ ਇੱਥੇ ਆਉਣ ਲੱਗਾ ਸੀ, ਡਾਕਟਰ ਆਤਮਜੀਤ ਨੇ ਮੈਨੂੰ ਕਿਹਾ ਸੀ ਵੀ ਜਾਂ ਤੂੰ ਉੱਥੇ ਜਾ ਕੇ ਸ਼ਰਾਬ ਪੀਣ ਲੱਗ ਜਾਣਾ ਤੇ ਜਾਂ ਤੂੰ ਕਵਿਤਾ ਲਿਖਣ ਲੱਗ ਜਾਣਾ, ਤੇ ਤੇਰਾ ਤੀਜਾ ਕੁਝ ਨਹੀਂ ਬਣਨਾ। ਖੈਰ ਮੈਂ ਅਜੇ ਤੱਕ ਦੋਵੇਂ ਨਹੀਂ ਕੀਤੇ। ਉਹ ਸੱਚ ਆ ਗੱਲ। ਇੱਥੇ ਆ ਕੇ ਬੰਦਾ ਲੇਖਕ, ਉਹ ਲੇਖਕ ਬਣ ਗਏ ਜਿਹੜੇ ਇੱਥੇ ਆ ਕੇ। ਏਦਾਂ ਹੀ ਮਤਲਬ ਜਿਹੜੇ ਸਾਧੂ ਬਣੇ ਜਾਂ ਪਹਿਲੀ ਪੀੜ੍ਹੀ ਵੀ ਸੀਗੀ, ਉਹ ਨਾਟਕਕਾਰ ਬਣ ਗਏ, ਇੱਥੇ ਆ ਕੇ ਨਾਟਕ ਕਰਨ ਵਾਲੇ ਬਣ ਗਏ, ਹਾਲਾਂਕਿ ਉਹ ਨਹੀਂ ਸੀਗੇ, ਇਹ ਉਹਨਾਂ ਦਾ ਮਕਸਦ ਇਹ ਨਹੀਂ ਸੀਗਾ। ਸੋ ਸਾਡਾ ਥੀਏਟਰ ਸਾਰਾ ਉੱਥੇ ਕੀ ਕਿਤੇ ਨਾ ਕਿਤੇ ਖੜਾ ਆ। ਮਤਲਬ ਉਹ ਵੀ ਪੰਜਾਬ ਦੇ ਵਿੱਚੋਂ ਕੁਝ ਲੋਕ ਆਉਂਦੇ ਆ, ਕਦੇ ਹਰਕੇਸ਼ ਚੌਧਰੀ ਆ ਜਾਂਦੇ ਆ, ਕਦੇ ਪਾਲੀ ਭੁਪਿੰਦਰ ਵੀ ਆ ਜਾਂਦੇ ਆ, ਡਾਕਟਰ ਆਤਮਜੀਤ ਆ ਜਾਂਦੇ ਆ। ਉਹ ਥੋੜੇ ਬਹੁਤੇ ਚੰਗੇ ਲੈਵਲ ਦੇ ਨਾਟਕ ਇੱਥੇ ਕਰਵਾ ਕੇ, ਮਤਲਬ ਪਰ ਪੰਜਾਬ ਦੇ ਹਿਸਾਬ ਨਾਲ ਉਹ ਵੀ ਕਾਫੀ ਪਿੱਛੇ ਆ। ਉਸ ਕਿਸਮ ਦਾ ਥੀਏਟਰ ਜਿਹੜਾ ਥੋੜਾ ਜਿਹਾ ਚੱਲਦਾ ਆ, ਪਰ ਪਤਾ ਨਹੀਂ ਕਿਉਂ ਕੁਛ ਹੈ। ਹਾਂ, ਜਿਸ ਕਾਰਨ ਜਿਹੜੇ ਤੁਹਾਡੇ ਥੀਏਟਰ ਦੇ ਸਬਜੈਕਟ ਨੇ ਨਾਟਕਾਂ ਦੇ, ਜਿਵੇਂ ਤੁਸੀਂ ਕਿਹਾ ਕਿ ਮੈਂ ਨਾਟਕ ਕੀਤਾ, ਤੁਹਾਨੂੰ ਕਿਹੜਾ ਰੰਗ ਪਸੰਦ ਹੈ ਨਾ,
ਇਹ ਯਾਨੀ ਇਹੋ ਜਿਹੇ ਵਿਸ਼ੇ ਵਾਲਾ ਇਹ ਕਾਫੀ ਉਲਝਣ ਜੀ ਵਾਲਾ ਨਾਟਕ ਹੈ ਕਿ ਜਿਹੜਾ ਬਹੁਤ ਜਲਦੀ ਇਮੀਡੀਏਟਲੀ ਲੋਕਾਂ ਦੇ ਸਮਝ ਨਹੀਂ ਆਉਂਦਾ। ਔਰ ਜਦੋਂ ਕਿ ਤੁਹਾਡੇ ਇੱਥੇ ਜਦੋਂ ਵੀ ਕੋਈ ਨਾਟਕ ਹੁੰਦਾ ਤੇ ਜਿਹੜੇ ਜਿਵੇਂ ਸਾਧੂ ਬਿਨਿੰਗੂਰੀ ਜਾਂ ਜਿਹੜੇ ਇਧਰਲੇ ਰਾਈਟਰ ਨੇ ਸਾਰੇ, ਉਹ ਕਹਿੰਦੇ ਵੀ ਸਾਡੇ ਇੱਥੇ ਜਿਹੜਾ ਵੀ ਨਾਟਕ ਕਰੋ ਉਹ ਵਿਸ਼ਾ ਉਹ ਹੋਣਾ ਚਾਹੀਦਾ ਜਿਹੜੇ ਸਾਡੀਆਂ ਸਮੱਸਿਆਵਾਂ ਨਾਲ ਜੁੜਿਆ ਹੋਵੇ, ਵੀ ਸਾਡੇ ਪੰਜਾਬੀਆਂ ਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਸਮੱਸਿਆਵਾਂ ਨੇ ਉਹਨਾਂ ਨਾਲ ਜੁੜਿਆ ਹੋਵੇ। ਫਿਰ ਤੁਹਾਡੇ ਇਹੋ ਜਿਹੇ ਨਾਟਕ ਨੂੰ ਕਿੱਦਾਂ ਰਿਸਪੌਂਡ ਕਰਦੇ ਆ? ਇੱਥੇ ਭਾਜੀ ਇੱਕ ਵਰਗ ਉਹ ਵੀ ਮੰਨ ਲਓ ਹੁਣ ਮੰਚ ਰੰਗਮੰਚ ਦੇ ਸਮਰਾਟ ਤਰਲੋਚਨ ਉਹਨਾਂ ਦੇ ਕਿੰਨੇ ਆਰਟਿਸਟ ਆ ਜਿਹੜੇ ਇੱਥੇ ਆ ਚੁੱਕੇ ਆ ਹੁਣ ਤੱਕ ਕਿੰਨੇ ਸਾਲਾਂ ਦੇ ਵਿੱਚ, ਉਹ ਇੱਕ ਵਰਗ ਤਾਂ ਹੈਗਾ ਨਾ ਵੀ ਤੁਸੀਂ 100-200 ਬੰਦਾ ਤਾਂ ਕੱਢ ਹੀ ਸਕਦੇ ਆ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਵੀ ਨਾਟਕ ਦੇਖ ਸਕਦਾ ਹੋਵੇ। ਇਹ ਉਹ ਲੋਕ ਜਿਹੜੇ ਦੇਖਣ ਆਉਂਦੇ ਨੇ, ਜਿਹੜਾ ਮਤਲਬ ਇੱਥੇ ਹੁਣ ਡਾਕਟਰ ਨਵਦੀਪ ਤੁਹਾਡਾ ਸਟੂਡੈਂਟ ਹੀ ਸੀਗਾ ਜਿਹਨੇ ਆਪਣਾ ਪਟਿਆਲੇ ਵਾਲਾ, ਹਾਂ ਮੈਂ ਭੁੱਲ ਗਿਆ ਉਹ ਵੀ ਉੱਥੇ ਹੀ ਆ। ਹਾਂ ਮਤਲਬ ਇਹ ਕਿੰਨੇ ਆਰਟਿਸਟ ਆਏ ਆ ਜਿਹੜੇ ਉੱਥੇ ਦਿੱਗਜ ਸੀਗੇ ਔਰ ਇੱਥੇ ਆ ਕੇ ਉਹ ਕਿਹੜੇ ਕਮਰਿਆਂ 'ਚ ਰੁਲ ਗਏ ਪਤਾ ਵੀ ਨਹੀਂ, ਕੋਈ ਪਛਾਣਦਾ ਵੀ 10-10 20-20 ਸਾਲ ਲੰਘ ਜਾਂਦੇ ਉਹਨਾਂ ਨੂੰ ਪੁੱਛੋ ਨਾਟਕ। ਹਾਂ ਇੰਨਾ ਹੈ ਮੇਰੇ ਵਾਂਗੂ, ਇਹ ਸਾਰੇ ਕਹਿ ਰਹੇ ਵੀ ਨਹੀਂ ਕਰਨਾ ਜ਼ਰੂਰ ਹੈ ਇੱਕ ਦਿਨ ਇੱਥੇ, ਪਰ ਲੰਘ ਜਾਂਦੀ ਆਉਂਦਾ ਨਹੀਂ। ਉਹ ਮੈਂ ਬਸ ਇਹੀ ਵੀ ਚਲੋ ਇਹ ਤੇ ਮੈਂ ਇਹ ਇੱਕ ਪੋਜ਼ਿਟਿਵ ਗੱਲ ਜਿਹੜੀ ਤੁਸੀਂ ਦੱਸੀ ਹੈ ਕਿ ਕਮ ਸੇ ਕਮ 100 ਕੁ ਬੰਦਾ ਤਾਂ ਇਹੋ ਜਿਹਾ ਹੈਗਾ ਨਾ ਕਿ ਤੁਸੀਂ ਕੋਈ ਵੀ ਨਾਟਕ ਕਰੋ ਚਾਹੇ ਸ਼ੇਕਸਪੀਅਰ ਦਾ ਕਰੋ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਬਾਕੀ ਸਾਰੀ ਸੁਸਾਇਟੀ ਜਿਹੜੀ ਕੈਨੇਡਾ ਦੀ ਹੈ ਉਹ ਪੂਰਾ ਸ਼ੇਕਸਪੀਅਰ ਦਾ ਫੈਸਟੀਵਲ ਦੇਖਦੀ, ਮੈਂ ਜਦੋਂ 96 ਚ ਗਿਆ ਤੇ ਮੈਂ ਇੱਕ ਫੈਸਟੀਵਲ ਦੇਖਿਆ, ਸ਼ਾਇਦ ਤੁਸੀਂ ਉਹਦੀ ਗੱਲ ਕਰ ਰਹੇ ਸੀ, ਸ਼ੇਕਸਪੀਅਰ ਇਨ ਦਾ ਪਾਰਕ ਹੈ ਨਾ? ਹਾਂਜੀ ਬਾਰਡ ਉਹੀ ਲਗਭਗ ਉਹੀ, ਉਹਦੇ ਵਿੱਚ ਟੈਂਟ ਲਾ ਕੇ ਸਾਰੇ ਸ਼ੇਕਸਪੀਅਰ ਹੋ ਰਿਹਾ ਸੀ ਇੰਟਰਵਲ ਤੇ, ਲੋਕੀ ਉਹ ਕਲਾਕਾਰ ਜਿਹੜੇ ਸੀ ਆਪ ਹੀ ਮੁੜ ਕੇ ਕੁਝ ਵੇਚਦੇ ਵੀ ਆ ਔਰ ਉਹਨਾਂ ਨੂੰ ਸਾਰਾ ਕੁਝ ਉਸੇ ਡਰੈਸਿਸ ਦੇ ਵਿੱਚ, ਉਹ ਕਾਫੀ ਇੰਟਰਸਟਿੰਗ ਉਹਨਾਂ ਬਣਾਇਆ ਹੋਇਆ ਸੀਗਾ ਉਹ ਵਾਲਾ ਥੀਏਟਰ ਜਿਹੜਾ ਸੀਗਾ। ਬੜਾ ਵੱਡਾ ਇੱਕ ਫ੍ਰਿੰਜ ਥੀਏਟਰ ਫੈਸਟੀਵਲ ਹੁੰਦਾ ਹੈ, ਫ੍ਰਿੰਜ ਥੀਏਟਰ ਫੈਸਟੀਵਲ ਵੀ ਉੱਥੇ ਤੁਹਾਡੇ ਹੁੰਦਾ ਔਰ ਬਹੁਤ ਇੰਟਰਸਟਿੰਗ, ਔਰ ਬੜੇ ਸਾਰੇ ਟੈਂਟ ਦੇ ਵਿੱਚ ਇੱਕ ਚੋਂ ਨਿਕਲ ਕੇ ਦੂਜੇ ਚ ਵੜ ਜਾਓ, ਦੂਜਾ ਨਾਟਕ ਤੀਜਾ ਨਾਟਕ, ਜਿਹਦੇ ਵਿੱਚ ਕਿ ਸੋਲੋ ਪਲੇਜ਼ ਦੀ ਵੀ ਬਹੁਤ ਸਾਰੀ ਪਰਫਾਰਮੈਂਸ ਹੁੰਦੀਆਂ ਨੇ। ਇਹ ਜੇਕਰ ਤੁਸੀਂ ਉਹ ਜਿਹੇ ਫੈਸਟੀਵਲ ਚ ਆਪਣਾ ਨਾਟਕ ਕੋਈ ਪਿਆਸਾ ਕਾਂ ਜਿਹੜੇ ਜਿਵੇਂ ਤੁਸੀਂ ਸੋਲੋ ਕਰਦੇ ਹੋ, ਇਦਾਂ ਦਾ ਕੋਈ ਨਾਟਕ ਲੈ ਕੇ ਜਾਓ ਤੇ ਉਹਦੇ ਵਿੱਚ ਤੁਹਾਨੂੰ ਵੀ ਜਗ੍ਹਾ ਮਿਲਦੀ ਹੈ, ਤੁਸੀਂ ਕਰਨਾ ਚਾਹੁੰਦੇ ਹੋ ਜਾਂ ਕੀਤਾ ਹੈ ਕਦੀ ਕੁਛ? ਨਹੀਂ ਉੱਥੇ ਭਾਜੀ ਅਸੀਂ ਨਹੀਂ ਜਾ ਸਕਦੇ। ਮੈਂ ਫਿਰ ਕਹਿੰਦਾ ਇੱਥੇ ਇਹ ਮਤਲਬ ਉਦਾਂ ਦੀ ਗੱਲ ਆ ਵੀ ਇੱਕ ਕਿਸੇ ਸਧਾਰਨ ਬੰਦੇ ਨੂੰ ਤੁਸੀਂ ਕਹਿ ਦੋ ਵੀ ਆਪਰੇਸ਼ਨ ਥੀਏਟਰ ਵਿੱਚ ਜਾ ਕੇ ਤੂੰ ਆਪਰੇਸ਼ਨ ਕਰ, ਜਿਹੜਾ ਕਿ ਡਾਕਟਰ ਨਹੀਂ ਹੈ ਉਹ ਇਹਨੂੰ ਇਦਾਂ ਦੇਖਦੇ ਆ ਕਿ ਜਿੰਨਾ ਚਿਰ ਤੁਹਾਡੇ ਕੋਲ ਟ੍ਰੇਨਿੰਗ ਨਹੀਂ ਹੈ ਨਾ ਤੁਹਾਡੇ ਕੋਲ, ਉਹ ਕਹਿੰਦੇ ਵੀ ਤੁਸੀਂ ਨਹੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ, ਮਤਲਬ ਉਹ ਤਾਂ ਇਸ ਗੱਲ ਲਈ ਵੀ ਤੁਸੀਂ ਉਹਨਾਂ ਲਈ ਬਿਲਕੁਲ ਇਹ ਕੋਈ ਪੈਸ਼ਨ ਜਾਂ ਇਦਾਂ ਹੈ ਕਿ ਅਸੀਂ ਥੀਏਟਰ ਅਸੀਂ ਕੁਰਬਾਨੀ ਕਰਨੀ ਹੈ ਸਿੱਧਾ ਰੱਖਣਾ, ਉਹਨਾਂ ਲਈ ਇੱਕ ਜੌਬ ਆ ਇਹ ਜਿਹੜੀ ਕਿ ਉਹਨਾਂ ਨੂੰ ਰਿਹਰਸਲ ਦੇ ਵੀ ਉਹਨਾਂ ਨੂੰ ਜਿੰਨੇ ਉਹ ਹਰ ਇੱਕ ਮਤਲਬ ਇੱਕ ਡਾਕਟਰ ਚੰਗੇ ਪੈਸੇ ਉਹਨਾਂ ਨੂੰ ਮਿਲਦੇ ਆ ਇਸ ਕੰਮ ਦੇ। ਮੈਂ ਕਈ ਵਾਰੀ ਭਾਜੀ ਉਹਨਾਂ ਦੀ ਰਿਹਰਸਲ ਜਦੋਂ ਉਹ ਨਾਟਕ ਕਰਦੇ ਆ ਨਾ, ਮੰਨ ਲਓ ਉਹਦੀ $50 ਟਿਕਟ ਆ ਉਹਨਾਂ ਦੇ ਪਲੇ ਦੀ, $60 ਟਿਕਟ ਆ, ਉਹ ਜਿਹੜਾ ਰਨ ਥਰੂ ਕਰਦੇ ਆ ਉਹਦੇ ਤੋਂ ਇੱਕ ਦਿਨ ਪਹਿਲਾਂ ਡਰੈਸ ਰਿਹਰਸਲ ਕਰਦੇ ਆ, ਉਹਦੀ ਵੀ ਟਿਕਟ ਰੱਖ ਦਿੰਦੇ ਆ ਵੀ ਉਹ $20 ਦੀ ਆ ਜੇ ਕਿਸੇ ਨੇ ਦੇਖਣੀ ਹੋਵੇ। ਮੈਂ ਉਹ ਵੀ ਉਹਦੇ ਲਈ ਵੀ ਉਹ ਦੇਖਣ ਚਲੇ ਜਾਂਦੇ ਆ ਵੀ ਪਲੇ ਦੇਖ ਹੀ ਲਿਆ ਨਾ ਤੁਸੀਂ। ਉਹ ਬਿਲਕੁਲ ਇੱਕ ਪ੍ਰੋਫੈਸ਼ਨਲ ਉਹਨਾਂ ਦਾ ਤਰੀਕਾ ਹੈ, ਬਕਾਇਦਾ ਉਹਨਾਂ ਦੀ ਲਾਈਟਿੰਗ, ਹਰ ਇੱਕ ਬੰਦਾ ਮਤਲਬ ਆਪਣੀ ਜਗ੍ਹਾ ਦੇ ਉੱਤੇ ਫਿੱਟ ਆ, ਬਹੁਤ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ, ਜਿਹੜਾ ਸ਼ਾਇਦ ਇੱਥੇ ਨਹੀਂ ਸੋਚਿਆ ਜਾ ਸਕਦਾ। ਔਰ ਲੈਂਗੁਏਜ ਸਭ ਤੋਂ ਵੱਡੀ ਪ੍ਰੋਬਲਮ ਆ ਸਾਡੀ, ਜਿੰਨਾ ਚਿਰ ਸਾਨੂੰ ਉਹਨਾਂ ਦੀ ਭਾਸ਼ਾ ਉਹਨਾਂ ਦਾ ਐਕਸੈਂਟ ਨਹੀਂ ਆਉਂਦਾ। ਬਹੁਤ ਥੀਏਟਰ ਇੱਥੇ ਕਮਾਲ ਦੀ ਗੱਲ ਆ ਭਾਜੀ, ਜਦੋਂ ਅਨੁਪਮ ਖੇਰ ਇੱਥੇ ਆ ਕੇ ਉਹਨਾਂ ਨੇ ਨਾਟਕ ਕਰਕੇ ਗਏ, ਰਕੇਸ਼ ਬੇਦੀ ਨੇ ਕੀਤਾ ਸੀ ਸ਼ਾਇਦ ਮੇਰਾ ਉਹ ਮਤਲਬ ਨਹੀਂ ਥਾ ਜਾਂ ਇਦਾਂ ਦਾ ਨਾਟਕ ਕੀਤਾ, ਉਹਦੀ ਪੰਜਾਬੀ ਥੀਏਟਰ ਲੋਕ $5 ਦੀ ਟਿਕਟ ਲੈ ਕੇ ਜਾਂ $10 ਦੀ ਟਿਕਟ ਲੈ ਕੇ ਆਉਣਾ ਚਾਹੁੰਦੇ ਆ। ਮੈਂ ਉਹ ਟਿਕਟ $100 ਦੀ ਮਸੀ ਮਿਲੀ ਮੈਨੂੰ ਉਹ ਟਿਕਟ ਅਨੁਪਮ ਖੇਰ ਦਾ ਨਾਟਕ ਦੇਖਣ ਦੇ ਲਈ। ਹਿੰਦੀ ਥੀਏਟਰ ਦੇ ਜਿਹੜੇ ਹਿੰਦੀ ਆਡੀਅנס ਆ ਰੰਗਮੰਚ ਦੀ, ਉਹ ਬਹੁਤ ਆ ਇੱਥੇ, ਜਿਹੜੀ ਉਸ ਲੈਵਲ ਦਾ ਹਾਲ ਫੁੱਲ ਕਰ ਸਕਦੀ ਆ। ਜਿਹੜਾ ਉਹ ਨੀਨਾ ਗੁਪਤਾ ਸ਼ਾਇਦ ਸੀਗੀ ਉਹਦੇ ਵਿੱਚ, ਉਹ ਨਾਟਕ ਦੇਖਣ ਦੇ ਲਈ $100-150 ਦੀ ਟਿਕਟ ਵੀ ਲੈ ਸਕਦੇ ਆ। ਇੱਥੇ ਪੰਕਜ ਉਦਾਸ ਨੂੰ ਸੁਣ ਸਕਦੇ ਆ। ਰਾਹਤ ਫਤਿਹ ਅਲੀ ਖਾਨ ਦੀ ਟਿਕਟ ਜਿਹੜੀ ਆ ਉਹਦੀ ਦੇਖਣ ਦੇ ਲਈ $1500 ਦੀ ਇੱਕ ਟਿਕਟ ਵਿਕਦੀ ਆ ਫਰੰਟ ਸੀਟ ਦੇ ਉੱਤੇ ਬੈਠ ਕੇ ਸੁਣਨ ਲਈ। ਮਤਲਬ ਹਰ ਇੱਕ ਤਰ੍ਹਾਂ ਦਾ ਇੱਥੇ ਆਰਟ ਜਿਹੜਾ ਆ ਉਹ ਸਾਡਾ ਇੰਡੀਅਨ ਪੂਰਾ ਡਿਵੈਲਪਡ ਆ, ਸਾਰਾ ਕੁਛ ਹੈਗਾ। ਪੰਜਾਬੀ ਥੀਏਟਰ ਕਿਤੇ ਨਾ ਕਿਤੇ ਜਾਂ ਤਾਂ ਪ੍ਰੋਫੈਸ਼ਨਲ ਨਹੀਂ ਹੋ ਸਕਿਆ, ਜਿਹੜੇ ਪੰਜਾਬੀਆਂ ਦੇ ਨਿਆਣੇ ਗਏ ਉਹ ਫਿਰ ਅੰਗਰੇਜ਼ੀ ਥੀਏਟਰ ਦੇ ਵਿੱਚ ਪੈ ਗਏ,
ਜਿਹੜਾ ਬੰਦਾ ਪੰਜਾਬ 'ਚ ਥੀਏਟਰ ਕਰਨ ਆਉਂਦਾ ਉਹਦੀ ਇੱਕ ਪੀੜ੍ਹੀ ਤਾਂ ਇੱਥੇ ਉਹ ਬਗੋਚਾ ਹੀ ਮਾਰ ਜਾਂਦਾ, ਬੰਦਾ ਵੈਸੇ ਹੀ ਸੋਚੀ ਜਾਂਦਾ ਐਵੇਂ ਅੰਮ੍ਰਿਤਸਰ ਨੂੰ ਯਾਦ ਕਰੀ ਜਾਂਦਾ, ਮੈਂ ਉੱਥੇ ਜਾ ਕੇ ਕੁਲਚੇ ਖਾਂਦਾ ਹੁੰਦਾ ਸੀ, ਬੇਕਾਰ ਦੀਆਂ ਉਹ ਜਿਹੜੀਆਂ ਪੰਜਾਬ ਦੇ ਵਿੱਚ ਲੱਗਦੀਆਂ ਸੀ ਸਭ ਤੋਂ ਬੇਕਾਰ ਗੱਲਾਂ ਉੱਥੇ ਜਾ ਕੇ ਕੈਨੇਡਾ 'ਚ ਜਾ ਕੇ ਲੋਕ ਕਰਦੇ, ਉਹ ਇੱਥੇ ਆ ਕੇ ਮੈਂ ਕਰ ਰਿਹਾ। ਮਤਲਬ ਸੱਚਮੁੱਚ ਤੁਸੀਂ ਅੰਦਰੋਂ ਸ਼ਿਕਾਰ ਹੋ ਜਾਂਦੇ ਹੋ ਉਹਦਾ। ਮੈਨੂੰ ਲੱਗਦਾ ਸੀ ਨਹੀਂ ਕੈਨੇਡਾ ਜਾ ਕੇ ਇਹ ਕੀ ਰੋਣਾ ਵੀ ਮੈਨੂੰ ਪੰਜਾਬ ਯਾਦ ਆਉਂਦਾ, ਦਫਾ ਉਹ ਟਿਕਟ ਲੈ ਕੇ ਆ ਜਾਓ ਜੇ ਨਹੀਂ ਤੁਹਾਡਾ ਜੀਅ ਲੱਗਦਾ ਉੱਥੇ। ਪਰ ਇਹ ਉਹ ਸਾਰੀਆਂ ਗੱਲਾਂ ਦੇ ਸ਼ਿਕਾਰ ਜਦੋਂ ਤੁਸੀਂ ਇਸ ਸਿਸਟਮ ਦੇ ਵਿੱਚ ਆਉਂਦੇ ਤੁਸੀਂ ਵੀ ਹੋ ਜਾਂਦੇ। ਪਰ ਹੁਣ ਜਿਹੜੀ ਆਸ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਉੱਥੋਂ ਆਏ ਆ ਲੋਕ, ਮੈਂ ਜਿੱਦਾਂ ਕਿ ਟੋਰਾਂਟੋ ਦੇ ਵਿੱਚ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਡਿਵੈਲਪ ਕੀਤਾ, ਜਿਹੜੇ ਹੀਰਾ ਰੰਧਾਵਾ, ਸਰਬਜੀਤ ਅਰੋੜਾ, ਉੱਥੇ ਜਿੰਨੇ ਨਾਂ ਨੇ ਕਾਫੀ ਨੇ, ਉਹਨਾਂ ਨੇ ਸਪਾਂਸਰ ਲੱਭ ਲਏ ਨੇ, ਜਿੰਨਾ ਮੈਂ ਸੁਣਿਆ ਉਹਨਾਂ ਦਾ ਕਿ 10-20 ਬੰਦੇ ਉਹਨੇ ਲੱਭ ਲਏ ਜਿਹੜੇ ਉਹ ਕਹਿੰਦੇ ਵੀ ਠੀਕ ਹੈ ਇਸ ਵਾਰੀ ਤੁਸੀਂ ਪੈਸਾ ਦਿਓ ਨਾਟਕ ਲਈ, ਅਗਲੀ ਵਾਰੀ ਤੁਸੀਂ ਦਿਓ, ਅਗਲੀ ਵਾਰੀ ਤੁਸੀਂ ਦਿਓ। ਪਰ ਜਿੰਨਾ ਚਿਰ ਇੱਥੇ ਐਕਟਰ ਨੂੰ ਪੈਸਾ ਨਹੀਂ ਮਿਲਦਾ, ਉਹ ਪੇਡ ਨਹੀਂ ਹੁੰਦਾ, ਉਹਦਾ ਇੱਕ ਬਣਦਾ ਨਹੀਂ ਇਹ, ਉਹਨਾਂ ਚਿਰ ਇੰਡੀਵਿਜੂਅਲ ਜਿਹੜੀਆਂ ਐਫਰਟਸ ਤਾਂ ਰਹਿਣਗੇ ਪਰ ਉਸ ਤਰ੍ਹਾਂ ਦਾ ਥੀਏਟਰ ਨਹੀਂ ਸਾਹਮਣੇ ਆਉਂਦਾ। ਜਸਕਰਨ, ਕਿਉਂਕਿ ਚਲੋ ਸਾਡੇ ਕੋਲ ਟਾਈਮ ਵੀ ਥੋੜਾ ਹੋਰ ਅੱਗੇ, ਪਰ ਮੈਨੂੰ ਇੰਝ ਲੱਗਦਾ ਕਿ ਜਿਵੇਂ ਜਸਕਰਨ ਜੇਕਰ ਹੁਣ ਉੱਥੇ ਆਪਣਾ ਸੈੱਟ ਹੈ, ਘਰ ਹੈਗਾ ਆ, ਬੱਚਾ ਹੈ, ਵਾਈਫ ਹੈ, ਠੀਕ ਖਾਣ ਪੀਣ ਲਈ ਪੈਸੇ ਹੈਗੇ ਆ, ਤੇ 2 ਸਾਲ ਦਾ ਪੈਸਾ ਜੋੜ ਕੇ ਜੇਕਰ ਜਸਕਰਨ ਕੋਈ ਟ੍ਰੇਨਿੰਗ ਉਧਰੋਂ ਕਰ ਲਏ ਤੇ ਫਿਰ ਉਸ ਤਰ੍ਹਾਂ ਦਾ ਥੀਏਟਰ ਕਰੇ, ਇਜ਼ ਇਟ ਪੋਸੀਬਲ ਕਿ ਇਦਾਂ ਦਾ ਹੋ ਸਕਦਾ? ਬਿਲਕੁਲ ਬਿਲਕੁਲ ਜੀ, 100% ਹੋ ਸਕਦਾ। ਮੇਰੇ ਪਲਾਨਸ ਵੀ ਹੈਗੇ ਆ ਔਰ ਕਰ ਰਹੇ ਹਾਂ ਉਸੇ ਪਾਸੇ ਜਾਣ ਦੇ ਲਈ। ਛੋਟੇ ਮੋਟੇ ਕੋਰਸ ਇਹਨਾਂ ਦੇ ਹੈਗੇ ਆ ਵੀ ਕਿਸੇ ਤਰ੍ਹਾਂ ਜੇ ਮੈਨੂੰ ਉਹਨਾਂ ਦੀ ਲੈਂਗੁਏਜ ਨਹੀਂ ਆਉਂਦੀ, ਘੱਟੋ ਘੱਟ ਮੈਂ ਲਾਈਟਿੰਗ 'ਚ ਉਹਨਾਂ ਦਾ ਟੈਕਨੀਸ਼ੀਅਨ ਬਣ ਜਾ, ਉਸ ਤਰ੍ਹਾਂ ਉਹਨਾਂ ਦੇ ਥੀਏਟਰ ਨਾਲ ਜੁੜ ਜਾ, ਇੱਦਾਂ ਦੀ ਕੋਸ਼ਿਸ਼ ਜਿਹੜੀ ਕਰ ਰਹੇ ਹਾਂ ਔਰ ਡੈਫੀਨਿਟਲੀ ਇਹ ਹੋਊਗੀ ਜ਼ਰੂਰ ਜੀ। ਗ੍ਰੇਟ ਗ੍ਰੇਟ, ਬਹੁਤ ਵਧੀਆ। ਜਸਕਰਨ, ਸਾਡੇ ਨਾਲ ਹੋਰ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਡਾਕਟਰ SP ਸਿੰਘ ਜੀ, ਕਿੰਗਰਾ ਸਾਹਿਬ, ਇਧਰੋਂ ਸਾਡੇ ਕੋਲ ਸਮ ਹੈ, ਅੱਛਾ ਹਾਂ, ਸਰੀਨ ਸਾਹਿਬ ਬੈਠੇ ਹੋਏ ਨੇ, ਤਰਲੋਚਨ ਜੀ ਨੇ, ਇਧਰੋਂ ਸ਼ਬਦੀਸ਼ ਹੋਰੀ ਵੀ ਨੇ। ਕੋਈ ਦੋਸਤ ਸਵਾਲ ਪੁੱਛਣਾ ਚਾਹੁੰਦਾ ਹੋਵੇ ਜਸਕਰਨ ਨੂੰ? ਸਤਿ ਸ਼੍ਰੀ ਅਕਾਲ ਭਾਜੀ, ਵੀਨਾ ਅਰੋੜਾ ਬੋਲ ਰਹੀ ਹਾਂ। ਹਾਂਜੀ, ਵੀਨਾ ਅਰੋੜਾ, HMV ਕਾਲਜ ਜਲੰਧਰ ਤੋਂ। ਹਾਂਜੀ ਹਾਂਜੀ, ਮੇਰਾ ਨਾਮ ਕਿਉਂਕਿ Vivo 1818 ਉੱਥੇ ਆਉਂਦਾ ਤੇ ਉਹ ਸ਼ਾਇਦ ਤੁਸੀਂ ਹਾਂ, ਮੈਂ ਤਾਂ ਨਹੀਂ ਹਨਾ, ਠੀਕ ਹੈ ਠੀਕ ਹੈ। ਡਾਕਟਰ ਜਸਕਰਨ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਔਰ ਵਿਸ਼ ਯੂ ਆਲ ਦਾ ਬੈਸਟ ਡਾਕਟਰ ਜਸਕਰਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਧਰਲੀ ਟ੍ਰੇਨਿੰਗ ਲੈ ਕੇ। ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਥੀਏਟਰ ਦਾ ਬਾਰੇ ਸਾਰਾ ਦੱਸ ਰਹੇ ਹੋ ਨਾ, ਮੈਂ 2017 ਦੇ ਵਿੱਚ ਇੱਥੇ ਸਰੀ ਆਈ ਸੀ ਤੇ ਸੁਖੀ ਪਾਠ ਉਹਨਾਂ ਦੇ ਨਾਲ, ਉਹਨਾਂ ਦੀ ਫੈਮਿਲੀ ਦੇ ਨਾਲ ਮੈਂ 2 ਫੰਕਸ਼ਨ ਅਟੈਂਡ ਕੀਤੇ। ਇੱਕ ਤਾਂ ਕਲਚਰਲ ਪ੍ਰੋਗਰਾਮ ਸੀਗਾ ਤੇ ਇੱਕ ਨਾਟਕ ਸੀ। ਉਹ ਅਮਰੀਕਾ ਤੋਂ ਕੋਈ ਟੀਮ ਆਈ ਸੀ, ਮੈਨੂੰ ਨਾਮ ਭੁੱਲ ਗਿਆ ਹੁਣ ਉਹਨਾਂ ਦਾ, 2017 ਜੂਨ ਦੀ ਗੱਲ ਹੈ। ਤੇ ਕਲਚਰਲ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ, ਮੈਂ ਦੇਖਿਆ ਉਹ ਹਾਲ ਪੂਰਾ ਭਰਿਆ ਹੋਇਆ ਸੀ, ਅਬਵ 500 ਸਟਰੈਂਥ ਸੀ ਉੱਥੇ। ਤੇ ਜਦੋਂ ਅਸੀਂ ਨਾਟਕ ਦੇਖਣ ਗਏ, ਹਾਰਡਲੀ ਉੱਥੇ 70 to 80, ਮਤਲਬ ਹਾਲ ਦੇ ਵਿੱਚ 100 ਕਹਿ ਸਕਦੇ ਹਾਂ ਆਪਾਂ, ਇੰਨੀ ਆਡੀਅנס ਸੀ। ਤੇ ਸ਼ਾਇਦ ਤੁਸੀਂ, ਮੇਰਾ ਇਹ ਸਵਾਲ ਬੜੀ ਦੇਰ ਦਾ ਮੇਰੇ ਮਨ 'ਚ ਆ ਰਿਹਾ ਸੀ, ਤੁਸੀਂ ਜਵਾਬ ਦੇ ਵੀ ਦਿੱਤਾ ਹੈ ਕਿ ਪੰਜਾਬੀ ਜਿਹੜੇ ਨੇ ਉਹ ਗਿੱਧੇ ਭੰਗੜੇ ਨਾਲ ਤਾਂ ਜੁੜੇ ਰਹਿੰਦੇ ਨੇ ਉੱਧਰ ਜਾ ਕੇ। ਉਹਦਾ ਵੈਸੇ ਇੱਕ ਮੈਨੂੰ ਇਹਦਾ ਜਵਾਬ ਆਉਂਦਾ ਕਿ ਜਿਹੜੇ ਗਿੱਧੇ ਭੰਗੜੇ 'ਚ ਜੋ ਤੁਸੀਂ ਵੇਖਦੇ ਹੋ ਨਾ ਕਿ ਉਹ 15-15 ਜਣਿਆਂ ਦੀ ਤੇ ਟੀਮ ਹੁੰਦੀ ਹੈ, ਤੇ ਉਹ 15-15 ਜਣਿਆਂ ਦੇ ਨਾਲ ਇੱਕ ਉਹਨੂੰ ਵੇਖਣ ਲਈ ਉਹਨਾਂ ਦਾ ਦਾਦਾ ਦਾਦੀ ਵੀ ਜਾਂਦੇ ਆ, ਉਹਨਾਂ ਦਾ ਮੰਮੀ ਪਾਪਾ ਵੀ ਜਾਂਦੇ ਨੇ, ਭਰਾ ਭੈਣ ਵੀ ਜਾਂਦੇ ਆ, ਹੈਨਾ, ਤੇ ਉਹ ਅੱਧੀ ਆਡੀਅנס ਤੇ ਉਹੀ ਨਾਲ ਚਲੇ ਜਾਂਦੀ ਉਹਨਾਂ ਦੇ। ਤੇ ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਇਹ ਕਲਚਰ ਡਿਵੈਲਪ ਹੋ ਰਿਹਾ ਹੈ ਫਿਰ ਥੀਏਟਰ ਕਿਉਂ ਨਹੀਂ, ਰੰਗਮੰਚ ਕਿਉਂ ਨਹੀਂ? ਇਹ ਵੀ ਜਿਹੜਾ ਭਾਜੀ ਮੈਨੂੰ ਲੱਗਦਾ ਜਿਹੜਾ ਨਾ ਇੱਥੇ ਦਾ ਭੰਗੜਾ ਗਿੱਧਾ ਆ, ਉਹ ਪੰਜਾਬ ਦੇ ਭੰਗੜੇ ਗਿੱਧੇ ਨਾਲੋਂ ਬਹੁਤ ਡਿਵੈਲਪਡ ਆ, ਬੜਾ ਪ੍ਰੋਫੈਸ਼ਨਲ ਆ, ਬਹੁਤ ਸਟਰੋਂਗ ਆ ਇੱਥੋਂ ਦੇ ਜਿਹੜੇ ਨਿਆਣੇ ਆ। ਸਾਡੇ ਜਿਹੜੇ ਥੀਏਟਰ ਕਰਨ ਵਾਲੇ ਆ ਉਹ ਵੀ ਉਹਨੇ ਜ਼ਿਆਦਾ ਟ੍ਰੇਨਡ ਜਾਂ ਉਹ ਨਹੀਂ ਆ ਇਸ ਕਾਬਲ ਵੀ ਉਹ ਲੋਕਾਂ ਨੂੰ ਬੰਨ ਕੇ ਰੱਖ ਸਕਣ, ਲੋਕ ਨਹੀਂ ਜਾਂਦੇ। ਇਹ ਥੀਏਟਰ ਵਾਲੇ ਪਾਸੇ ਵੀ ਕਮੀ ਆ ਕਿਤੇ ਨਾ ਕਿਤੇ। ਇਹ ਮੈਂ ਦੇਖਿਆ ਜਸਕਰਨ ਤੁਹਾਡੇ ਉੱਥੇ, ਯਾਨੀ ਸਾਧੂ ਬਿਨਿੰਗ ਹੋਰਾਂ ਦੇ ਛੋਟੇ ਬ੍ਰਦਰ ਜਿਹੜੇ ਪੌਲ ਬਿਨਿੰਗ ਹੈ, ਸਾਡਾ ਮਿੱਤਰ ਹੈ, ਉਹ ਖੁਦ ਹੀ ਢੋਲ ਬਣਾ ਲੈਂਦੇ ਆ ਤੇ ਖੁਦ ਢੋਲ ਵਜਾਉਂਦੇ ਆ, ਉਹਨਾਂ ਦੇ ਬੱਚੇ, ਔਰ ਉਹਨਾਂ ਨੇ ਬਹੁਤ ਸਾਰੀਆਂ ਟੀਮਾਂ ਬਣਾਈਆਂ ਏਦਾਂ ਉਧਰਲੇ ਪਾਸੇ ਭੰਗੜੇ ਦੀਆਂ। ਆਪ ਉਹਦਾ ਬਹੁਤ ਇੰਟਰਸਟ ਹੈ ਪੌਲ ਦਾ ਉਹਦੇ ਵਿੱਚ, ਤੇ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਵੀ ਇਹ ਭੰਗੜੇ, ਉਹਦਾ ਆਪਣਾ ਪਰਸਨਲ ਇੰਟਰਸਟ ਇਹਦੇ ਵਿੱਚ ਹੀ ਸੀਗਾ, ਤੇ ਉਹਨਾਂ ਨੇ ਚੰਗਾ ਕੰਮ ਕੀਤਾ ਯਾਨੀ ਕਿ ਆਪਣੇ ਇਧਰ ਕਰਦੇ ਹੋਏ। ਕੋਈ ਹੋਰ ਕੁਝ ਪੁੱਛਣਾ ਚਾਹ ਰਿਹਾ, ਕੋਈ ਗੱਲ? ਕਿੰਗਰਾ ਸਾਹਿਬ ਜੀ,
हाँ जी ਧਾਲੀਵਾਲ ਸਾਹਿਬ ਹੋਰ ਹੈ ਨਹੀਂ ਕੋਈ ਤਾਂ ਚਲੋ ਮੈਂ ਗੱਲ ਕਰਦਾ ਹੈਗਾ ਕਰੋ ਜੀ। ਜਸਕਰਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਿਹੜਾ ਬੰਦਾ ਇਧਰੋਂ ਮਾਈਗ੍ਰੇਟ ਕਰਕੇ ਜਾਂਦਾ ਹੈ ਉਹ ਉਸ ਦੀਆਂ ਲਾਇਬਿਲਿਟੀਜ਼ ਇਸ ਕਿਸਮ ਦੀਆਂ ਹੁੰਦੀਆਂ ਹੈ ਕਿ ਉਹ ਇਸ ਕਿਸਮ ਦੀ ਕੋਈ ਕ੍ਰੀਏਟਿਵ, ਕਿਉਂਕਿ ਨਾਟਕ ਖੇਡਣਾ ਜਿਹੜਾ ਹੈ ਹਰ ਰੋਜ਼ ਇੱਕ ਨਵੀਂ ਕ੍ਰੀਏਸ਼ਨ ਹੈ ਤੇ ਗਿੱਧਾ ਭੰਗੜਾ ਜਿਹੜਾ ਹੈਗਾ ਉਹ ਤੁਸੀਂ ਇੱਕ ਵਾਰ ਉਸ ਦੇ ਸਟੈਪਸ ਸਿੱਖ ਲਏ ਤਾਂ ਤੁਸੀਂ ਉਸ ਨੂੰ ਰਿਪੀਟ ਹੀ ਕਰੀ ਜਾਣਾ ਐਂਡ ਵਿਦ ਦ ਰੈਪੀਟੀਸ਼ਨ ਔਰ ਵਿਦ ਦ ਰਿਹਰਸਲਸ ਤੁਸੀਂ ਉਸੇ ਚੀਜ਼ ਦੇ ਵਿੱਚ ਪਰਪੱਕ ਹੁੰਦੇ ਤੁਰੇ ਜਾਂਦੇ ਆ। ਪਰ ਨਾਟਕ ਦੇ ਵਿੱਚ ਇਸ ਤੋਂ ਉਲਟ ਹੈਗਾ, ਕਿਉਂਕਿ ਹਰ ਰੋਜ਼ ਜਦੋਂ ਤੁਸੀਂ ਸ਼ੋਅ ਦੇਣਾ ਹੈਗਾ ਉਸ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੀਆਂ ਚੇਂਜਸ ਆ ਜਾਂਦੀਆਂ ਹੈਗੀਆਂ ਔਰ ਉਸ ਦੇ ਲਈ ਬੰਦਾ ਜਿਹੜਾ ਹੈ ਉਹਨਾਂ ਪਰਫੈਕਟ ਹੋਣ ਦੇ ਲਈ ਉਸ ਦੇ ਕੋਲੇ ਉਹਨਾਂ ਟਾਈਮ ਹੀ ਨਹੀਂ ਹੁੰਦਾ, ਕਿਉਂਕਿ ਉਹਦੀਆਂ ਲਾਇਬਿਲਿਟੀਜ਼ ਹੋਰ ਬਹੁਤ ਜ਼ਿਆਦਾ ਹੁੰਦੀਆਂ ਹੈਗੀਆਂ। ਤੁਹਾਨੂੰ ਨਹੀਂ ਲੱਗਦਾ ਵੀ ਇਹ ਪ੍ਰੋਬਲਮ ਹੈਗੀ ਹੈ? ਲਾਇਬਿਲਿਟੀ ਵੀ ਹੈਗੀ, ਪਰ ਉਹੀ ਸੁਭਾਅ ਆ ਕਿੰਗਰਾ ਸਾਹਿਬ ਸਾਡਾ ਕਿ ਸਮਾਂ ਤਾਂ ਆ ਸਕਦਾ ਹੈ, ਪਰ ਜਿੰਨੀ ਕੁ ਰੇਸ਼ੋ ਦੇ ਵਿੱਚ ਨਾਟਕ ਕਰਨ ਵਾਲੇ ਪੰਜਾਬ 'ਚ ਨੇ ਉਹਨੇ ਕੀ ਪਰਸੈਂਟੇਜ ਦੇ ਹਿਸਾਬ ਨਾਲ ਇੱਥੇ ਨੇ ਕਿਤੇ ਨਾ ਕਿਤੇ ਇਹ ਵੀ ਹੈ ਵੀ ਲਾਇਬਿਲਿਟੀਜ਼ ਵੀ ਹੈਗੀਆਂ ਉਹਦੇ ਵਿੱਚ ਸਮਾਂ ਕੱਢਣਾ। ਮੈਂ ਉਹੀ ਗੱਲ ਕਰ ਰਿਹਾ ਕਿ ਇੱਥੇ ਪਤਾ ਨਹੀਂ ਕੁਛ ਵੀ ਕਿਸੇ ਲੈਵਲ ਦਾ ਕ੍ਰੀਏਟਿਵ ਨਹੀਂ, ਘੱਟੋ ਘੱਟ ਮੇਰਾ ਤਜਰਬਾ ਜਿਹੜਾ ਤੁਹਾਨੂੰ ਇਸ ਤਰ੍ਹਾਂ ਬੰਦ ਕਰ ਦਿੰਦਾ ਕਿ ਉਹ ਨਹੀਂ ਹੁੰਦਾ, ਉਹਦੇ 'ਚ ਕਿਤੇ ਨਾ ਕਿਤੇ ਦਿੱਕਤ ਹੈਗੀ ਹੈ। ਇੱਕ ਸਿਸਟਮ ਦੀ ਉਹ ਦੇਣ ਹੈ ਪੂਰੇ ਦਾ ਪੂਰਾ ਜਿਹੜੀ ਤੁਸੀਂ ਗੱਲ ਕਰਨੀ ਚਾਹ ਰਹੇ ਹੋ। ਔਰ ਮੈਂ ਦੇਖਦਾ ਕਿ ਉਦਾਂ ਕਿੰਗਰਾ ਸਾਹਿਬ ਲਾਇਬਿਲਿਟੀਜ਼ ਤਾਂ ਇੱਥੇ ਵੀ ਹੈਗੀਆਂ ਨੇ ਥੀਏਟਰ ਕਰਨ ਵਾਲਿਆਂ ਦੀਆਂ, ਹੈ ਨਾ, ਪਰ ਫਿਰ ਵੀ ਉਹ ਕਿਹੜੀ ਚੀਜ਼ ਹੈ ਕਿ ਜਿਹੜੀ ਇਹਦੇ ਨਾਲ ਜੋੜੀ ਰੱਖਦੀ ਹੈ? ਪੈਸੇ ਦੀ ਦੌੜ ਹੈ, ਕੋਈ ਕਿਉਂ ਬਾਹਰ ਜਾਂਦਾ ਹੈ, ਕੀ ਕਾਰਨ ਹੈ? ਮੈਂ ਜਸਕਰਨ ਨੂੰ ਹੀ ਮੈਂ ਜਦੋਂ ਕੇਵਲ ਮੈਂ ਥੋੜੀ ਗੱਲ ਕਰਨੀ ਚਾਹੁੰਦਾ। ਜੀ ਹਾਂ ਜੀ ਡਾਕਟਰ ਸਾਹਿਬ ਜੀ। ਦੇਖੋ ਮੇਰਾ ਪਰਸਪੈਕਟਿਵ ਥੋੜਾ ਜਿਹਾ ਜਸਕਰਨ ਨਾਲੋਂ ਵੱਖਰਾ ਹੈ। ਜੀ ਸਰ। ਬੇਸਿਕਲੀ ਪੰਜਾਬ ਦੇ ਵਿੱਚ ਵੀ ਜਿਸ ਸ਼ਹਿਰ ਦੇ ਵਿੱਚ ਵੀ ਥੀਏਟਰ ਡਿਵੈਲਪ ਹੋਇਆ ਹੈ ਉਹਦੇ ਵਿੱਚ ਪਿੱਛੇ ਕੋਈ ਨਾ ਕੋਈ ਥੀਏਟਰ ਨਾਲ ਜੁੜੀ ਵੱਡੀ ਸ਼ਖਸੀਅਤ ਸੀ ਜਿਹਨੇ ਲੋਕਾਂ ਨੂੰ ਨਾਲ ਜੋੜਿਆ ਵੀ ਹੈ ਤੇ ਕੌਨਫੀਡੈਂਸ ਵੀ ਬਣਾਇਆ। ਅੰਮ੍ਰਿਤਸਰ ਸਰ ਗੁਰਸ਼ੰਤ ਸਿੰਘ ਭਾਜੀ ਨੇ ਸਾਰਾ ਜਿਹੜਾ ਇੱਕ ਥੀਏਟਰ ਮੂਵਮੈਂਟ ਕੀਤੀ। ਉਸ ਤੋਂ ਬਾਅਦ ਕੇਵਲ ਧਾਲੀਵਾਲ ਆ ਗਿਆ, ਉਸ ਤੋਂ ਬਾਅਦ ਬਰਾੜ ਆ ਗਏ, ਉਸ ਤੋਂ ਬਾਅਦ ਫਿਰ ਸਚਦੇਵਾ ਆ ਗਿਆ, ਇੱਕ ਆਪਣੇ ਆਪ ਜੁੜਦੇ ਗਏ ਸਾਰੇ, ਇੱਥੇ ਮਾਹੌਲ ਬਣ ਗਿਆ। ਇਹ ਜਲੰਧਰ ਕਿਉਂ ਨਹੀਂ ਬਣਿਆ? ਜਲੰਧਰ ਉਸ ਤੋਂ ਵੱਧ ਫੈਸਿਲਿਟੀਜ਼ ਹੋ ਸਕਦੀਆਂ ਨੇ, ਜਲੰਧਰ ਕਿਉਂ ਨਹੀਂ ਬਣਿਆ? ਇਸ ਕਰਕੇ ਕਿ ਕੋਈ ਸ਼ਖਸੀਅਤ ਜਿਹੜੀ ਥੀਏਟਰ ਨਾਲ ਕਮਿਟਡ ਔਰ ਥੀਏਟਰ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੀ ਹੋਵੇ ਉਹ ਕੋਈ ਨਹੀਂ। ਚੰਡੀਗੜ੍ਹ ਕੋਈ ਲੋਕ ਜਿਹੜੇ ਨੇ ਜਾ ਕੇ ਅੰਮ੍ਰਿਤਸਰ ਤੋਂ ਪਟਿਆਲੇ ਤੋਂ ਚੰਡੀਗੜ੍ਹ ਗਏ ਉਸ ਕਰਕੇ ਹੋਇਆ। ਪਟਿਆਲੇ ਕਿਸੇ ਵੇਲੇ ਪਾਲ ਟਵਾਣਾ ਵੇਲੇ ਡਾਕਟਰ ਹਰਚੰਦ ਸਿੰਘ ਵੇਲੇ ਔਰ ਉੱਥੇ ਪੰਜਾਬੀ ਯੂਨੀਵਰਸਿਟੀ 'ਚ ਥੀਏਟਰ ਡਿਪਾਰਟਮੈਂਟ ਹੋਣ ਦੇ ਬਾਵਜੂਦ ਇਸ ਵੇਲੇ ਉੱਥੇ ਜਿਹੜਾ ਉਹ ਥੀਏਟਰ ਨਹੀਂ ਚੱਲਦਾ। ਸੋ ਇਵੇਂ ਹੀ ਜਿਹੜਾ ਹੈ ਉਹ ਸਰੀ ਦੀ ਪੋਜੀਸ਼ਨ ਕਿ ਸਰੀ ਦੇ ਵਿੱਚ ਕੋਈ ਸਿਰ ਸੜਿਆ ਨਾਟਕ ਨਾਲ ਰੰਗਮੰਚ ਨਾਲ ਜੁੜੀ ਸ਼ਖਸੀਅਤਾਂ ਜਿਹੜੀਆਂ ਨੇ ਉਹ ਨਹੀਂ ਆਈਆਂ। ਇਹਨਾਂ ਨੇ ਸਾਧੂ ਬੇਨਿੰਗ, ਸੁਖਵੰਤ ਹਿੰਦਲ ਉਹਨਾਂ ਨੇ ਇੱਕ ਸਿਰ ਸੜਿਆ ਵਕਨ ਕੰਮ ਕੀਤਾ ਸੀ। ਉਸ ਵੇਲੇ ਇਹਨਾਂ ਦੀਆਂ ਕਮਾਈਆਂ ਵੀ ਘੱਟ ਸਨ ਤੇ ਇਹਨਾਂ ਨੇ ਛੋਟੇ ਛੋਟੇ ਘਰਾਂ 'ਚ ਵੀ ਨਾਟਕ ਕਰਨੇ ਸ਼ੁਰੂ ਕੀਤੇ। ਸਕੂਲਾਂ ਦੇ ਜਿਹੜੇ ਨੇ ਉਹ ਹਾਲ ਜਿਹੜੇ ਨੇ ਜਿਹੜੇ ਅਨਪ੍ਰੋਫੈਸ਼ਨਲ ਸਨ ਉਹਨਾਂ ਦੇ ਵੀ ਕੰਮ ਸ਼ੁਰੂ ਕੀਤਾ ਔਰ ਇੱਕ ਲਹਿਰ ਜਿਹੜੀ ਆ ਬਣਾਈ। ਔਰ ਉਹ ਲਹਿਰ ਦੇ ਵਿੱਚ ਕਿਵੇਂ ਛੱਡ ਗਏ, ਕੀ ਹੋਇਆ, ਇਹ ਗੱਲ ਜਿਹੜੀ ਹੈ ਉਹ ਵੱਖਰੀ ਹੈ। ਸੋ ਜਿੰਨਾ ਚਿਰ ਛੱਡ ਛਡਾ ਕੇ ਸਰ ਗੁਰਸ਼ੰਤ ਉਹਨਾਂ ਨੇ ਜਦੋਂ ਅੰਮ੍ਰਿਤਸਰ ਥੀਏਟਰ ਡਿਵੈਲਪ ਕੀਤਾ, ਮੇਰੇ ਨਾਲੋਂ ਵੱਧ ਕੇਵਲ ਤੈਨੂੰ ਪਤਾ ਹੈਗਾ, ਮੈਂ ਉਸ ਤੋਂ ਪਹਿਲਾਂ ਦਾ ਉਹਨਾਂ ਨਾਲ ਜੁੜਿਆ ਰਿਹਾ। ਸੋ ਜਿੰਨਾ ਚਿਰ ਕੋਈ ਉਹ ਕਮਿਟਡ, ਇੱਥੋਂ ਲੋਕ ਬਹੁਤ ਗਏ ਨੇ ਜੁੜੇ ਹੋਏ, ਲੇਕਿਨ ਉਹ ਜੇ ਕਮਿਟਡ ਹੋ ਕੇ ਲੋਕ ਉੱਥੇ ਜਿਹੜੇ ਨੇ ਕੋਈ ਨਾ ਕੋਈ ਵਿੱਚ ਪਰਸਨੈਲਿਟੀ ਨਿਕਲੇਗੀ, ਈਵਨ ਫਾਈਨੈਂਸ਼ੀਅਲ ਸਪੋਰਟ ਵਾਲ ਵੀ ਨਿਕਲੇ, ਦੂਜੇ ਵੀ ਨਿਕਲੇ ਤੇ ਸ਼ਾਇਦ ਉੱਥੇ ਜਿਹੜਾ ਮਾਹੌਲ ਬਦਲੇ। ਅਦਰਵਾਈਜ਼ ਜਿਹੜੀਆਂ ਗੱਲਾਂ ਜਸਕਰਨ ਨੇ ਕੀਤੀਆਂ ਨੇ ਉਹ ਸਾਰੀਆਂ ਠੀਕ ਨੇ, ਲੇਕਿਨ ਉਸ ਦਲਦਲ ਦੇ ਵਿੱਚੋਂ ਕੱਢ ਕੇ ਥੀਏਟਰ ਨੂੰ ਲਿਆਉਣ ਵਾਲੀ ਇੱਕ ਸ਼ਖਸੀਅਤ ਚਾਹੀਦੀ ਹੈ ਜਿਸ ਦੇ ਉੱਤੇ ਐਕਟਰ ਵੀ ਵਿਸ਼ਵਾਸ ਕਰਨ। ਜ਼ਰੂਰੀ ਨਹੀਂ ਗੱਲ ਕਿ ਪਹਿਲਾਂ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸਾਧੂ ਬੇਨਿੰਗ ਔਰ ਅਮਨਪਾਲ ਸਾਰਾ ਦੂਜੇ, ਇਹ ਪੈਸੇ ਦੇ ਇਹਨਾਂ ਨੇ ਐਕਟਿੰਗ ਦੇ ਕੀ ਲੈਣੇ ਨੇ, ਕੋਲੋਂ ਪੈਸੇ ਖਰਚ ਕੇ ਕੰਮ ਕਰਦੇ ਸਨ, ਲੇਕਿਨ ਇੱਕ ਜਨੂਨ ਸੀ। ਉਹ ਜਨੂਨ ਜਿਹੜਾ ਉਹ ਜਦੋਂ ਇਹ ਨੌਕਰੀਆਂ ਚਲੇ ਗਏ ਜਾਂ ਕਿਸ ਤਰ੍ਹਾਂ ਹੋਇਆ ਉਸ ਵੇਲੇ ਜਿਹੜਾ ਖਤਮ ਹੋਇਆ। ਅਦਰਵਾਈਜ਼ ਜਿਹੜਾ ਇਹਨਾਂ ਦਾ ਵਤਨ ਮੈਗਜ਼ੀਨ ਦੇ ਵਿੱਚ ਰੰਗਮੰਚ ਦਾ ਵਿਸ਼ੇਸ਼ ਅੰਕ ਸੀ, ਜੇ ਅੱਜ ਵੀ ਪੜ੍ਹੋ ਤਾਂ ਲੱਗਦਾ ਹੈ ਕਿ ਅੰਮ੍ਰਿਤਸਰ ਨਾਲ ਵੀ ਚੰਗੀ ਉੱਥੇ ਲਹਿਰ ਸੀ। ਸੋ ਮਾਹੌਲ ਬਦਲਣ ਵਾਸਤੇ ਜਿਹੜਾ ਹੈ ਐਕਟਰ ਵੀ ਮਿਲ ਜਾਣਗੇ, ਦੇਖਣ ਵਾਲੇ ਵੀ ਮਿਲ ਜਾਣਗੇ। ਤੁਹਾਨੂੰ ਸਭ ਨੂੰ ਪਤਾ ਤੁਸੀਂ ਇੱਥੇ ਅੰਮ੍ਰਿਤਸਰ ਜੇ ਥੀਏਟਰ ਕਰਦੇ ਹੋ, ਮੈਂ ਸਭ ਬਿਜ਼ੀ ਹੋਣ ਦੀ ਕੋਈ ਗੱਲ ਨਹੀਂ ਹੁੰਦੀ, ਮੈਂ ਜਿੰਨਾ ਬਿਜ਼ੀ ਹੁੰਦਾ ਸੀ ਲੇਕਿਨ ਐਗਜ਼ੈਕਟ ਟਾਈਮ ਦੇ ਉੱਤੇ ਮੈਂ ਜਾ ਕੇ ਜਿਹੜਾ ਸੀ ਥੀਏਟਰ ਜ਼ਰੂਰ ਜਾਣਾ ਹੈ ਔਰ ਕੋਈ ਪਲੇ ਮੈਂ ਮਿਸ ਨਹੀਂ ਸੀ ਕਰਦਾ ਨਾਟਸ਼ਾਲਾ ਦੇ ਐਟਲੀਸਟ। ਸੋ ਇਹ ਗੱਲ ਜਿਹੜੀ ਹੈ ਉਹ ਨਾ ਬਿਜ਼ੀਨੈਸ ਦੀ ਗੱਲ ਹੈ ਨਾ ਡਾਲਰ ਖਰਚਣ ਦੀ ਗੱਲ ਹੈ।
ਅਸਲ ਕਿਸੇ ਵੀ ਲਹਿਰ ਦੇ ਪਿੱਛੇ ਕਿਸੇ ਇੱਕ ਸ਼ਖਸੀਅਤ ਦਾ ਔਰ ਇੱਕ ਉਹ ਸ਼ਖਸੀਅਤ ਦਾ ਜਿਹੜੀ ਕਮਿਟਡ ਜਿਹੜੀ ਹੋਵੇ ਤੇ ਲੋਕਾਂ ਦਾ ਵਿਸ਼ਵਾਸ ਬਣੇ। ਤੇ ਬਾਕੀ ਜਿਹੜਾ ਕਿ ਥੀਏਟਰ ਪ੍ਰੋਫੈਸ਼ਨਲ ਜਾਂ ਦੂਜਾ ਗੁਰਸ਼ੰਸ ਨੇ ਕਿੱਥੇ ਪਲੇ ਸ਼ੁਰੂ ਕੀਤਾ ਜੀ। ਜਿਵੇਂ ਪਹਿਲਾਂ ਵੀ ਸੀ ਕਿ ਰੇਹੜੀਆਂ ਨੂੰ ਖੜ ਕੇ ਸਟੇਜ ਬਣਾ ਲੈਣੀ ਹੈ, ਗੱਡੇ ਦੇ ਉੱਤੇ ਸਟੇਜ ਬਣਾ ਲੈਣੀ ਹੈ, ਲੇਕਿਨ ਇੱਕ ਲਹਿਰ ਪੈਦਾ ਕੀਤੀ। ਅੰਮ੍ਰਿਤਸਰ ਦੇ ਵਿੱਚ ਵੀ ਜਿਹੜੀਆਂ ਨੇ ਉਹ ਕੋਈ ਪ੍ਰੋਫੈਸ਼ਨਲ ਪਲੇ ਨਹੀਂ ਸੀ ਕਰਦੇ, ਜਿੱਥੇ ਕਾਲਜਾਂ ਜਾਂਦੇ ਸਨ ਪਲੇ ਕਰਨ, ਦੂਜੇ ਜਾਂਦੇ ਸਨ ਬੜੇ ਸਧਾਰਨ ਹਾਲ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਸਾਰੇ ਪਲੇ ਕਰੀ ਜਾਂਦੇ ਸਨ। ਸੋ ਅਜੇ ਸਾਨੂੰ ਪਾਰ ਹੋਣੀ ਚਾਹੀਦੀ ਹੈ ਕਿ ਥੀਏਟਰ ਨਾਲ ਕਮਿਟਡ ਹੋ ਕੇ ਥੀਏਟਰ ਨੂੰ ਲਹਿਰ ਬਣਾਉਣ ਵਾਲੀ ਸ਼ਖਸੀਅਤ ਜਿਹੜਾ ਅੰਦਰੋਂ ਬਾਹਰੋਂ ਵੀ ਥੀਏਟਰ ਹੋਵੇ ਜਿਹਦੇ ਵਿੱਚ ਉਹ ਜਿਹੜਾ ਉਹ ਜ਼ਰੂਰੀ ਹੈ। ਉਹ ਅਜੇ ਇੱਥੇ ਮਿਸਿੰਗ ਹੈ, ਜਾਂ ਉਹ ਜ਼ੀਲ ਨਹੀਂ ਹੈਗੀ, ਉਹ ਜਿਹੜੀ ਹੈ ਉਹ ਜਨੂਨ ਨਹੀਂ ਹੈਗਾ। ਔਰ ਉਹ ਜਨੂਨ ਜਿਹੜਾ ਉਹ ਘਰ ਘਰ ਛੱਡ ਕੇ ਜਿਹੜੇ ਲੋਕ ਥੀਏਟਰ ਨਾਲ ਫਿਰ ਜੁੜਦੇ ਨੇ ਉਹ ਇੱਥੇ ਜਦੋਂ ਆਉਂਦੇ ਨੇ ਤਾਂ ਆਉਂਦੇ ਕਿਉਂਕਿ ਪੈਸਾ ਕਮਾਉਣ 'ਚ ਨੇ, ਉਹ ਫਿਰ ਦੂਜੇ ਪਾਸੇ ਪੈ ਜਾਂਦੇ ਨੇ, ਜਿਸ ਕਰਕੇ ਉਹਨਾਂ ਨੂੰ ਇਕੱਠਾ ਜੋੜਨ ਵਾਲਾ ਜਿਹੜਾ ਉਹ ਕੋਈ ਨਹੀਂ। ਬਹੁਤ ਸੋਹਣੀ ਗੱਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਬੜੀ ਸੋਹਣੀ ਗੱਲ ਕੀਤੀ। ਔਰ ਮੈਂ ਸਮਝਦਾ ਕਿ ਜਿਹੜੀ ਡਾਕਟਰ ਸਾਹਿਬ ਨੇ ਅੱਗੇ ਇੱਕ ਹੋਪ ਵਾਲੀ ਗੱਲ ਵੀ ਕੀਤੀ ਹੈ ਕਿ ਕੋਈ ਇੱਕ ਅੱਗੇ ਲੱਗਣ ਵਾਲਾ ਬੰਦਾ ਹੋਵੇ, ਇਹ ਉਮੀਦ ਮੈਂ ਜਸਕਰਨ ਕੋਲੋਂ ਕਰਦਾ। ਜਸਕਰਨ ਮੇਰਾ ਸਟੂਡੈਂਟ ਹੈ, ਮੈਂ ਕਿਉਂਕਿ ਜਸਕਰਨ ਦੇ ਅੰਦਰ ਬਾਹਰ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹਦੇ ਅੰਦਰ ਬਾਹਰ ਥੀਏਟਰ ਹੋਵੇ ਉਹ ਸ਼ਖਸੀਅਤ ਜਸਕਰਨ ਹੈ। ਜਸਕਰਨ ਕਿਉਂਕਿ ਜਿਹੜਾ ਬੰਦਾ ਰਾਤੋਂ ਰਾਤ ਰਿਹਰਸਲ ਕਰਕੇ 3 ਘੰਟੇ ਦਾ ਸਫ਼ਰ ਕਰਕੇ ਫਿਰ ਘਰ ਜਾਂਦਾ, ਫਿਰ ਸਵੇਰੇ ਆਪਣੀ ਜੌਬ ਕਰਦਾ, ਫਿਰ ਸ਼ਾਮ ਨੂੰ ਅੰਮ੍ਰਿਤਸਰ ਰਿਹਰਸਲ ਪਹੁੰਚਦਾ, ਅਗਲੇ ਦਿਨ ਫਿਰ ਜਾਂਦਾ ਵਾ, ਯਾਨੀ ਇਹ ਜਿਹੜੀ ਤੁਹਾਡੇ ਅੰਦਰਲੀ ਚਿੰਗ ਹੈ, ਇਹ ਪਹਿਲੇ ਲੋਕ ਸਹੀ ਗੱਲ ਹੈ ਜਸਕਰਨ ਕੇ ਪੈਸਾ ਕਮਾਉਣ ਲਈ ਗਏ ਸੀ ਤੇ ਉਹਦੇ ਵਿੱਚ ਕੋਈ ਏਦਾਂ ਦਾ ਜਨੂਨੀ ਬੰਦਾ ਨਹੀਂ ਸੀ ਗਿਆ, ਪਰ ਜਸਕਰਨ ਜਨੂਨੀ ਹੈ ਤੇ ਆਪਣਾ ਸਾਰਾ ਕੁਝ ਸੈਟਿੰਗ ਕਰਦਿਆਂ ਹੋਇਆ ਵੀ ਘਰ-ਬਾਰ ਨੂੰ ਪਰਿਵਾਰ ਨੂੰ ਸੈੱਟ ਰੱਖਦਿਆਂ ਹੋਇਆ ਵੀ, ਤੇ ਉਮੀਦ ਕਰਦੇ ਆ ਕਿ ਜਸਕਰਨ ਕੋਈ ਇਹੋ ਜਿਹੀ ਲਹਿਰ ਪੈਦਾ ਕਰੇਗਾ ਕਿ ਜਿਹੜਾ ਉਧਰ ਵੈਨਕੂਵਰ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਥੀਏਟਰ ਨੂੰ ਇੱਕ ਸਟਰੋਂਗ ਨੀਂਹ ਦੇਵੇਗਾ, ਇੱਕ ਲਹਿਰ ਦੀ ਤਰ੍ਹਾਂ ਜਿਹੜਾ ਕਿ ਸ਼ੁਰੂ ਕਰੇਗਾ। ਸਾਨੂੰ ਜਸਕਰਨ ਤੇਰੇ ਤੋਂ ਬਹੁਤ ਉਮੀਦਾਂ ਨੇ, ਬਹੁਤ ਉਮੀਦਾਂ ਨੇ। ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਔਰ ਮੈਂ ਇਸੇ ਕਰਕੇ ਬਾਰ-ਬਾਰ ਵੱਖਰੇ ਦੋਸਤਾਂ ਨਾਲ ਗੱਲ ਕਰ ਰਿਹਾ ਕਰ ਅਸੀਂ ਰੰਧਾਵਾ ਹੋਰਾਂ ਨਾਲ ਗੱਲਾਂ ਕੀਤੀਆਂ, ਉਹ ਬਿਲਕੁਲ ਅਲੱਗ ਗੱਲਾਂ ਸੀਗੀਆਂ, ਤੁਹਾਡੀਆਂ ਬਿਲਕੁਲ ਅਲੱਗ ਫਿਕਰ ਨੇ। ਔਰ ਹੁਣ ਅਸੀਂ ਕਿਉਂਕਿ ਸੋਮਵਾਰ ਨੂੰ ਇੱਕ ਪ੍ਰੋਗਰਾਮ ਸਾਡਾ ਹਰ ਸੋਮਵਾਰ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਸਾਲ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸੋਮਵਾਰ ਨੂੰ ਤੁਸੀਂ ਸਾਡੇ ਨਾਲ ਦੇਖੋਗੇ 5 ਤੋਂ 6 ਅਸੀਂ ਗੁਰੂ ਤੇਗ ਬਹਾਦਰ ਜੀ ਨਾਲ ਜੁੜੀਆਂ ਹੋਈਆਂ ਕਵਿਤਾਵਾਂ ਦਾ ਨਾਟਕੀ ਪਾਠ ਕਰਾਂਗੇ। ਉਹ ਸਾਡੇ 5-6 ਕਲਾਕਾਰ ਜਿਹੜੇ ਦੂਰੋਂ ਨੇੜਿਓਂ ਉਹ ਆਨਲਾਈਨ ਜਿਹੜਾ ਉਹਦਾ ਨਾਟਕੀ ਪਾਠ ਕਰਨਗੇ। ਬਹੁਤ ਖੂਬਸੂਰਤ ਕਵਿਤਾਵਾਂ ਪਾਤਰ ਸਾਹਿਬ ਦੀਆਂ, ਦਾਨ ਸਿੰਘ ਕੋਮਲ ਦੀਆਂ, ਸੰਤਰਾਮ ਉਦਾਸੀ ਦੀਆਂ ਅਜਿਹੀਆਂ ਕਵਿਤਾਵਾਂ ਦਾ ਉਹ ਅਸੀਂ ਨਾਟਕੀ ਪਾਠ ਕਰਾਂਗੇ। ਔਰ ਉਸ ਤੋਂ ਅਗਲੇ ਦਿਨ ਮੰਗਲਵਾਰ ਨੂੰ ਇਸੇ ਤਰ੍ਹਾਂ ਇੱਕ ਸਾਡੀ ਐਕਟਰੈਸ, ਉਹ ਅੱਜ ਕੱਲ ਆਸਟ੍ਰੇਲੀਆ 'ਚ ਹੈ, ਮੈਲਬੌਰਨ, ਔਰ ਉਹਨੇ ਸਾਡੇ ਮੰਚ ਰੰਗਮੰਚ ਦੀ ਫਾਊਂਡਰ ਮੈਂਬਰ ਰਹੀ ਹੈ। ਉਹਨੇ ਸਭ ਤੋਂ ਪਹਿਲੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੂਡੈਂਟ ਰਹੀ ਔਰ ਮਨਜੀਤ ਪਾਲ ਕੌਰ ਨਾਲ ਉਹਨੇ ਸੁੰਦਰਾ ਪਲੇ ਕੀਤਾ ਔਰ ਲੂਣਾ ਦੇ ਵਿੱਚ ਬਿਹਤਰੀਨ ਇਛਰਾ ਦਾ ਰੋਲ ਕਰਦੀ ਰਹੀ। ਰਮਾ ਅਟਵਾਲ, ਰਮਾ ਸੇਖੋਂ ਹੁਣ, ਤੇ ਔਰ ਉਹਦੇ ਬਹੁਤ ਕਦੇਸਨ ਦਾ ਸਭ ਤੋਂ ਪਹਿਲੀ ਵਾਰੀ ਉਸੇ ਕੁੜੀ ਨੇ ਰੋਲ ਕੀਤਾ ਸੀ। ਫਿਰ ਉਹ ਆਸਟ੍ਰੇਲੀਆ ਸ਼ਿਫਟ ਹੋ ਗਏ, ਯਾਨੀ ਉਹਨਾਂ ਦੇ ਬੱਚੇ ਉੱਥੇ ਸੈੱਟ ਨੇ, ਹੁਣ ਉਹਨਾਂ ਦਾ ਟੀਵੀ ਹੈ ਔਰ ਉਹਨਾਂ ਨੇ ਵੀ ਉੱਥੇ ਥੀਏਟਰ ਸ਼ੁਰੂ ਕੀਤਾ, ਟੀਵੀ ਦਾ ਕੰਮ। ਸੋ ਆਪਾਂ ਮੰਗਲਵਾਰ ਨੂੰ ਉਹਨਾਂ ਨਾਲ ਵੀ ਇਦਾਂ ਦੀਆਂ ਗੱਲਾਂ ਕਰਾਂਗੇ ਥੀਏਟਰ ਵਾਲਿਆਂ ਦੀਆਂ। ਔਰ ਉਸ ਤੋਂ ਫਿਰ ਅਗਲੇ ਦਿਨ ਅਸੀਂ ਇੱਕ ਹੋਰ ਕੈਨੇਡਾ ਤੋਂ ਸਾਡੇ ਦੋਸਤ ਨੇ ਐਡਮਿੰਟਨ ਤੋਂ, ਬਹੁਤ ਪੁਰਾਣੇ ਕਵੀ ਵੀ ਨੇ ਪਰ ਥੀਏਟਰ ਨਾਲ ਬਹੁਤ ਪਿਆਰ ਉਹਨਾਂ ਦਾ, ਔਰ ਉਹਨਾਂ ਦੀ ਵਾਈਫ ਨੇ ਮੇਰੇ ਨਾਟਕਾਂ 'ਚ ਕੰਮ ਕੀਤਾ, ਉਹਨਾਂ ਦੇ ਭਣੇਵੇਂ ਨੇ ਹਰਜੀਤ ਸੰਧੂ ਹੋਰਾਂ ਨੇ। ਸੋ ਅਸੀਂ ਲਾਟ ਪਿੰਡਰ ਨਾਲ ਗੱਲਾਂ ਕਰਾਂਗੇ ਉਸ ਤੋਂ ਬਾਅਦ ਵੀ। ਸੋ ਇਹ ਸਾਡਾ ਸਫ਼ਰ ਜਾਰੀ ਰਹੇਗਾ। ਜਸਕਰਨ ਮੈਨੂੰ ਇੱਕ ਤੁਹਾਡੇ ਤੋਂ ਹੈਲਪ ਚਾਹੀਦੀ ਹੋਏਗੀ, ਮੈਨੂੰ ਸਾਧੂ ਬਿਨਿੰਗ ਅਜਮੇਰ ਰੋਡੇ ਹੋਰਾਂ ਦਾ ਨੰਬਰ ਚਾਹੀਦਾ ਹੋਏਗਾ, ਮੈਨੂੰ WhatsApp ਕਰਿਓ, ਮੈਂ ਉਹਨਾਂ ਨਾਲ ਵੀ, ਠੀਕ ਹੈ, ਉਹਨਾਂ ਦੇ ਵੀ ਜ਼ਰਾ ਮੈਂ ਉਹਨਾਂ ਨਾਲ ਗੱਲਾਂ ਇਹ ਸਾਰੀਆਂ ਕਿ ਉਹ ਕਿੱਥੇ ਬੈਠੇ ਨੇ ਹੁਣ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ। ਸੋ ਬਹੁਤ ਸ਼ੁਕਰੀਆ ਜਸਕਰਨ, ਤੁਸੀਂ ਕੁਝ ਕਹਿਣਾ, ਤੁਸੀਂ ਕੋਈ ਗੱਲ? ਤੇ ਬਹੁਤ ਬਹੁਤ ਮਿਹਰਬਾਨੀ ਭਾਜੀ, ਥੈਂਕ ਯੂ, ਬਹੁਤ ਚੰਗਾ ਲੱਗਾ, ਬੜੀ ਦੇਰ ਬਾਅਦ ਇੰਨੀ ਲੰਬੀ ਬਹੁਤ ਚੰਗਾ ਲੱਗਾ, ਬੜੀ ਦੇਰ ਬਾਅਦ ਤੇਰੇ ਨਾਲ ਇੰਨੀਆਂ ਗੱਲਾਂ ਕੀਤੀਆਂ। ਬਹੁਤ ਸ਼ੁਕਰੀਆ ਦੋਸਤੋ, ਹੁਣ ਆਪਾਂ ਮਿਲਾਂਗੇ ਸੋਮਵਾਰ ਸ਼ਾਮ ਨੂੰ 5 ਤੋਂ 6। ਬਹੁਤ ਸ਼ੁਕਰੀਆ।